ਨਾਨਕ ਸਿੰਘ ਸੁਪਨਿਆਂ ਦੀ ਕਦਰ। ਅੰਤਰਯਾਮਤਾ। ਉਸ ਦਿਨ ਹੋਟਲ ਵਿੱਚ ਚਾਹ ਪੀਂਦਿਆਂ ਬਹਿਸ ਛਿੜ ਪਈ ਅੰਤਰਯਾਮਤਾ ਦੇ ਵਿਸ਼ੇ ਉੱਤੇ। ਪ੍ਰੋਫੈਸਰ ਸ਼ਰਮਾ, ਜਿਹੜੇ ਸੰਸਕ੍ਰਿਤ ਦੇ ਪ੍ਰੋਫੈਸਰ ਸਨ, ਇਸ ਵਿਸ਼ੇ ਨੂੰ ਧਾਰਮਿਕ ਨੁਕਤੇ ਤੋਂ ਲੈਂਦੇ ਹੋਏ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਅੰਤਰਯਾਮਤਾ ਦੀ ਸ਼ਕਤੀ ਸਿਰਫ ਰੂਹਾਨੀ ਆਦਮੀਆਂ ਵਿੱਚ ਹੀ ਆ ਸਕਦੀ ਹੈ। ਪਰ ਸਾਇੰਸ ਦੇ ਪ੍ਰੋਫੈਸਰ ਜੋਗਿੰਦਰ ਇਸ ਥਿਊਰੀ ਨੂੰ ਦਕਿਆਨੂਸੀ ਦੱਸ ਰਹੇ ਸਨ। ਉਹਨਾਂ ਦਾ ਕਹਿਣਾ ਸੀ ਕਿ ਇਹ ਸਭ ਖੋਖਲੀਆਂ ਗੱਲਾਂ ਨੇ। ਅੰਤਰਯਾਮਤਾ ਜਾਂ ਜੋਤਿਸ਼ ਇੱਕ ਵਿਦਿਆ ਜਾਂ ਹੁਨਰ ਹੈ, ਹੋਰ ਕੁਝ ਨਹੀਂ। ਇੱਕ ਹਰਪੋਪੇ ਹਿਪਨੋਟਾਈਜ਼ਰ ਜਾਂ ਮੈਸਮਰਾਈਜ਼ਰ ਵੀ ਤਾਂ ਤੁਹਾਡੇ ਦਿਲ ਦੀਆਂ ਗੱਲਾਂ ਜਾਣ ਸਕਦਾ ਹੈ। ਕੀ ਉਹ ਲੋਕ ਰੂਹਾਨੀਅਤ ਬਾਰੇ ਕੁਝ ਵੀ ਗਿਆਨ ਰੱਖਦੇ ਨੇ? ਬਹਿਸ ਬੜੀ ਖੁਸ਼ਕ ਸੀ, ਜਿਸ ਨੇ ਚਾਹ ਦਾ ਸਵਾਦ ਕਾਫੀ ਹੱਦ ਤੱਕ ਕਿਰਕਰਾ ਕਰ ਦਿੱਤਾ। ਪਰ ਅਚਾਨਕ ਹੀ ਇਸ ਵਿੱਚ ਰਸ ਭਰਨਾ ਸ਼ੁਰੂ ਹੋ ਗਿਆ ਜਦੋਂ ਇਸ ਸਿਲਸਿਲੇ ਵਿੱਚ ਆਰਟਸ ਦੇ ਪ੍ਰੋਫੈਸਰ ਮਿਸਟਰ ਜੁਗਲ ਕਿਸ਼ੋਰ ਨੇ ਹਿੱਸਾ ਲੈਣਾ ਸ਼ੁਰੂ ਕੀਤਾ। ਉਹਨਾਂ ਨੇ ਇਸ ਬਹਿਸ ਨੂੰ ਇੱਕ ਅਜਿਹੇ ਪਹਿਲੂ ਤੋਂ ਲਿਆ ਕਿ ਸਭਨਾਂ ਦਾ ਧਿਆਨ ਬਹਿਸ ਤੋਂ ਹਟ ਕੇ ਉਸ ਦੀ ਆਪ ਬੀਤੀ ਵੱਲ ਚਲਾ ਗਿਆ। ਪ੍ਰੋਫੈਸਰ ਜੁਗਲ ਕਿਸ਼ੋਰ ਕਹਿਣ ਲੱਗਾ, ਮੈਂ ਤੇ ਸਮਝਦਾ ਹਾਂ ਹਰ ਇੱਕ ਮਰਦ, ਤੀਵੀਂ ਤੇ ਬੱਚਾ ਅੰਤਰਜਾਮੀ ਹੈ। ਕੁਦਰਤ ਨੇ ਅੰਤਰਜਾਮਤਾ ਦੀ ਸ਼ਕਤੀ ਹਰ ਇਨਸਾਨ ਨੂੰ ਦੇ ਰੱਖੀ ਹੈ, ਪਰ ਮੁਸ਼ਕਿਲ ਇਹ ਹੈ ਕਿ ਅਸੀਂ ਇਸ ਸ਼ਕਤੀ ਨੂੰ ਜ਼ਾਇਆ ਕਰ ਦਿੰਦੇ ਹਾਂ। ਅੱਖਾਂ, ਕੰਨਾਂ, ਜ਼ਬਾਨ ਥਾਣੀ। ਸਾਰੇ ਹੱਸ ਪਏ ਉਸਦੀ ਇਹ ਅਨੋਖੀ ਦਲੀਲ ਸੁਣ ਕੇ। ਨਵਾਂ ਪ੍ਰੋਫੈਸਰ ਅਮਰਜੀਤ ਸਿੰਘ, ਜਿਹੜਾ ਅਸਾਂ ਸਾਰਿਆਂ ਵਿੱਚ ਵੱਧ ਮਖੌਲੀ ਤੇ ਹਾਜ਼ਰ ਜਵਾਬ ਸੀ, ਕਹਿਣ ਲੱਗਾ, ਤਾਂ ਮਿਸਟਰ ਕਿਸ਼ੋਰ, ਤੁਹਾਡੇ ਖਿਆਲ ਵਿੱਚ ਅੰਤਰਜਾਮੀ ਬਣਨ ਲਈ ਆਦਮੀ ਨੂੰ ਅੰਨਾ, ਬੋਲਾ ਜਾਂ ਗੂੰਗਾ ਹੋਣਾ ਚਾਹੀਦਾ ਹੈ? ਕਿਉਂ? ਬੇਸ਼ੱਕ, ਜੁਗਲ ਕਿਸ਼ੋਰ ਉਸੇ ਗੰਭੀਰਤਾ ਵਿੱਚ ਕਹਿਣ ਲੱਗਾ। ਇਹ ਸ਼ਕਤੀ ਗੂੰਗਿਆਂ, ਬੋਲਿਆਂ ਤੇ ਅੰਨਿਆਂ ਅੰਦਰ ਇੱਕ ਨਾਰਮਲ ਆਦਮੀ ਤੋਂ ਜ਼ਿਆਦਾ ਹੁੰਦੀ ਹੈ। ਆਪਣੀ ਦਲੀਲ ਨੂੰ ਸਾਬਤ ਕਰਨ ਲਈ ਮੈਂ ਇੱਕ ਜਿੰਦਾ ਮਿਸਾਲ ਪੇਸ਼ ਕਰ ਸਕਦਾ ਹਾਂ। ਤੇ ਮਿਸਾਲ ਵਜੋਂ ਪ੍ਰੋਫੈਸਰ ਜੁਗਲ ਕਿਸ਼ੋਰ ਨੇ ਆਪਣੀ ਜ਼ਿੰਦਗੀ ਦੀ ਇੱਕ ਘਟਨਾ ਸੁਣਾਉਣੀ ਸ਼ੁਰੂ ਕੀਤੀ। ਫਸਟ ਤੋਂ ਲੈ ਕੇ 3rd ਈਅਰ ਦੀ ਪੜ੍ਹਾਈ ਤੱਕ ਮੇਰੇ ਮਾਪਿਆਂ ਦੀ ਮਾਇਕ ਹਾਲਤ ਕਾਫੀ ਖਰਾਬ ਸੀ, ਜਿਸ ਕਰਕੇ ਮੈਂ ਹੋਟਲ ਦੇ ਬਜਾਏ ਇੱਕ ਸਸਤੇ ਜਿਹੇ ਕਿਰਾਏ ਦੇ ਕਮਰੇ ਵਿੱਚ ਰਹਿੰਦਾ ਹਾਂ। ਇੱਕ ਗੁਮਨਾਮ ਜਿਹੇ ਬਾਜ਼ਾਰ ਦੀ ਨੁੱਕਰ 'ਤੇ। ਹੇਠਾਂ ਇੱਕ ਘਟੀਅਲ ਜਿਹੀ ਦੁਕਾਨ ਸੀ ਤੇ ਉਤਲੇ ਹਿੱਸੇ ਵਿੱਚ ਮੇਰਾ ਕਮਰਾ। ਥੱਲਵਾਂ ਦੁਕਾਨਦਾਰ ਇੱਕ ਬੁੱਢਾ ਜਿਹਾ ਦਮੇ ਦਾ ਰੋਗੀ ਸੀ, ਜਿਹੜਾ ਸਾਰਾ ਦਿਨ ਦੁਕਾਨ ਦੀ ਪਿਛਲੀ ਕੰਧ ਨਾਲ ਢਾਸ ਨਾਲ ਲਾਈ ਹੁੱਕਾ ਪੀਂਦਾ ਤੇ ਖੰਘਦਾ ਰਹਿੰਦਾ, ਤੇ ਉਸਦੀ ਲੜਕੀ ਦੁਕਾਨ ਦਾ ਕੰਮ ਚਲਾਉਂਦੀ ਸੀ। ਦੁਕਾਨ 'ਤੇ ਸਿਗਰਟ, ਬੀੜੀਆਂ ਦੇ ਭੁੱਜੇ ਹੋਏ ਛੋਲੇ, ਮੁਰਮੁਰਾ ਆਦਿ ਸੌਦਾ ਹੁੰਦਾ ਸੀ। ਇਸ ਤੋਂ ਛੁੱਟ ਬੱਚਿਆਂ ਲਈ ਸਸਤੇ ਮੁੱਲ ਦੇ ਖਿਡੌਣੇ ਤੇ ਕੁਝ ਕਾਪੀਆਂ, ਪੈਨਸਲਾਂ ਜਾਂ ਉਰਦੂ, ਹਿੰਦੀ ਤੇ ਪੰਜਾਬੀ ਦੇ ਕਾਇਦੇ ਵੀ ਰੱਖੇ ਹੋਏ ਸਨ। ਜਿੰਨੀ ਵਾਰੀ ਵੀ ਮੈਂ ਪੌੜੀਆਂ ਚੜ੍ਹਦਾ ਉਤਰਦਾ, ਮੇਰਾ ਧਿਆਨ ਉਸ ਕੁੜੀ ਵੱਲ ਚਲਾ ਜਾਂਦਾ, ਜਿਹੜੀ ਹਮੇਸ਼ਾ ਇੱਕੋ ਤਰ੍ਹਾਂ ਦੇ ਪੋਜ ਵਿੱਚ ਬੈਠੀ ਹੁੰਦੀ ਤੇ ਬਿਨਾਂ ਬੋਲਿਆਂ ਚਾਲਿਆਂ ਸੌਦਾ ਵੇਚੀ ਜਾਂਦੀ ਸੀ। ਮੈਂ 3 ਸਾਲ ਉਸੇ ਮਕਾਨ ਵਿੱਚ ਗੁਜ਼ਾਰੇ ਤੇ 3 ਸਾਲ ਮੈਂ ਉਸ ਕੁੜੀ ਨੂੰ ਇਹੋ ਕੁਝ ਕਰਦਿਆਂ ਵੇਖਿਆ। ਪਹਿਲਾਂ ਪੈਰ ਜਦੋਂ ਮੈਂ ਉਸ ਨੂੰ ਵੇਖਿਆ ਤਾਂ ਉਸਦੀ ਉਮਰ 13-14 ਵਰ੍ਹਿਆਂ ਦੀ ਸੀ। ਰੰਗ ਰੂਪ ਉਸਦਾ ਮਾੜਾ ਨਹੀਂ ਸੀ, ਪਰ ਸਰੀਰਕ ਰਹਿਤ ਵੱਲੋਂ ਬਿਲਕੁਲ ਜ਼ੀਰੋ। ਝਾਟਾ ਖਿੰਡਿਆ ਹੋਇਆ, ਕੱਪੜੇ ਮੈਲੇ, ਚਿੱਕੜ ਤੇ ਅਣਧੋਤਾ ਮੂੰਹ। ਉਹ ਆਪਣੇ ਕੰਮਕਾਰ ਵਿੱਚ ਕਾਫੀ ਚੁਸਤ ਸੀ। ਸ਼ੁਰੂ ਵਿੱਚ ਤਾਂ ਮੈਂ ਉਸ ਬਾਬਤ ਕਦੇ ਕੁਝ ਬਹੁਤਾ ਨਹੀਂ ਸੀ ਸੋਚਿਆ, ਪਰ ਜਿਉਂ-ਜਿਉਂ ਉਹ ਜਵਾਨ ਹੁੰਦੀ ਗਈ ਤੇ ਜਵਾਨ ਦੇ ਨਾਲ ਉਸਦਾ ਹੁਲੀਆ ਵੀ ਬਦਲਦਾ ਗਿਆ, ਤਾਂ ਉਸ ਬਾਰੇ ਮੈਂ ਕਈ ਤਰ੍ਹਾਂ ਦੀਆਂ ਸੋਚਣ ਲੱਗ ਪਿਆ। ਇਸਦਾ ਪਿਓ ਵੀ ਪਤਾ ਨਹੀਂ ਕਿਹੋ ਜਿਹੀ ਮਿੱਟੀ ਦਾ ਘੜਿਆ ਹੋਇਆ ਸੀ ਕਿ ਜਵਾਨ ਧੀ ਨੂੰ ਸੌਦਾ ਤੋਲਣ 'ਤੇ ਬਿਠਾ ਛੱਡਿਆ ਸੂ। ਆਖਰ ਕਦੋਂ ਤੀਕ ਇਹ ਵਿਚਾਰੀ ਇਸ ਖਲਜਗਣ ਨੂੰ ਨਿਭਾਏਗੀ? ਮੇਰੀ ਦਿਲਚਸਪੀ ਉਸ ਨਾਲ ਇੱਥੋਂ ਤੱਕ ਵੱਧ ਗਈ ਕਿ ਦਿਲ ਕਰੇ ਉਸ ਨਾਲ ਕੁਝ ਗੱਲਾਂ ਕਰਾਂ। ਮੇਰਾ ਮਤਲਬ ਦਾ ਕੋਈ ਸੌਦਾ ਉਸ ਪਾਸ ਛੁੱਟ ਸਿਗਰਟਾਂ ਤੋਂ ਨਹੀਂ ਸੀ, ਪਰ ਘਟੀਆ ਕਿਸਮ ਦੇ। ਇੱਕ ਦਿਨ ਮੈਂ ਜਾਣ ਕੇ ਹੀ ਉਸ ਥੜੇ 'ਤੇ ਜਾ ਖੜੋਤਾ, ਤੇ ਇਸ ਤੋਂ ਪਹਿਲਾਂ ਕਿ ਉਸ ਪਾਸੋਂ ਕੋਈ ਚੀਜ਼ ਮੰਗਦਾ, ਉਹ ਮੇਰੇ ਵੱਲ ਤੱਕ ਕੇ ਸ਼ਰਮਿੰਦਾ ਜਿਹਾ ਹਾਸਾ ਹੱਸੀ ਤੇ ਫਿਰ ਸਿਗਰਟਾਂ ਵਾਲੇ ਡੱਬੇ ਵਿੱਚੋਂ ਇੱਕ ਡੱਬੀ ਚੁੱਕ ਕੇ ਮੇਰੇ ਵੱਲ ਵਧਾਉਂਦਿਆਂ ਉਸ ਕੁਝ ਇਸ਼ਾਰੇ ਕੀਤੇ, ਜਿਸ ਤੋਂ ਮੈਨੂੰ ਪਤਾ ਲੱਗਾ ਕਿ ਉਹ ਗੂੰਗੀ ਤੇ ਬੋਲੀ ਹੈ। ਮੈਂ ਹੈਰਾਨ ਸਾਂ ਕਿ ਉਸ ਨੂੰ ਮੇਰੇ ਇਰਾਦੇ ਦਾ ਕਿਵੇਂ ਪਤਾ ਲੱਗ ਗਿਆ। ਸੋਚਿਆ ਸ਼ਾਇਦ ਮੇਰੇ ਕੋਟ ਪੈਂਟ ਨੂੰ ਵੇਖ ਕੇ ਉਸ ਸਮਝ ਲਿਆ ਹੋਵੇਗਾ ਕਿ ਮੈਂ ਸਿਗਰਟਾਂ ਦਾ ਗਾਹਕ ਹਾਂ।
ਬੇਦਿਲੇ ਜਿਹੇ ਮੈਂ ਇੱਕ ਡੱਬੀ ਉਸ ਪਾਸੋਂ ਖਰੀਦੀ ਤੇ ਕਾਲਜ ਚਲਾ ਗਿਆ। ਦੂਜੇ ਦਿਨ ਜਦ ਮੈਂ ਉੱਧਰ ਲੰਘਿਆ ਤਾਂ ਮੇਰੀ ਨਜ਼ਰ ਫੇਰ ਇਸ ਕੁੜੀ 'ਤੇ ਜਾ ਪਈ, ਨਾਲੇ ਉਸਦੇ ਸੌਦੇ ਉੱਤੇ। ਮੈਂ ਵੇਖਿਆ ਅੱਜ 2-3 ਕਿਸਮ ਦੇ ਵਧੀਆ ਸਿਗਰਟਾਂ ਦੀ ਡੱਬੀ ਉਸਦੀ ਟੋਕਰੀ ਵਿੱਚ ਮੌਜੂਦ ਸਨ। ਮੇਰੇ ਵੱਲ ਤੱਕ ਕੇ ਉਹ ਮਿੱਠੇ ਜਿਹੇ ਰਹੁ ਵਿੱਚ ਮੁਸਕਰਾਈ ਤੇ ਫਿਰ ਉਸਨੇ ਮੇਰਾ ਧਿਆਨ ਉਹਨਾਂ ਡੱਬੀਆਂ ਵੱਲ ਦਿਵਾਇਆ, ਜਿਵੇਂ ਮੈਨੂੰ ਕਹਿ ਰਹੀ ਹੋਵੇ, ਤੈਨੂੰ ਇਸੇ ਕਿਸਮ ਦੀ ਸਿਗਰਟ ਚਾਹੀਦੀ ਹੈ, ਮੈਂ ਤੇਰੇ ਲਈ ਲਿਆ ਰੱਖੇ ਨੇ। ਇਹ ਸੀ ਉਹ ਗੂੰਗੀ ਬੋਲੀ ਕੁੜੀ ਦੀ ਪਹਿਲੀ ਤੋਂ ਬਾਅਦ ਦੂਜੀ ਅੰਤਰਯਾਮਤਾ, ਜਿਸ ਨੇ ਮੈਨੂੰ ਹੈਰਾਨ ਕਰ ਦਿੱਤਾ। ਮੈਂ ਉਸ ਦਾ ਗਾਹਕ ਬਣ ਗਿਆ। ਰੋਜ਼ ਉਸ ਨੂੰ ਪੈਸੇ ਵਟਾ ਕੇ ਕਾਲਜ ਜਾਂਦਾ ਤੇ ਉਹ ਵੀ ਜਿਵੇਂ ਮੇਰੇ ਪੈਸਿਆਂ ਦੀ ਉਡੀਕ ਵਿੱਚ ਹੀ ਹੁੰਦੀ ਸੀ। ਮੇਰੇ ਪੌੜੀਆਂ ਉਤਰਨ ਦੀ ਢਿੱਲ ਹੁੰਦੀ ਸੀ, ਝੱਟ ਉਹ ਟੋਕਰੀ ਵਿੱਚੋਂ ਡੱਬੀ ਕੱਢ ਕੇ ਇੱਕ ਮਨੋਹਰ ਜਿਹੀ ਮੁਸਕਰਾਹਟ ਮੈਨੂੰ ਦੇ ਦਿੰਦੀ। ਹੌਲੀ ਹੌਲੀ ਉਸਦੀ ਮੇਰੀ ਜਾਣ ਪਛਾਣ ਮਿੱਤਰਤਾ ਵਿੱਚ ਵੱਟਦੀ ਗਈ। ਪਹਿਲਾਂ ਮੈਂ ਇਹ ਵੇਖ ਕੇ ਬੜਾ ਹੈਰਾਨ ਹੁੰਦਾ ਸਾਂ ਕਿ ਉਹ ਕਿਸ ਤਰ੍ਹਾਂ ਘੰਟਿਆਂ ਬੱਧੀ ਆਪਣੇ ਪਿਓ ਨਾਲ ਇਸ਼ਾਰਿਆਂ ਥਾਣੀ ਗੱਲਾਂ ਕਰਦੀ ਰਹਿੰਦੀ ਹੈ ਅਤੇ ਕਿਵੇਂ ਇੱਕ ਦੂਜੇ ਦਾ ਮਤਲਬ ਸਮਝ ਲੈਂਦੇ ਹੋਣਗੇ। ਪਰ ਥੋੜ੍ਹੀ ਚਿਰ ਵਿੱਚ ਇਹ ਵਿੱਦਿਆ ਉਸ ਮੈਨੂੰ ਵੀ ਘੋਲ ਕੇ ਪਿਲਾ ਦਿੱਤੀ। ਤੂੰ ਉੱਪਰ ਰਹਿੰਦਾ ਹੈ? ਕਿੰਨਾ ਕਿਰਾਇਆ ਦਿੰਦਾ ਹੈ? ਮਾਂ ਪਿਓ ਕਿੱਥੇ ਰਹਿੰਦੇ ਨੇ? ਕਿੰਨੇ ਭੈਣ ਭਰਾ ਹੋ? ਇਹੋ ਜਿਹੇ ਕਈ ਸਵਾਲ ਉਹ ਮੇਰੇ ਉੱਤੇ ਕਰਦੀ ਅਤੇ ਮੈਂ ਫਟਾਫਟ ਉਹਦੇ ਇਸ਼ਾਰਿਆਂ ਨਾਲ ਜਵਾਬ ਦੇਈ ਜਾਂਦਾ ਸਾਂ। ਕੁਝ ਚਿਰ ਬਾਅਦ ਇੱਕ ਦਿਨ ਮੈਂ ਇੱਕ ਹੋਰ ਉਸਦੀ ਅੰਤਰਯਾਮਤਾ ਵੇਖੀ। ਕਾਲਜੋਂ ਆ ਕੇ ਮੈਂ ਇੱਕ ਸਸਤੇ ਜਿਹੇ ਹੋਟਲ ਵਿੱਚ ਰੋਟੀ ਖਾਣ ਜਾਇਆ ਕਰਦਾ ਸਾਂ। ਉਸ ਦਿਨ ਕੁਝ ਜ਼ਿਆਦਾ ਦੇਰ ਹੋ ਜਾਣ ਕਰਕੇ ਮੈਨੂੰ ਸਖਤ ਭੁੱਖ ਲੱਗੀ ਹੋਈ ਸੀ। ਮਕਾਨ ਅੱਗੇ ਆ ਕੇ ਜਦ ਮੈਂ ਬਾਈਸਾਈਕਲ ਤੋਂ ਉਤਰਿਆ ਤਾਂ ਸੁਲੇਖਾ ਨੂੰ ਮੈਂ ਦੁਕਾਨ ਦੇ ਪਿਛਲੇ ਹਿੱਸੇ ਵਿੱਚ ਮਕਈ ਦੀਆਂ ਰੋਟੀਆਂ ਪਕਾਉਂਦਿਆਂ ਵੇਖਿਆ। ਨਾਲ ਹੀ ਮੈਨੂੰ ਸਰੋਂ ਦੇ ਸਾਗ ਦੀ ਖੁਸ਼ਬੂ ਆਈ ਅਤੇ ਨਾਲ ਹੀ ਆਪਣਾ ਪਿੰਡ ਯਾਦ ਆ ਗਿਆ। ਮੇਰੀ ਮਾਂ ਕਦੇ ਇੱਦਾਂ ਹੀ ਸਿਆਲ ਦੇ ਦਿਨੀਂ ਮਕਈ ਦੇ ਢੋਡੇ ਪਕਾ ਕੇ ਸਾਗ ਦੇ ਨਾਲ ਖਵਾਇਆ ਕਰਦੀ ਸੀ। ਉੱਪਰ ਜਾ ਕੇ ਮੈਂ ਕਿਤਾਬਾਂ ਰੱਖੀਆਂ, ਕੱਪੜੇ ਬਦਲੇ ਅਤੇ ਫਿਰ ਘਿਓ ਵਾਲੇ ਡੱਬੇ 'ਚੋਂ ਕੋਲੀ ਵਿੱਚ ਘਿਓ ਪਾ ਕੇ ਹੋਟਲ ਵਿੱਚ ਜਾਣ ਲਈ ਤਿਆਰ ਹੋਇਆ ਸਾਂ ਕਿ ਬੂਹੇ ਵਿੱਚ ਮੈਂ ਸੁਲੇਖਾ ਨੂੰ ਵੇਖਿਆ। ਥਾਲੀ ਵਿੱਚ 2 ਮਕਈ ਦੀਆਂ ਰੋਟੀਆਂ ਖੂਬ ਚੁੰਗੇ ਕੱਢ ਕੇ ਚੋਪੜੀਆਂ ਹੋਈਆਂ ਅਤੇ ਕੋਲ ਵਿੱਚ ਸਾਗ, ਜਿਸ ਉੱਪਰ ਵਾਰ ਗਰਮ ਕੀਤਾ ਹੋਇਆ ਘਿਓ ਤਰ ਰਿਹਾ ਸੀ। ਆਪਣੀ ਉਸੇ ਸੁਭਾਵਕ ਮੁਸਕਰਾਹਟ ਨਾਲ ਮੇਰੇ ਵੱਲ ਤੱਕਦਿਆਂ ਸੁਲੇਖਾ ਨੇ ਥਾਲੀ ਮੇਰੇ ਵੱਲ ਵਧਾਈ। ਇੱਥੇ ਪਹੁੰਚ ਕੇ ਜੁਗਲ ਕਿਸ਼ੋਰ ਜ਼ਰਾ ਕੁ ਰੁਕਿਆ। ਅਸੀਂ ਸਾਰੇ ਉਸਦੇ ਇਸ ਰੋਮਾਂਸ ਨੂੰ ਡੂੰਘੀ ਦਿਲਚਸਪੀ ਨਾਲ ਸੁਣ ਰਹੇ ਸਾਂ। ਉਸਦੇ ਚਿਹਰੇ ਉੱਤੇ ਇੱਕ ਡੂੰਘਾ ਵਿਖਾਦ ਛਾ ਗਿਆ ਅਤੇ ਠੰਡਾ ਸਾਹ ਭਰ ਕੇ ਉਸ ਫਿਰ ਦੱਸਣਾ ਸ਼ੁਰੂ ਕੀਤਾ। ਰੋਟੀ ਮੈਂ ਲੈ ਲਈ ਅਤੇ ਖਾਂਦਿਆਂ ਮੈਂ ਉਸੇ ਸੰਕੇਤਕ ਭਾਸ਼ਾ ਵਿੱਚ ਉਸ ਤੋਂ ਪੁੱਛਿਆ, ਤੂੰ ਇਤਨੀ ਖੇਚਲ ਕਿਉਂ ਕੀਤੀ? ਜਵਾਬ ਵਿੱਚ ਉਸ ਕਿਹਾ, ਤੇਰਾ ਜੂ ਦਿਲ ਕਰਦਾ ਸੀ ਮਕਈ ਦੀ ਰੋਟੀ ਖਾਣ ਨੂੰ, ਸੱਚ ਦੱਸ। ਨਹੀਂ ਸਾਈਂ ਕਰਦਾ। ਮੈਂ ਕੀਕਣ ਮੁੱਕਰ ਸਕਦਾ ਸਾਂ। ਮੈਂ ਪੁੱਛਿਆ, ਪਰ ਤੈਨੂੰ ਪਤਾ ਕੀਕਣ ਲੱਗ ਗਿਆ। ਉਹ ਬੋਲੀ, ਤੇਰੇ ਚਿਹਰੇ ਤੋਂ ਹੋਰ ਕੀਕਣ। ਫਿਰ ਸੁਲੇਖਾ ਨੇ ਮੇਰੀ ਉਹ ਘਿਓ ਵਾਲੀ ਕੌਲੀ ਸੁੰਘੀ ਅਤੇ ਨੱਕ ਚੜ੍ਹਾਉਂਦੀ ਹੋਈ ਬੋਲੀ। ਉਸੇ ਇਸ਼ਾਰੇ ਹੁਣ ਮੈਨੂੰ ਬੋਲੀ ਹੀ ਜਾਪਣ ਲੱਗ ਪਏ ਸਨ, ਇਹ ਘਿਓ ਤੇ ਕਿਸੇ ਕੰਮ ਦਾ ਨਹੀਂ। ਜਦੋਂ ਤੈਨੂੰ ਲੋੜ ਹੋਵੇ ਮੈਨੂੰ ਦੱਸੀ, ਮੇਰਾ ਪਿਓ ਤੈਨੂੰ ਖਾਲਸ ਘਿਓ ਲਿਆ ਦਿਆ ਕਰੇਗਾ। ਕੁਝ ਚਿਰ ਬਾਅਦ ਸੁਲੇਖਾ ਅਤੇ ਉਸਦੇ ਪਿਓ ਨਾਲ ਮੇਰੀ ਕਾਫੀ ਤੋਂ ਜ਼ਿਆਦਾ ਫੇਰ ਮੇਲ ਵੱਧ ਗਿਆ। ਉਸਦਾ ਪਿਓ ਮੇਰੀ ਬੜੀ ਇੱਜ਼ਤ ਕਰਦਾ। ਉਸਨੇ ਮੈਨੂੰ ਘਰ-ਬਾਰ ਦੇ ਕਈ ਹਾਲਾਤ ਦੱਸੇ ਅਤੇ ਇਹ ਵੀ ਦੱਸਿਆ ਕਿ ਇਸ ਬੱਚੀ ਤੋਂ ਬਿਨਾਂ ਉਸਦਾ ਦੁਨੀਆ ਵਿੱਚ ਕੋਈ ਨਹੀਂ, ਅਤੇ ਇਹ ਵੀ ਕਿ ਦਿਨ ਰਾਤ ਉਹ ਇਸੇ ਚਿੰਤਾ ਵਿੱਚ ਘੁਲਦਾ ਰਹਿੰਦਾ ਹੈ ਕਿ ਸੁਲੇਖਾ ਦਾ ਕੀ ਬਣੇਗਾ, ਜਦ ਕਿ ਉਸ ਲਈ ਕੋਈ ਚੰਗਾ ਮੁੰਡਾ ਲੱਭਣਾ ਮੁਸ਼ਕਿਲ ਹੈ ਅਤੇ ਮਾੜੇ ਮੋਟੇ ਨੂੰ ਉਹ ਕਬੂਲਣਾ ਨਹੀਂ ਸੀ ਚਾਹੁੰਦਾ। ਦੂਸਰਾ, ਹੁਣ ਉਹ ਵਿਚਾਰਾ ਜ਼ਿੰਦਗੀ ਦੇ ਆਖਰੀ ਪੜਾਅ 'ਤੇ ਸੀ। ਦਮੇ ਨੇ ਉਸਦਾ ਸਰੀਰ ਬਿਲਕੁਲ ਖਾਤਮੇ ਦੇ ਨੇੜੇ ਪਹੁੰਚਾ ਦਿੱਤਾ ਸੀ। ਬਹੁਤਾ ਫਿਕਰ ਉਸ ਨੂੰ ਇਸ ਗੱਲ ਦਾ ਮਾਰ ਰਿਹਾ ਸੀ ਕਿ ਜੇ ਉਸਨੇ ਆਪਣੇ ਜਿਉਂਦਿਆਂ ਸੁਲੇਖਾ ਦਾ ਕੋਈ ਆਰ-ਪਾਰ ਨਾ ਕੀਤਾ ਤਾਂ ਪਿੱਛੋਂ ਇਸਦਾ ਕੀ ਬਣੇਗਾ ਆਦਿ। ਜਿਉਂ-ਜਿਉਂ ਸਮਾਂ ਗੁਜ਼ਰਦਾ ਗਿਆ, ਸੁਲੇਖਾ ਅਤੇ ਉਸਦੇ ਪਿਓ ਨਾਲ ਮੇਰੀ ਨੇੜਤਾ ਵੱਧਦੀ ਗਈ। ਸੁਲੇਖਾ ਹੁਣ ਨਿਸ਼ੰਗ ਮੇਰੇ ਕਮਰੇ ਵਿੱਚ ਆ ਜਾਂਦੀ ਅਤੇ ਆਪਣੀ ਘੰਟਿਆਂ ਬੱਧੀ ਇਸ਼ਾਰਿਆਂ ਦੇ ਵਿੱਚ ਗੱਲਾਂ ਕਰਦੇ ਰਹਿੰਦੇ। ਸੁਲੇਖਾ ਦੇ ਪਿਓ ਨੂੰ ਆਪਣੀ ਗੂੰਗੀ ਬੋਲੀ ਲੜਕੀ ਉੱਤੇ ਸ਼ਾਇਦ ਦੇਵੀਆਂ ਜਿੰਨਾ ਭਰੋਸਾ ਸੀ। ਇੱਕ ਹੋਰ ਦਿਨ ਦੀ ਗੱਲ ਹੈ। ਸੁਲੇਖਾ ਇੱਕ ਪਾਗਲਪਣਾ ਕਰ ਬੈਠੀ। ਇੱਕ ਗਾਹਕ ਉਸਦੀ ਦੁਕਾਨ 'ਤੇ ਆਇਆ ਅਤੇ ਬਿਨਾਂ ਕਿਸੇ ਵਜ੍ਹਾ ਤੋਂ ਹੀ ਸੁਲੇਖਾ ਨੇ
ਪਾ ਦਾ ਵੱਟਾ ਚੁੱਕ ਕੇ ਉਸਦੇ ਮੱਥੇ ਵਿੱਚ ਦੇ ਮਾਰਿਆ। ਗਾਹਕ ਵਿਚਾਰਾ ਲਹੂ ਲੁਹਾਨ ਹੋ ਗਿਆ। ਲੋਕਾਂ ਨੇ ਵਿੱਚ ਪੈ ਕੇ ਗੱਲ ਰਫਾ ਦਫਾ ਕਰਵਾ ਦਿੱਤੀ। ਮਗਰੋਂ ਮੈਂ ਸੁਲੇਖਾ ਨੂੰ ਇਸ ਦਾ ਸਬੱਬ ਪੁੱਛਿਆ ਤਾਂ ਉਸ ਦੱਸਿਆ ਕਿ ਉਹ ਆਦਮੀ ਬੜਾ ਬਦਮਾਸ਼ ਹੈ। ਉਸਦੀਆਂ ਅੱਖਾਂ ਵਿੱਚ ਪਾਪ ਭਰਿਆ ਹੋਇਆ ਸੀ। ਮੈਂ ਨਹੀਂ ਸਾਂ ਚਾਹੁੰਦੀ ਕਿ ਮੇਰੀ ਦੁਕਾਨ 'ਤੇ ਆਵੇ, ਪਰ ਉਹ ਨਹੀਂ ਸੀ ਟਲਦਾ। ਕਿਸੇ ਨਾ ਕਿਸੇ ਸੌਦੇ ਦੇ ਪੱਜ ਕਈ ਵਾਰੀ ਆ ਜਾਂਦਾ ਸੀ। ਉਸ ਮਕਾਨ ਵਿੱਚ ਰਹਿੰਦਿਆਂ ਮੈਨੂੰ 2 ਸਾਲ ਬੀਤ ਕੇ ਤੀਜਾ ਚੜ੍ਹ ਪਿਆ ਸੀ। ਸੁਲੇਖਾ ਹੁਣ ਪਰ ਜਵਾਨ ਹੋ ਗਈ ਸੀ ਅਤੇ ਉਸਦੀ ਰਹਿਣੀ ਬਹਿਣੀ ਵਿੱਚ ਵੀ ਬੜਾ ਫਰਕ ਆ ਗਿਆ ਸੀ। ਉਹ ਹੁਣ ਖੂਬ ਲਿਸ਼ਕੀ ਪੁਸ਼ਕੀ ਰਹਿੰਦੀ, ਪਰ ਦੁਕਾਨ ਦਾ ਕੰਮ ਉਵੇਂ ਹੀ ਕਰੀ ਜਾ ਰਹੀ ਸੀ। ਇੱਕ ਦਿਨ ਦੀ ਗੱਲ ਹੈ, ਉਸ ਦਾ ਪਿਓ ਆਪਣੀ ਭਾਰੀ ਲਾਠੀ ਖੜਕਾਉਂਦਾ ਮੇਰੇ ਕਮਰੇ ਵਿੱਚ ਆਇਆ ਅਤੇ ਕਹਿਣ ਲੱਗਾ, ਬਾਬੂ ਜੀ, ਮੈਂ ਇੱਕ ਰਾਤ ਲਈ ਭਲਕੇ ਬਾਹਰ ਜਾ ਰਿਹਾ ਹਾਂ। ਤੁਸੀਂ ਕੁੜੀ ਦਾ ਜ਼ਰਾ ਧਿਆਨ ਰੱਖਣਾ। ਦੂਜੇ ਦਿਨ ਦੁਪਹਿਰੇ ਉਸ ਦਾ ਪਿਓ ਚਲਾ ਗਿਆ। ਸੁਲੇਖਾ ਅੱਜ ਵੀ ਖਾਓ ਪਿਓ ਤੋਂ ਵਿਹਲੀ ਹੋ ਕੇ ਸ਼ਾਮੀ ਮੇਰੇ ਕਮਰੇ ਵਿੱਚ ਆ ਬੈਠੀ ਅਤੇ ਅਸੀਂ ਇਸ਼ਾਰਿਆਂ ਦੀ ਬੋਲੀ ਵਿੱਚ ਕਾਫੀ ਚਿਰ ਤੱਕ ਗੱਲਾਂ ਕਰਦੇ ਰਹੇ। ਗੱਲਾਂ ਦੇ ਸਿਲਸਿਲੇ ਵਿੱਚ ਸੁਲੇਖਾ ਨੇ ਦੱਸਿਆ ਕਿ ਉਸਨੂੰ ਹੇਠਾਂ ਦੁਕਾਨ ਵਿੱਚ ਇਕੱਲਿਆਂ ਸੌਂਦਿਆਂ ਡਰ ਲੱਗਦਾ ਹੈ। ਮੈਂ ਉਸ ਨੂੰ ਕਿਹਾ, ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਤੂੰ ਅੱਜ ਦੀ ਰਾਤ ਮੇਰੇ ਕਮਰੇ ਵਿੱਚ ਆ ਕੇ ਸਿਉਂ ਰਹੋ। ਮੈਨੂੰ ਨਹੀਂ ਸੀ ਉਮੀਦ ਕਿ ਉਹ ਮੇਰਾ ਪ੍ਰਸਤਾਵ ਕਬੂਲੇਗੀ, ਪਰ ਉਸਨੇ ਬਿਨਾਂ ਹੀਲ ਹਜੂਤ ਸਗੋਂ ਖੁਸ਼ੀ ਨਾਲ ਮੇਰੇ ਕਮਰੇ ਵਿੱਚ ਸੌਣਾ ਮਨਜ਼ੂਰ ਕਰ ਲਿਆ। ਉਹ ਹੇਠੋਂ ਜਾ ਕੇ ਆਪਣਾ ਬਿਸਤਰਾ ਚੁੱਕ ਲਿਆਈ ਅਤੇ ਕਮਰੇ ਵਿੱਚ ਇੱਕ ਨੁੱਕਰੇ ਵਿਛਾ ਕੇ ਲੇਟ ਗਈ। ਬੱਤੀ ਬੁਝਾ ਕੇ ਜਦ ਮੈਂ ਆਪਣੇ ਮੰਜੇ 'ਤੇ ਲੰਮਾ ਪਿਆ ਅਤੇ ਥੋੜ੍ਹੀ ਦੇਰ ਬਾਅਦ ਮੇਰੇ ਜਜ਼ਬਾਤ ਵਿੱਚ ਇੱਕ ਅਜੀਬ ਤਰ੍ਹਾਂ ਦੀ ਖਲਬਲੀ ਮਚ ਗਈ, ਜਿਸ ਨੇ ਮੈਨੂੰ ਕਈ ਘੰਟੇ ਬੇਆਰਾਮ ਕਰੀ ਰੱਖਿਆ। ਮੇਰੀ ਹੋਸ਼ ਤੋਂ ਸਮਝ, ਅਖਲਾਕ ਅਤੇ ਈਮਾਨ ਸਭ ਕੁਝ ਰਾਤ ਦੇ ਉਸ ਹਨੇਰੇ ਵਿੱਚ ਡੁੱਬਦਾ ਚਲਾ ਜਾ ਰਿਹਾ ਸੀ। ਆਪਣੇ ਆਪ ਉੱਤੇ ਕਾਬੂ ਪਾਉਣ ਦੀ ਬੜੀ ਕੋਸ਼ਿਸ਼ ਕੀਤੀ, ਬੜਾ ਸਮਝਾਇਆ ਆਪਣੇ ਮਨ ਨੂੰ ਕਿ ਮੈਂ ਨਿਰਾ ਪਾਪ ਦੀ ਖਾਈ ਵਿੱਚ ਨਹੀਂ ਡਿੱਗਣ ਲੱਗਾ। ਇੱਕ ਭਲੇ ਆਦਮੀ ਨਾਲ ਵਿਸ਼ਵਾਸਘਾਤ ਦਾ ਦੋਸ਼ੀ ਵੀ ਬਣ ਜਾਵਾਂਗਾ, ਜਿਹੜਾ ਮੇਰੀ ਸ਼ਰਾਫਤ ਉੱਤੇ ਵਿਸ਼ਵਾਸ ਕਰਕੇ ਆਪਣੀ ਜਵਾਨ ਕੁੜੀ ਨੂੰ ਮੇਰੇ ਭਰੋਸੇ ਛੱਡ ਗਿਆ ਹੈ। ਪਰ ਅਮੋੜ ਦਿਲ ਨੇ ਇੱਕ ਨਾ ਸੁਣੀ। ਅੱਧੀ ਪੌਣੀ ਰਾਤ ਇਸੇ ਹਾਲਤ ਵਿੱਚ ਗੁਜ਼ਾਰੀ ਅਤੇ ਇਸ ਤੋਂ ਬਾਅਦ ਜਦ ਮੇਰਾ ਦਿਲ ਬਿਲਕੁਲ ਬੇਕਾਬੂ ਹੋ ਗਿਆ ਤਾਂ ਮੈਂ ਉੱਠ ਹੀ ਖੜੋਤਾ ਅਤੇ ਦੱਬੇ ਪੈਰੀ ਸੁਲੇਖਾ ਦੇ ਬਿਸਤਰੇ ਵੱਲ ਵਧਣ ਲੱਗਾ। ਕਮਰੇ ਵਿੱਚ ਹਨੇਰੀ ਕੁੱਪ ਸੀ। ਬੱਤੀ ਮੈਂ ਜਾਣ ਕੇ ਹੀ ਨਹੀਂ ਜਗਾਈ। ਛੇਕੜ ਮੇਰਾ ਹੱਥ ਸੁਲੇਖਾ ਦੇ ਬਿਸਤਰੇ ਨੂੰ ਜਾ ਛੋਹਿਆ ਅਤੇ ਫਿਰਦਾ ਉਸ ਦੇ ਸਾਰੇ ਬਿਸਤਰੇ ਨੂੰ ਟਟੋਲ ਗਿਆ। ਮੈਂ ਹੱਕਾ ਬੱਕਾ ਰਹਿ ਗਿਆ। ਜਦ ਬਿਸਤਰਾ ਖਾਲੀ ਹੋਣ ਦਾ ਮੈਨੂੰ ਯਕੀਨ ਹੋ ਗਿਆ, ਬੱਤੀ ਜਗਾਈ। ਬਿਸਤਰਾ ਵੀ ਖਾਲੀ ਸੀ ਅਤੇ ਕਮਰਾ ਵੀ ਖਾਲੀ। ਸੁਲੇਖਾ ਕਿਤੇ ਨਹੀਂ ਸੀ। ਬੂਹਾ ਖੁੱਲ੍ਹਾ ਵੇਖ ਕੇ ਮੈਂ ਸਮਝਿਆ ਸ਼ਾਇਦ ਬਾਹਰ ਨਿਕਲੀ ਹੋਵੇ। ਟਾਰਚ ਲੈ ਕੇ ਨਿਕਲਿਆ, ਪਰ ਉਹ ਕਿਤੇ ਨਹੀਂ ਸੀ। ਛੇਕੜ ਪੌੜੀਆਂ ਉਤਰ ਕੇ ਮੈਂ ਦੁਕਾਨ ਅੱਗੇ ਜਾ ਪਹੁੰਚਿਆ। ਟਾਰਚ ਦੀ ਮਦਦ ਨਾਲ ਤੱਕਿਆ। ਬੂਹੇ ਨੂੰ ਜਿੰਦਰਾ ਨਹੀਂ ਸੀ ਵੱਜਾ ਹੋਇਆ। ਤੱਕ ਕੇ ਵੇਖਿਆ, ਅੰਦਰੋਂ ਬੰਦ ਸੀ। ਮੇਰਾ ਸਾਹ ਸੱਤ ਮੁੱਕ ਗਿਆ। ਡੋਲਦੀਆਂ ਲੱਤਾਂ ਨਾਲ ਮੈਂ ਮੁੜ ਉੱਪਰ ਚੜ੍ਹ ਆਇਆ ਅਤੇ ਸਵੇਰ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਮੈਂ ਆਪਣਾ ਬੋਰੀਆ ਬਿਸਤਰਾ ਸਮੇਟ ਕੇ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਕਿ ਇੱਕ ਦੋਸਤ ਦੇ ਮਕਾਨ 'ਤੇ ਜਾ ਠਹਿਰਿਆ। ਇਹ ਜੇ ਮੇਰੀ ਦਲੀਲ ਦੀ ਪ੍ਰੋੜਤਾ ਵਿੱਚ ਇੱਕ ਜਿਉਂਦਾ ਜਾਗਦਾ ਸਬੂਤ। ਜੁਗਲ ਕਿਸ਼ੋਰ ਦੀ ਆਪ ਬੀਤੀ ਸੁਣ ਕੇ ਅਸਾਂ ਸਭਨਾਂ ਨੂੰ ਉਸ ਦੀ ਦਲੀਲ 'ਤੇ ਕਾਇਲ ਹੋਣਾ ਪਿਆ। ਅਗਲਾ ਭਾਗ ਆਦਰਸ਼ਵਾਦੀ। ਵਿਆਹ ਦੀ ਵੇਦੀ ਤੋਂ ਜਦ ਉਹ ਉਤਰਿਆ ਤਾਂ ਉਸਦੀਆਂ ਅੱਖਾਂ ਨਸ਼ਿਆਈਆਂ ਹੋਈਆਂ ਸਨ, ਜਿਵੇਂ ਅੱਜ ਸਵਰਗ ਦਾ ਰਾਜ ਜਿੱਤ ਕੇ ਉਹ ਤਾਜ ਤਖ਼ਤ ਦਾ ਵਾਰਸ ਬਣ ਗਿਆ ਹੋਵੇ। ਉਸ ਪਾਸ ਜਵਾਨੀ ਸੀ, ਸੁਹੱਪਣ ਸੀ ਅਤੇ ਉਸ ਉੱਤੇ ਪ੍ਰਾਪਤ ਹੋ ਗਈ ਉਸਨੂੰ ਹੂਰ ਵਰਗੀ ਦੁਲਹਨ। ਫਿਰ ਕਿਉਂ ਨਾ ਨਸ਼ਿਆਉਂਦੀਆਂ ਉਸਦੀਆਂ ਅੱਖਾਂ। ਕਿਤਨਾ ਸੋਹਣਾ ਹੈ ਇਹ ਸੰਸਾਰ, ਸਤਪਾਲ ਸੋਚਦਾ। ਹਰ ਪਾਸੇ ਖੇੜਾ ਖੁਸ਼ੀਆਂ ਹੀ ਖੁਸ਼ੀਆਂ। ਮਾਪਿਆਂ ਦਾ ਸਤਪਾਲ ਭਾਵੇਂ ਇਕਲੌਤਾ ਪੁੱਤਰ ਨਹੀਂ ਸੀ, ਹੋਰ ਵੀ ਉਸਦੇ ਕਈ ਭੈਣ ਭਰਾ ਸਨ, ਜਿਹੜੇ ਵਿਆਹੇ ਵਰੇ ਆਪੋ ਆਪਣੇ ਘਰੀ ਵਸਦੇ ਸਨ, ਪਰ ਸਭ ਤੋਂ ਛੋਟਾ ਹੋਣ ਕਰਕੇ ਮਾਪਿਆਂ ਦੇ ਲਾਡ ਪਿਆਰ ਦਾ ਉਹ ਵਧੇਰੇ ਹੱਕਦਾਰ ਸੀ। ਆਮ ਤੌਰ 'ਤੇ ਐਸਾ ਹੀ ਵੇਖਿਆ ਜਾਂਦਾ ਹੈ ਕਿ ਮਾਪਿਆਂ ਦਾ ਬਹੁਤਾ ਸਨੇਹ ਪਹਿਲੀ ਸੰਤਾਨ ਨਾਲ ਹੁੰਦਾ ਹੈ ਜਾਂ ਪਿਛਲੀ ਉਮਰ ਦੇ ਛੇਕੜਲੀ ਸੰਤਾਨ ਨਾਲ। ਉਸਦਾ ਪਿਓ ਵੀ ਕਮਾਊ ਸੀ ਅਤੇ ਵੱਡੇ ਤਿੰਨੇ ਭਰਾ ਵੀ। ਘਰ ਵਿੱਚ ਏਕਾ ਇਤਫਾਕ ਹੋਣ ਕਰਕੇ ਤੇਰ ਮੇਰ ਨਹੀਂ ਸੀ। ਸਭਨਾਂ ਦੀ ਕਮਾਈ ਸਾਂਝੀ ਹੀ ਵਰਤੀ ਜਾਂਦੀ ਸੀ, ਜਿਸ ਕਰਕੇ ਸਤਪਾਲ, ਜਿਹੜਾ ਸਭਨਾਂ ਦਾ ਇੱਕੋ ਜਿੰਨਾ ਲਾਡਲਾ ਸੀ, ਜਵਾਨੀ ਚੜ੍ਹਦਿਆਂ ਤੀਕ ਪੂਰੀ ਬੇਫਿਕਰੀ ਅਤੇ ਮੌਜ ਵਿੱਚ ਰਿਹਾ। ਨਾ ਆਈ ਦੀ ਖੁਸ਼ੀ, ਨਾ ਗਈ ਦੀ ਚਿੰਤਾ। ਵੱਡੇ ਜਾਣਨ ਅਤੇ ਉਹਨਾਂ ਦੇ ਕੰਮ ਜਾਣੇ। ਜੋ ਕੁਝ ਵੀ ਉਹ
ਜੋ ਕੁਝ ਵੀ ਉਹ 32 ਦੰਦਾਂ ਤੋਂ ਮੰਗਦਾ, ਗੱਲ ਉਹਦੀ ਭੁੰਜੇ ਨਾ ਪੈਣ ਦਿੱਤੀ ਜਾਂਦੀ। ਮਾਂ ਦੇ ਚੁੰਗੇ ਕੱਢ ਕੱਢ ਕੇ ਪਰੌਂਠੇ ਖਵਾਉਂਦੀ ਤੇ ਭਰਜਾਈਆਂ ਚੂਰੀ ਕੁੱਟ ਕੇ। ਲਾਡਲਾ ਦਿਓਰ ਸੀ, ਖੂਬ ਚੁਲਬਲਾ ਤੇ ਹਸਾ ਹਸਾ ਕੇ ਢਿੱਡੀ ਪੀੜਾਂ ਪਾਉਣ ਵਾਲਾ। ਪਰ ਹਾਸੇ ਦੀ ਇਹ ਢਿੱਡੀ ਪੀੜਾਂ ਭਰਜਾਈਆਂ ਲਈ ਸੱਜੀ ਵੱਖੀ ਦਾ ਸੂਲ ਬਣ ਗਈਆਂ ਜਦ ਤੋਂ ਬੁੱਢੇ ਬੁੱਢੀ ਨੇ ਅੱਖਾਂ ਮੀਟੀਆਂ। ਸਤਪਾਲ ਦਾ ਇਹ ਖਿਆਲ ਸਹਿਜੇ ਸਹਿਜੇ ਧੁੰਦਲਾ ਹੁੰਦਾ ਗਿਆ, ਜਿਹੜਾ ਸੋਚਦਾ ਸੀ ਕਿ ਵਿਆਹ ਦੀ ਵੇਦੀ ਤੋਂ ਉਤਰਦਿਆਂ ਹੀ ਉਸ ਲਈ ਸਵਰਗ ਦੇ ਕਿਵਾੜ ਖੁੱਲ੍ਹ ਜਾਣਗੇ। ਵਿਰਸੇ ਦੀਆਂ ਵੰਡੀਆਂ ਪੈਣ ਵੇਲੇ ਸਤਪਾਲ ਦਾ ਲਗਭਗ ਉਹੀ ਸਲੂਕ ਹੋਇਆ ਜਿਹੜਾ ਤਖ਼ਤ ਹਜ਼ਾਰੇ ਦੇ ਚੌਧਰੀ ਦੇ ਮਰਨ ਪਿੱਛੋਂ ਧੀਦੋਂ ਰਾਂਝੇ ਨਾਲ ਭਰਾਵਾਂ ਭਾਬੀਆਂ ਨੇ ਕੀਤਾ ਸੀ। ਪਰ ਕੁਦਰਤ ਨੇ ਇੰਨੀ ਮਦਦ ਸਤਪਾਲ ਦੀ ਅਵੱਸ਼ ਕੀਤੀ ਕਿ ਉਸਦੀ ਹੀਰ ਦੀ ਭਾਲ ਵਿੱਚ ਸਿਆਲੀ ਨਹੀਂ ਸੀ ਜਾਣਾ ਪਿਆ। ਪਹਿਲਾਂ ਤੋਂ ਹੀ ਚੂਚਕ ਦੀ ਜਾਈ ਉਸ ਕੋਲ ਮੌਜੂਦ ਸੀ। ਜੱਦੀ ਮਕਾਨ ਦਾ ਇੱਕ ਘਟੀਅਲ ਜਿਹਾ ਹਿੱਸਾ ਉਸ ਨੂੰ ਰਹਿਣ ਲਈ ਮਿਲਿਆ। 10 ਕੱਪੜੇ ਵੀ, 4 ਟੂੰਬਾਂ ਵੀ ਤੇ ਕੁਝ ਨਾ ਕੁਝ ਨਕਦੀ ਵੀ। ਪਰ ਕੀ ਇਹ ਉਸ ਨੂੰ ਸਾਰੀ ਉਮਰ ਲਈ ਕਾਫੀ ਸੀ? ਸਤਪਾਲ ਤਾਂ ਦਿਲ ਹੀ ਦਿਲ ਵਿੱਚ ਬਹੁਤ ਲੰਮੇ ਚੌੜੇ ਮਨਸੂਬੇ ਬਣਾਈ ਬੈਠਾ ਸੀ। ਅਕਸਰ ਉਹ ਆਪਣੀ ਦੁਲਹਨ ਨੂੰ ਕਿਹਾ ਕਰਦਾ, ਗੱਲ ਇਹ ਹੈ ਪ੍ਰਿਮਲਾ ਕਿ ਲੋਕਾਂ ਨੂੰ ਸਿਰਫ ਔਲਾਦ ਪੈਦਾ ਕਰਨ ਦੀ ਜਾਂਚ ਹੈ, ਬਣਾਉਣ ਦਾ ਵੱਲ ਉੱਕਾ ਨਹੀਂ। ਰੱਬ ਚਾਹਿਆ ਤਾਂ ਇੱਕ ਵਾਰੀ ਦੁਨੀਆ ਨੂੰ ਦੱਸ ਦਿਆਂਗਾ ਕਿ ਉਹਦਾ ਔਲਾਦ ਕਿਵੇਂ ਬਣਾਈ ਦੀ ਹੈ। ਵਿਆਹ ਦੇ ਮੁੱਢਲੀ ਦਿਨੀ ਸਤਪਾਲ ਕੁਝ ਵਧੇਰੇ ਹੀ ਭਾਵੁਕ ਹੋ ਗਿਆ ਸੀ ਸ਼ਾਇਦ। ਤਾਈਓ ਤਾਂ ਕਦੀ ਕਦੀ ਪ੍ਰਿਮਲਾ ਵੀ ਮਿੱਠੀ ਜਿਹੀ ਮੁਸਕਾਨ ਵਿੱਚ ਗੁੰਨ ਕੇ ਅਕਸਰ ਉਸ ਨੂੰ ਆਖ ਦਿੰਦੀ ਹੁੰਦੀ, ਮੈਂ ਕਹਿੰਦੀ ਹਾਂ ਜੀ, ਲੋਕੀ ਤੁਹਾਨੂੰ ਸ਼ੇਖ ਚਿੱਲੀ ਕਹਿਣ ਲੱਗ ਪੈਣਗੇ। ਹਰ ਵੇਲੇ ਨਾ ਤੁਸੀਂ ਇੱਦਾਂ ਦੀਆਂ ਗੱਲਾਂ ਕਰੀ ਜਾਇਆ ਕਰੋ। ਤੇ ਵਿਆਹ ਨਾਲੇ ਵੰਡ ਵੰਡਾਰੇ ਤੋਂ ਬਾਅਦ ਜਦ ਸਤਪਾਲ ਨੂੰ ਇੱਕ ਨਵੀਂ ਗੱਲ ਦਾ ਪਤਾ ਲੱਗਾ ਕਿ ਉਹ ਪਤੀ ਬਣਨ ਤੋਂ ਬਾਅਦ ਥੋੜ੍ਹੇ ਚਿਰ ਤੱਕ ਪਿਓ ਵੀ ਬਣਨ ਵਾਲਾ ਹੈ, ਤਾਂ ਉਸਦੀਆਂ ਖੁਸ਼ੀਆਂ ਦਾ ਕੋਈ ਪਾਰਾਵਾਰ ਨਾ ਰਿਹਾ। ਇਸਤਰੀ ਰਤਨ ਦੀ ਬਖਸ਼ਿਸ਼ ਤੋਂ ਬਾਅਦ ਵਿਧਾਤਾ ਉਸ ਲਈ ਇੱਕ ਲਾਲ ਦੀ ਸਾਜਨਾ ਵੀ ਸਾਜ ਰਿਹਾ ਹੈ। ਕੀ ਉਸ ਲਈ ਇਹ ਘੱਟ ਖੁਸ਼ੀ ਵਾਲੀ ਗੱਲ ਸੀ? ਰੱਬ ਸੱਚ ਜੇ ਇਹ ਸੰਤਾਨ ਨੂੰ ਪੁੱਤਰ ਦੇ ਰੂਪ ਵਿੱਚ ਭੇਜੇ, ਉਹ ਸੋਚਦਾ, ਤਾਂ ਮੈਂ ਆਪਣੀ ਜ਼ਿੰਦਗੀ ਦਾ ਸਾਰਾ ਤਾਣ ਲਾ ਕੇ ਉਸ ਨੂੰ ਇੱਕ ਮਾਡਲ ਬਣਾ ਕੇ ਦੁਨੀਆ ਨੂੰ ਦੱਸਾਂਗਾ। ਸੁਭਾਸ਼, ਜਵਾਹਰ ਤੇ ਹੋਰ ਵੱਡੇ ਵੱਡੇ ਆਦਮੀਆਂ ਦੀ ਆਬਾ ਫਿੱਕੀ ਪੈ ਜਾਏਗੀ ਮੇਰੀ ਔਲਾਦ ਦੇ ਕਾਰਨਾਮੇ ਵੇਖ ਕੇ। ਮੁਰਾਦਾਂ ਦਾ ਦਿਨ ਹੋਰ ਨੇੜੇ ਆਈ ਜਾ ਰਿਹਾ ਸੀ ਤੇ ਜਿਉਂ ਉਹ ਨੇੜੇ ਆਈ ਜਾਂਦਾ, ਸਤਪਾਲ ਦੇ ਦਿਲ ਦਾ ਅਮਨ ਚੈਨ ਦੂਰ ਹੋਈ ਜਾਂਦਾ। ਉਹ ਉਸ ਲਈ ਇੱਕ ਐਸਾ ਮਸਲਾ ਪੇਸ਼ ਸੀ ਜਿਸ ਬਾਰੇ ਪਹਿਲਾਂ ਸ਼ਾਇਦ ਕਦੀ ਘੱਟ ਹੀ ਉਹ ਸੋਚ ਵਿਚਾਰ ਕੀਤੀ ਸੀ। ਕੰਮ ਰੁਜ਼ਗਾਰ ਦਾ ਮਸਲਾ। ਵਿਰਸੇ ਦੀ ਰਕਮ ਮੁੱਕ ਚੁੱਕੀ ਸੀ ਤੇ ਹੁਣ ਇਸ ਗੱਲ ਦੀ ਚਿੰਤਾ ਦੰਪਤੀ ਦੇ ਸਿਰ 'ਤੇ ਸਵਾਰ ਸੀ ਕਿ ਜੇ ਭਗਵਾਨ ਨੇ ਪੁੱਤਰ ਦੇ ਦਿੱਤਾ ਤਾਂ ਖਰਚ ਦਾ ਕੀ ਬਣੇਗਾ। ਜਿੱਡੀ ਕੁ ਸ਼ਾਨਦਾਰ ਪਾਰਟੀ ਦੇਣ ਦੀ ਵਿਉਂਤ ਬਣਾਈ ਗਈ ਸੀ, ਨਿਰਾ ਇਸੇ ਲਈ ਹੀ 150-200 ਲੋੜੀਂਦਾ ਸੀ, ਪਰ ਹੋਰ ਖਰਚੇ ਵੱਖਰੇ। ਹਰ ਦੂਜੇ ਚੌਥੇ ਦਿਨ ਪ੍ਰਿਮਲਾ ਪੋਲੇ ਜਿਹੇ ਮੂੰਹ ਨਾਲ ਸਣੋਤ ਸੁੱਟ ਦਿੰਦੀ, ਹੈ ਜੀ, ਉਹ ਜਿਹੜੀ ਦਰਖਾਸਤ ਭੇਜੀ ਸੀ ਜੇ ਨੌਕਰੀ ਲਈ, ਕਦੋਂ ਤੀਕ ਉਸ ਦਾ ਜਵਾਬ ਆਵੇਗਾ? ਪਰ ਸਤਪਾਲ ਵਿਚਾਰੇ ਨੂੰ ਕੀ ਪਤਾ ਕਿਹੜੀ ਦਰਖਾਸਤ ਬਾਰੇ ਉਸ ਤੋਂ ਪੁੱਛਿਆ ਜਾ ਰਿਹਾ ਸੀ। ਉਸ ਨੇ ਤਾਂ ਦਰਜਨਾਂ ਦਰਖਾਸਤਾਂ ਭੇਜ ਰੱਖੀਆਂ ਸਨ। ਇਹਨਾਂ ਦਿਨਾਂ ਵਿੱਚ ਸਤਪਾਲ ਨੇ ਬੱਚਿਆਂ ਦੀ ਪਾਲਣਾ ਤੇ ਤਰਬੀਅਤ ਬਾਰੇ ਬਹੁਤਾ ਸਾਰਾ ਲਿਟਰੇਚਰ ਪੜ੍ਹ ਲਿਆ ਸੀ ਤੇ ਜਿਸ ਦੇ ਅਮਲ ਦਰਾਮਦ ਲਈ ਉਹ ਕਈ ਕਿਸਮ ਦੀਆਂ ਗੱਲਾਂ ਸੋਚਦਾ ਰਹਿੰਦਾ ਸੀ। ਹਿੰਦੁਸਤਾਨ ਦੇ ਲੋਕਾਂ ਨੂੰ ਜਾਚ ਵੀ ਹੋਵੇ ਬੱਚੇ ਪਾਲਣ ਦੀ। ਉਹ ਆਪਣੇ ਦੋਸਤਾਂ ਵਿੱਚ ਬੈਠ ਕੇ ਕਿਹਾ ਕਰਦਾ, ਰੱਬ ਚਾਹਿਆ ਤਾਂ ਇੱਕ ਵਾਰੀ ਰਿਕਾਰਡ ਕਾਇਮ ਕਰਾਂਗਾ। ਬੱਚੇ ਹੀ ਤਾਂ ਕਿਸੇ ਦੇਸ਼ ਦਾ ਕਲਚਰ ਤੇ ਅਸਲ ਸਰਮਾਇਆ ਹੁੰਦੇ ਨੇ। ਉਸ ਸੋਚਿਆ ਕਿਹੜੀ ਗੱਲ ਹੈ, ਅੰਦਰ ਜੇ ਨਕਦ ਰਕਮ ਨਹੀਂ, ਗਹਿਣਾ ਤਾਂ ਥੋੜ੍ਹਾ ਬਹੁਤ ਹੈ ਹੀ, ਜਿਸ ਨਾਲ ਫਿਲਹਾਲ ਗੁਜ਼ਾਰਾ ਚੱਲ ਜਾਵੇਗਾ। ਅੱਗੇ ਭਗਵਾਨ ਕਾਰਸਾਜ਼ ਹੈ, ਕਿਤੋਂ ਨਾ ਕਿਤੋਂ ਅਪਾਇੰਟਮੈਂਟ ਲੈਟਰ ਆ ਹੀ ਜਾਵੇਗੀ। ਉਸ ਨੇ ਇੱਕ ਦਿਨ ਸਰਾਫਾਂ ਦੀ ਦੁਕਾਨ 'ਤੇ ਜਾ ਕੇ ਸਾਰਾ ਭੰਨ ਘੜ ਵੇਚ ਸੁੱਟਿਆ। ਛੇਕੜ ਭਗਵਾਨ ਨੇ ਨੇੜਿਓਂ ਹੋ ਕੇ ਸੁਣੀ, ਪਰ ਜਦ ਪ੍ਰਿਮਲਾ ਨੇ ਪੁੱਤਰ ਨੂੰ ਜਨਮ ਦਿੱਤਾ, ਜਿਵੇਂ ਕੁਦਰਤ ਨੇ ਪਤੀ ਪਤਨੀ ਦੇ ਸੁਹੱਪਣ ਦੇ ਰੰਗ ਵਰਤ ਕੇ ਇਹ ਉਹਨਾਂ ਦੀ ਤਸਵੀਰ ਚਿੱਤਰ ਦਿੱਤੀ ਹੋਵੇ, ਸਾਰਾ ਘਰ ਖੁਸ਼ੀਆਂ ਦੀ ਝਣਕਾਰ ਨਾਲ ਗੂੰਜ ਉੱਠਿਆ।
ਲਾਲਣ ਪਾਲਣ ਦਾ ਸਮਾਨ ਪਹਿਲਾਂ ਤੋਂ ਹੀ ਤਿਆਰ ਸੀ। ਬੜੀ ਸੰਭਾਲ ਤੇ ਨਫਾਸਤ ਨਾਲ ਬੱਚੇ ਦੀ ਪਰਵਰਿਸ਼ ਹੋਣ ਲੱਗੀ ਤੇ ਪੂਰੀ ਧੂਮ-ਧਾਮ ਵਿੱਚ ਪ੍ਰਿਮਲਾ ਨੇ ਚਲੀਹਾ ਗੁਜ਼ਾਰਿਆ। ਪਰ ਚਲੀਹਾ ਬੀਤਦਿਆਂ ਤੀਕ ਉਹ ਦੋਵਾਂ ਪਤੀ ਪਤਨੀ ਦਾ ਉਤਸ਼ਾਹ ਪਤਲਾ ਪੈਣ ਲੱਗ ਪਿਆ। ਜਦ ਘਰ ਵਿੱਚ ਭੰਗ ਪੁੱਜਣ ਦੇ ਚਿੰਨ੍ਹ ਦਿਖਾਈ ਦੇਣ ਲੱਗੇ। ਐਪਲੀਕੇਸ਼ਨਾਂ ਦੇ ਹਾਲੇ ਤੀਕ ਕੋਈ ਸਿਰ ਪੈਰ ਨਹੀਂ ਸੀ ਲੱਭਾ। ਵਕਤ ਜਿਉਂ-ਜਿਉਂ ਬੀਤਦਾ ਗਿਆ ਤਿਵੇਂ-ਤਿਵੇਂ ਐਪਲੀਕੇਸ਼ਨਾਂ ਦਾ ਦਰ ਮਿਆਰ ਵੀ ਘਟੀ ਗਿਆ। ਪਹਿਲਾਂ ਸਤਪਾਲ ਅਖਬਾਰਾਂ ਵਿੱਚੋਂ ਵੱਡੀਆਂ-ਵੱਡੀਆਂ ਵੈਕੈਂਸੀਜ਼ ਦੇ ਪਤੇ ਨੋਟ ਕਰਿਆ ਕਰਦਾ ਸੀ। ਫਿਰ ਉਦੋਂ ਛੋਟੀਆਂ ਤੇ ਫਿਰ ਉਦੋਂ ਵੀ ਛੋਟੀਆਂ ਦੇ ਛੇਕੜ ਜੇ ਗੁਣਾ ਪਿਆ ਤਾਂ ਆਪਣੇ ਸ਼ਹਿਰ ਦੇ ਸਕੂਲ ਲਈ ਇੱਕ ਟੀਚਰੀ ਦੀ ਥਾਂ ਲਈ। ਸੋ ਵੀ ਕਈਆਂ ਸਿਫਾਰਸ਼ਾਂ ਦਾ ਸਦਕਾ। ਤਨਖਾਹ ਸੀ ਕੁੱਲ 70 ਰੁਪਏ। ਉਹ ਸੋਚਿਆ, ਚਲੋ ਇਹੋ ਗਨੀਮਤ ਹੈ, ਨਹੀਂ ਤਾਂ ਕੀ ਪਤਾ ਭੁੱਖਿਆਂ ਮਰਨ ਤੱਕ ਦੀ ਨੌਬਤ ਆ ਜਾਂਦੀ। ਸਮੇਂ ਦਾ ਚੱਕਰ ਚੱਲਦਾ ਗਿਆ ਤੇ ਇਸ ਚੱਕਰ ਦੀ ਤੇਜ਼ ਧਾਰ ਨਾਲ ਸਤਪਾਲ ਦੀਆਂ ਸਭੇ ਵਿਉਂਤਾਂ ਇੱਕ-ਇੱਕ ਕਰਕੇ ਘਟੀਂਦੀਆਂ ਗਈਆਂ। ਇਸ ਉੱਤੇ ਵਾਧਾ ਇਹ ਕਿ ਸੰਤਾਨ ਦੀ ਬਖਸ਼ਿਸ਼ ਕਰਨ ਵੇਲੇ ਵਿਧਾਤਾ ਦੀ ਉਦਾਰਤਾ ਹੱਦਾਂ ਬੰਨੇ ਟੱਪ ਗਈ। ਸਾਖੀਆਂ ਵਿੱਚ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਜਦੋਂ ਸੁਲੱਖਣੀ ਨੂੰ ਪੁੱਤਰ ਦਾ ਵਰਦਾਨ ਕਰਨ ਲੱਗੇ ਤਾਂ ਘੋੜੇ ਦੇ ਸੁੰਮ ਹਿਲਾਣ ਕਰਕੇ ਏਕੇ ਦੇ ਥਾਂ ਸਾਤਾ ਲਿਖਿਆ ਗਿਆ ਸੀ। ਪਰ ਇੱਧਰ ਤਾਂ ਦਾਤੇ ਦੀ ਦਿਲਾਦਤ ਉਦੋਂ ਵੀ ਅਗਾਂਹ ਲੰਘ ਗਈ। ਸ਼ਾਇਦ ਸਤਪਾਲ ਦਾ ਲੇਖ ਲਿਖਣ ਵੇਲੇ ਵਿਧਾਤਾ ਦੀ ਕਮਲ ਦਾ ਟੋਭਾ ਪੈ ਕੇ ਏਕੇ ਅੱਗੇ ਸਿਫਰ ਲੱਗ ਗਈ ਹੋਵੇ। ਮੁੰਡੇ ਬਾਅਦ ਕੁੜੀ, ਕੁੜੀ ਬਾਅਦ ਮੁੰਡਾ, ਜਿਉਂ ਇੱਕ ਵਾਰੀ ਇਹ ਸਿਲਸਿਲਾ ਸ਼ੁਰੂ ਹੋਇਆ ਕਿ ਮੁੜ ਖਤਮ ਹੋਣ ਵਿੱਚ ਨਾ ਆਇਆ। ਤੇ ਅੱਜ ਵਿਆਹ ਤੋਂ 10 ਵਰ੍ਹੇ ਬਾਅਦ ਉਸ ਦੇ ਪਲੇਠੀ ਦੇ ਮੁੰਡੇ ਦੀ ਉਮਰ 9 ਵਰ੍ਹਿਆਂ ਦੀ ਤੇ 6ਵੀਂ ਸੰਤਾਨ ਮੁੰਡਾ ਕੁੱਛੜ ਹੈ ਤੇ 7ਵਾਂ ਮੁੰਡਾ ਕਿ ਕੁੜੀ ਅਜੇ ਅਧੂਰੀ ਹਾਲਤ ਵਿੱਚ ਮਾਂ ਦੀਆਂ ਆਂਦਰਾਂ ਦੇ ਜਾਲ ਵਿੱਚ ਉਲਝਿਆ ਆਪਣੇ ਆਜ਼ਾਦ ਦੇਸ਼ ਨੂੰ ਦੇਖਣ ਲਈ ਕਾਹਲਾ ਪੈ ਰਿਹਾ ਹੈ। ਪ੍ਰਿਮਲਾ, ਜਿਹੜੀ 10 ਵਰ੍ਹੇ ਪਹਿਲਾਂ ਹੁਸਨ ਦੀ ਮਲਿਕਾ ਦੱਸੀ ਜਾਂਦੀ ਸੀ, ਹੱਡੀਆਂ ਦਾ ਢਾਂਚਾ ਦਿਖਾਈ ਦੇ ਰਹੀ ਹੈ। ਇਹੋ ਹਾਲ ਮਾਸਟਰ ਸਤਪਾਲ ਦਾ ਹੈ। ਕੀੜੀਆਂ ਕਾਂਡਿਆਂ ਵਾਂਗ ਬੱਚੇ ਘਰ ਵਿੱਚ ਕੁਰਬਲ ਕਰਦੇ ਫਿਰਦੇ ਨੇ ਤੇ ਗੰਦੇ ਚੀਥੜਿਆਂ ਵਿੱਚ ਲਿਪਟੇ ਹੋਏ। ਪਰ ਅਜੇ ਵੀ ਤਾਂ ਇਹ ਸਿਲਸਿਲਾ ਖਤਮ ਨਹੀਂ ਸੀ ਹੋ ਗਿਆ। ਕਿਹੜੀ ਚਰਜ ਗੱਲ ਹੈ ਜੋ ਵਿਧਾਤਾ ਦਾ ਵਰਦਾਨ ਵੀ ਸੁਣਦਾ ਚਲਾ ਜਾਵੇ। ਪ੍ਰਾਰਥਨਾ ਦਾ ਪੀਰੀਅਡ ਖਤਮ ਹੋਇਆ। ਮੁੰਡੇ ਆਪੋ ਆਪਣੀਆਂ ਕਲਾਸਾਂ ਵਿੱਚ ਚਲੇ ਗਏ। ਮਾਸਟਰ ਸਤਪਾਲ ਦੀ ਕਲਾਸ ਨੇ ਵਾਰੋ ਵਾਰੀ ਆਪਣਾ ਸਬਕ ਸੁਣਾਉਣਾ ਸ਼ੁਰੂ ਕੀਤਾ। ਪਹਿਲਾ ਮੁੰਡਾ ਮਾਸਟਰ ਸਤਪਾਲ ਦੇ ਸਾਹਮਣੇ ਖੜਾ ਸੁਣਾ ਰਿਹਾ ਸੀ। ਬੱਚਿਓ, ਤੁਸੀਂ ਆਜ਼ਾਦ ਦੇਸ਼ ਦੀ ਹੋਣਹਾਰ ਪਨੀਰੀ ਹੋ। ਤੁਸਾਂ ਹੀ ਵੱਡਿਆਂ ਹੋ ਕੇ ਦੇਸ਼ ਦੀ ਵਾਂਗ ਡੋਰ ਸੰਭਾਲਣੀ। ਚੱਲ ਬਸ ਕਰ। ਦੋਹਾਂ ਹੱਥਾਂ ਨਾਲ ਆਪਣੇ ਸਿਰ ਨੂੰ ਘੁੱਟਦਿਆਂ ਮਾਸਟਰ ਸਤਪਾਲ ਨੇ ਦੂਸਰੇ ਮੁੰਡੇ ਨੂੰ ਸੱਦਿਆ। ਉਹ ਸੁਣਾਉਣ ਲੱਗਾ, ਭਾਰਤ ਦੀ ਹਕੂਮਤ, ਜੋ ਅਸਲੀ ਅਰਥਾਂ ਵਿੱਚ ਰਾਮ ਰਾਜ ਹੈ, ਸਭ ਉੱਚੀਆਂ ਨੀਵੀਆਂ ਤੇ ਬਰਾਬਰਤਾ ਦਾ ਸਲੂਕ ਕਰਦੀ ਹੈ। ਇਹ ਰਾਜ ਵਿੱਚ ਕੋਈ ਭੁੱਖਾ, ਨੰਗਾ ਜਾਂ ਅਨਪੜ੍ਹ ਦਿਖਾਈ। ਬਸ ਕਰ। ਇੱਕ ਕਾਂਬੇ ਤੋਂ ਬਾਅਦ ਮਾਸਟਰ ਨੇ ਦਬਕਾ ਮਾਰ ਕੇ ਮੁੰਡੇ ਨੂੰ ਚੁੱਪ ਕਰਾ ਦਿੱਤਾ। ਤੀਜਾ ਸੁਣਾ ਰਿਹਾ ਸੀ, ਉਹ ਦਿਨ ਦੂਰ ਨਹੀਂ ਜਦੋਂ ਇਸ ਦੇਸ਼ ਵਿੱਚ ਦੁੱਧ ਘਿਓ ਦੀਆਂ ਨਦੀਆਂ। ਦਫਾ ਹੋ ਜਾ। ਡਬਲ ਇੱਟ ਵਰਗੀ ਕਾੜ ਕਰਦੀ ਆਵਾਜ਼ ਮੁੰਡੇ ਦੇ ਕੰਨਾਂ ਵਿੱਚ ਟਕਰਾਈ ਤੇ ਉਹ ਦੁਬਕ ਕੇ ਆਪਣੀ ਥਾਂ ਤੇ ਜਾ ਬੈਠਾ। ਚੌਥਾ ਪੜ੍ਹਨ ਲੱਗਾ, ਬੱਚਿਓ, ਤੁਹਾਡੇ ਮਾਪਿਆਂ ਦਾ ਫਰਜ਼ ਹੈ ਕਿ ਉਹ ਤੁਹਾਨੂੰ ਵਿੱਦਿਆ ਦੀ ਦੌਲਤ ਨਾਲ ਮਾਲਾ ਮਾਲ ਕਰ ਦੇਣ, ਕਿਉਂਕਿ ਕੱਲ੍ਹ ਨੂੰ ਤੁਸਾਂ ਹੀ ਸੁਭਾਸ਼, ਜਵਾਹਰ ਤੇ ਗਾਂਧੀ ਦੀਆਂ ਕੁਰਸੀਆਂ ਨੂੰ ਸੁਸ਼ੋਭਿਤ। ਬਕਵਾਸ ਬੰਦ ਕਰ। ਮਾਸਟਰ ਸਤਪਾਲ ਦੇ ਚਿਹਰੇ ਤੇ ਹਿੰਸਾ ਦਮਕ ਰਹੀ ਸੀ, ਜਿਸ ਨੂੰ ਤੱਕ ਕੇ ਮੁੰਡਾ ਸਹਿਮ ਗਿਆ। ਇਸ ਤੋਂ ਬਾਅਦ ਕਿ ਪੰਜਵਾਂ ਮੁੰਡਾ ਉੱਠਦਾ, ਮਾਸਟਰ ਸਤਪਾਲ ਕੁਰਸੀ ਤੋਂ ਉੱਠਿਆ ਤੇ ਲੜਖੜਾਉਂਦਾ ਹੋਇਆ ਬਾਹਰ ਨਿਕਲ ਕੇ ਹੈੱਡ ਮਾਸਟਰ ਪਾਸ ਜਾ ਪੁੱਜਾ। ਹੈੱਡ ਮਾਸਟਰ ਸਾਹਿਬ, ਤਬੀਅਤ ਬੜੀ ਖਰਾਬ ਹੈ, ਅੱਜ ਦੀ ਛੁੱਟੀ ਲਾ ਦੇਣੀ ਮੇਰੀ। ਧੰਨਵਾਦ। ਸਮਾਪਤ। ਅਗਲਾ ਭਾਗ ਲੱਛਮੀ ਪੂਜਾ। ਮੈਂ ਕਹਿੰਦੀ ਹਾਂ, ਇੱਕ ਖਿਲਾਰਾ ਤਾਂ ਮੁੱਕ ਲੈਣ ਦਿਆ ਕਰੋ। ਕੰਮ ਵਿੱਚ ਘੜੰਮ ਪਾ ਬਹਿੰਦੇ ਜੇ ਹੋਰ। ਚੁੱਪ ਬਕਵਾਸ ਨਾ ਕਰੀ ਜਾਇਆ ਕਰ। ਹਰ ਵੇਲੇ ਵੇਲਾ ਕੁਵੇਲਾ ਵੇਖੀਦਾ। ਕੰਮ ਵਿੱਚ ਘੜੰਮ ਤੇ ਸਗੋਂ ਤੂੰ ਪਾ ਦਿੱਤਾ ਆ ਕੇ। ਮਸੇ ਲੱਗਿਆ ਸੀ ਜਰਾ ਮੂਡ ਬਣਨ। ਖੁਰੀ ਪਿੱਛੇ ਮੱਤ ਜਨਾਨੀਆਂ ਦੀ। ਪਤਨੀ ਫੇਰ ਨਹੀਂ ਬੋਲੀ, ਉਵੇਂ ਹੀ ਮੂੰਹ ਲਟਕਾਈ ਬੁੜਬੁੜ ਕਰਦੀ ਪਿਛਾਂਹ ਮੁੜ ਗਈ। ਸੁਖਬੀਰ ਸਿੰਘ ਹੈ ਉਸਦਾ ਨਾਮ ਤੇ ਉਪਨਾਮ ਹੈ ਚੇਤਨ, ਅਰਥਾਤ ਦੋਹਾਂ ਨਾਵਾਂ ਵਾਲਾ ਆਦਮੀ। ਇਸ ਦੇ ਪਹਿਲੇ ਨਾਮ ਦਾ ਸੰਬੰਧ ਦੁਨੀਆ ਨਾਲ ਤੇ ਦੂਜੇ ਦਾ ਸਾਹਿਤ ਨਾਲ ਹੈ। ਆਪਣੇ ਤਬਕੇ ਵਿੱਚ ਮੰਨਿਆ ਹੋਇਆ ਸ਼ਾਇਰ, ਪਰ ਦੁਨੀਆਦਾਰੀ ਦੇ ਤੌਰ ਤੇ ਹਰ ਦੌੜ ਵਿੱਚ ਪਛੜਿਆ ਹੋਇਆ।
ਹਰ ਮੈਦਾਨ ਵਿੱਚੋਂ ਭੱਜਿਆ ਹੋਇਆ ਇੱਕ ਬਦਨਸੀਬ ਜਿਹਾ ਆਦਮੀ। ਜਾਂ ਇੰਝ ਸਮਝ ਲਓ ਕਿ ਸਰਸਵਤੀ ਦਾ ਵਰੋਸਾਇਆ ਤੇ ਲੱਛਮੀ ਦਾ ਸਰਾਪਿਆ ਹੋਇਆ। ਵਰ ਤੇ ਸ਼ਰਾਪ ਇਹ ਦੋਵੇਂ ਜਿਸ ਦੇ ਨਾਲ ਹੀ ਰਹਿੰਦੇ ਨੇ ਉਹ ਉਸਦੇ ਪਰਛਾਵੇਂ ਵਾਂਗ। ਚੇਤਨ ਦੀ ਕਵਿਤਾ ਜਿੱਥੇ ਸਾਹਿਤਕ ਅੰਬਰਾਂ ਵਿੱਚ ਤਾਰਾ ਬਣ ਕੇ ਚਮਕਦੀ ਹੈ, ਉੱਥੇ ਰੋਜੀ ਰਿਜ਼ਕ ਦਾ ਸਵਾਲ ਹਮੇਸ਼ਾ ਹੀ ਉਸ ਲਈ ਇੱਕ ਲੰਮੀ ਥਕਾਵੀਂ ਤੇ ਅਮੁੱਕ ਮੰਜ਼ਿਲ ਬਣਿਆ ਰਹਿੰਦਾ ਹੈ, ਜਿਹੜੀ ਮੰਜ਼ਿਲ ਦਾ ਉਸ ਲਈ ਕੋਈ ਨਾ ਕੋਈ ਆਦਿ ਹੈ, ਨਾ ਅੰਤ, ਨਾ ਅਤੀਤ, ਨਾ ਵਰਤਮਾਨ ਤੇ ਨਾ ਹੀ ਕੋਈ ਭਵਿੱਖ। ਉਹ ਜਿਨ੍ਹਾਂ ਕਾਲੇ ਰਾਹਾਂ ਤੇ ਅੱਜ ਆਪਣੇ ਕਦਮਾਂ ਨੂੰ ਘਸੀਟਦੇ ਵੇਖਦਾ ਹੈ, ਅੱਜ ਤੋਂ 10 ਸਾਲ ਪਹਿਲਾਂ ਵੀ ਇੱਦਾਂ ਹੀ ਵੇਖਦਾ ਸੀ ਤੇ ਸ਼ਾਇਦ ਅਨੰਤ ਦੀ ਉਕੜ ਛੋਹੀ ਮੰਜ਼ਿਲ ਤੀਕ ਇੱਦਾਂ ਹੀ ਵੇਖਦਾ ਚਲਾ ਜਾਵੇਗਾ। ਐਸਾ ਹੀ ਉਸਦਾ ਵਿਸ਼ਵਾਸ ਹੈ। ਤੇ ਚੇਤਨ ਦਾ ਕੰਮ ਰੁਜ਼ਗਾਰ, ਇਹ ਬੜਾ ਨਿਰਾਰਥਕ ਜਿਹਾ ਸਵਾਲ ਹੈ, ਜਾਂ ਜਿਸ ਦੇ ਜਵਾਬ ਇੰਨੇ ਬਹੁਤੇ ਨੇ ਕਿ ਸ਼ਾਇਦ ਚੇਤਨ ਇਹਨਾਂ ਦੀ ਗਿਣਤੀ ਕਰਦਾ ਕਰਦਾ ਭੁੱਲ ਜਾਵੇ। ਖਾਸ ਕਰਕੇ ਦੇਸ਼ ਦੀ ਵੰਡ ਤੋਂ ਬਾਅਦ, ਜਦ ਤੋਂ ਉਸ ਦੇ ਉਪਨਾਮ ਨਾਲ ਇੱਕ ਹੋਰ ਵਿਦੇਸ਼ੀ ਵਿਆਪੀ ਉਪਨਾਮ ਆ ਜੁੜਿਆ ਹੈ, ਰਿਫਿਊਜੀ ਜਾਂ ਸ਼ਰਨਾਰਥੀ ਜਾਂ ਪੀੜਤ, ਤਦ ਤੋਂ ਤਾਂ ਉਸ ਦੇ ਕੰਮਾਂ ਦਾ ਕੋਈ ਅੰਤ ਹੀ ਨਹੀਂ ਰਿਹਾ। 4 ਦਿਨ ਕੋਈ, 10 ਦਿਨ ਕੋਈ ਤੇ ਮਹੀਨਾ ਕੋਈ। ਪਰ ਅੱਜ ਕੱਲ੍ਹ ਉਹ ਜਿਸ ਕੰਮ ਵਿੱਚੋਂ ਆਪਣੇ ਤੇ ਆਪਣੇ ਟੱਬਰ ਦੇ ਪੇਟ ਲਈ ਈਂਧਣ ਪੈਦਾ ਕਰਦਾ ਹੈ, ਇਸ ਨੂੰ ਕੋਈ ਵੀ ਨਾਂ ਦਿੱਤਾ ਜਾ ਸਕਦਾ ਹੈ। ਆਰਟਿਸਟ, ਪਥੇਰਾ, ਕੁਮਿਹਾਰ ਆਦਿ। ਉਹ ਮਿੱਟੀ ਦੇ ਖਿਡੌਣੇ ਬਣਾਉਂਦਾ ਹੈ। ਸ਼ੁਰੂ ਤੋਂ ਹੀ ਉਹ ਥੋੜ੍ਹਾ ਬਹੁਤ ਨਕਾਸ਼ੀ ਤੇ ਮੁਸੱਫਰੀ ਨੂੰ ਮੂੰਹ ਮਾਰਦਾ ਸੀ, ਜਿਸ ਕਰਕੇ ਇਹ ਕੰਮ ਉਸਦੇ ਆੜੇ ਆ ਗਿਆ। ਵੰਡ ਤੋਂ ਬਾਅਦ ਜਿਸ ਤਰ੍ਹਾਂ ਦੇਸ਼ ਵਿੱਚੋਂ ਮੋਚੀ, ਜੁਲਾਹੇ, ਤੇਲੀ ਆਦਿ ਪੇਸ਼ਾਵਰ ਲੋਕਾਂ ਦੇ ਚਲੇ ਜਾਣ ਕਰਕੇ ਇਹਨਾਂ ਕੰਮਾਂ ਨੂੰ ਗੈਰ ਪੇਸ਼ੇਵਾਰਾਂ ਨੇ ਅਪਣਾ ਲਿਆ ਸੀ, ਇਸੇ ਤਰ੍ਹਾਂ ਇਹ ਖਿਡੌਣੇ ਸਾਜੀ ਦਾ ਪੇਸ਼ਾ ਵੀ ਜਦ ਯਤੀਮ ਰਹਿ ਗਿਆ ਤਾਂ ਕਈਆਂ ਗੈਰ ਪੇਸ਼ੇਵਾਰਾਂ ਨੇ ਇਸ ਦੀ ਸਰਪ੍ਰਸਤੀ ਸ਼ੁਰੂ ਕਰ ਦਿੱਤੀ। ਉਹਨਾਂ ਵਿੱਚੋਂ ਹੀ ਇੱਕ ਹੈ ਇਹ ਚੇਤਨ। ਚੇਤਨ ਨੂੰ ਦੂਜੇ ਕੰਮਾਂ ਨਾਲੋਂ ਇਹ ਕੰਮ ਪਸੰਦ ਜ਼ਰੂਰ ਹੈ, ਕਿਉਂਕਿ ਇਸ ਵਿੱਚ ਕੁਝ ਨਾ ਕੁਝ ਕੋਮਲ ਹੁਨਰ ਦੀ ਝਲਕ ਹੁੰਦੀ ਹੈ। ਪਰ ਜੇ ਆਮਦਨੀ ਵੱਲ ਵੇਖਿਆ ਜਾਵੇ ਤਾਂ ਇਸ ਵਰਗਾ ਨੇਸਤੀ ਕੰਮ ਹੋਰ ਕੋਈ ਨਹੀਂ ਦਿਸੇਗਾ। ਮਿੱਟੀ ਨਾਲ ਮਿੱਟੀ ਹੋਏ ਰਹਿਣਾ, ਉਸ ਨੂੰ ਗੁੰਨਣਾ, ਡੋਲਣਾ, ਪਕਾਉਣਾ, ਫਿਰ ਚਿੜਤਣਾ ਤੇ ਛੇਕੜ ਬਾਜ਼ਾਰ ਵਿੱਚ ਖਿਡੌਣਿਆਂ ਦਾ ਮੁੱਲ ਪੈਣਾ 3 ਆਨੇ ਤੋਂ ਲੈ ਕੇ 8 ਆਨੇ ਦਰਜਨ, ਅਰਥਾਤ 1 ਪੈਸੇ ਤੋਂ ਲੈ ਕੇ 3 ਪੈਸੇ ਖਿਡੌਣਾ। ਪਰ ਇਸ ਪੇਸ਼ੇ ਵਿੱਚ ਇੱਕ ਕੰਨੀ ਐਸੀ ਵੀ ਹੈ ਜਿਹੜੀ ਰੱਤੀ ਮਾਸਾਂ ਉਤਸ਼ਾਹ ਵਧਾਊ ਹੈ, ਅਰਥਾਤ ਦੀਵਾਲੀ ਦਾ ਤਿਉਹਾਰ। ਇਸ ਮੌਕੇ 'ਤੇ ਖਿਡੌਣੇ ਸਾਜ਼ਾਂ ਪਾਸ ਕਾਫੀ ਗਾਹੜ ਹੁੰਦੀ ਹੈ। ਦੀਵਾਲੀ ਨੇੜੇ ਹੋਣ ਕਰਕੇ ਚੇਤਨ ਲਈ ਵੀ ਅੱਜ ਕੱਲ੍ਹ ਗਾਹੜ ਮਾਹੜ ਦੇ ਦਿਨ ਸਨ। ਉਹ ਦੀਵਾਲੀ ਦੇ ਤਿਉਹਾਰ ਲਈ ਛੋਟੇ ਮੋਟੇ ਖਿਡੌਣਿਆਂ ਦੀ ਥਾਂ ਲੱਛਮੀ ਦੀਆਂ ਵੱਡੇ ਵੱਡੇ ਆਕਾਰ ਦੀਆਂ ਮੂਰਤੀਆਂ ਬਣਾਇਆ ਕਰਦਾ ਹੈ ਤੇ ਮਿੱਟੀ ਦੀਆਂ ਨਹੀਂ, ਗੱਚ ਇਟੈਲੀਅਨ ਪਲਾਸਟਰ ਦੀਆਂ। ਇਸ ਕੰਮ ਵਿੱਚ ਉਸ ਦਾ ਹੱਥ ਦੂਸਰੇ ਕਾਰੀਗਰਾਂ ਨਾਲੋਂ ਸਾਫ਼ ਹੈ, ਜਿਸ ਕਰਕੇ ਉਸ ਨੂੰ ਦੀਵਾਲੀ ਤੋਂ ਪਹਿਲਾਂ ਲੱਛਮੀ ਲਈ ਕਾਫੀ ਆਰਡਰ ਮਿਲ ਜਾਇਆ ਕਰਦੇ ਨੇ। ਪਰ ਐਤਕੀ ਦੀ ਦੀਵਾਲੀ ਸ਼ਾਇਦ ਉਸ ਨੂੰ ਸੋਝੀ ਨਹੀਂ। ਸੱਜੀ ਬਾਂਹ 'ਤੇ ਫੋੜਾ ਨਿਕਲ ਆਉਣ ਕਰਕੇ ਉਹ ਕੰਮ ਕਰਨ ਤੋਂ ਆਰੀ ਸੀ, ਜਿਸ ਕਰਕੇ ਉਸ ਨੇ ਇੱਕ ਅੱਧ ਆਰਡਰ ਤੋਂ ਵੱਧ ਨਹੀਂ ਸੀ ਲਿਆ। ਇਸ ਤੋਂ ਛੁੱਟ ਉਸ ਨੂੰ ਜਿਹੜਾ ਕੰਮ ਵੀ ਘੜਮ ਆ ਪਿਆ, ਇਹ ਸੀ ਕਿ ਇੱਕ ਕਵਿਤਾ ਦੀ ਫਰਮਾਇਸ਼। ਸਥਾਨਕ ਪਰਚੇ ਦੇ ਇੱਕ ਸੰਪਾਦਕ ਨੇ ਦੀਵਾਲੀ ਅੰਕ ਕੱਢਣਾ ਸੀ ਤੇ ਚੇਤਨ ਦੀ ਕਵਿਤਾ ਉਹ ਪਹਿਲੇ ਸਫ਼ੇ 'ਤੇ ਦੇਣਾ ਚਾਹੁੰਦਾ ਸੀ। ਚੇਤਨ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੰਮ ਨੂੰ ਪਹਿਲਾਂ ਖ਼ਤਮ ਕਰੇ ਕਿ ਘੜਮ ਨੂੰ, ਅਰਥਾਤ ਲੱਛਮੀ ਦੀਆਂ 2 ਦਰਜਨ ਮੂਰਤੀਆਂ ਮੁਕੰਮਲ ਕਰੇ ਕਿ ਕਵਿਤਾ ਲਿਖੇ। ਇਸ ਉੱਤੇ ਮੁਸੀਬਤ ਇਹ ਕਿ ਫੋੜਾ ਉਸਦੀ ਸੱਜੀ ਬਾਂਹ 'ਤੇ ਸੀ। ਚੇਤਨ ਸੋਚ ਰਿਹਾ ਸੀ ਕਿ ਮੂਰਤੀਆਂ ਪਾਸੋਂ ਵਰਦਾਨ ਮੰਗਿਆ ਜਾਏਗਾ ਜਾਂ ਜੋ ਲੱਛਮੀ ਉਹਨਾਂ ਦੀ ਪੂਜਾ 'ਤੇ ਨਿਹਾਲ ਹੋ ਕੇ ਉਹਨਾਂ ਨੂੰ ਹੋਰ ਬਹੁਤਾ ਚਾਂਦੀ ਸੋਨਾ ਦੇਵੇ, ਤੇ ਸ਼ਾਇਦ ਦੇਵੇਗੀ ਵੀ, ਕਿਉਂਕਿ ਉਹ ਭਗਤਾਂ ਉੱਤੇ ਹੀ ਬਹੁਤਾ ਹਮੇਸ਼ਾ ਨਿਹਾਲ ਹੁੰਦੀ ਹੈ। ਪਰ ਜਿਹੜਾ ਰਾਤਾਂ ਝਾਗ ਕੇ, ਪੀੜਾਂ ਸਹਾਰ ਕੇ ਇਸ ਦੀ ਰਚਨਾ ਕਰਦਾ ਹੈ, ਉਸਦੇ ਨਕਸ਼ਾਂ ਨੂੰ ਚਿਤਾਰਦਾ ਹੈ, ਇਸ ਵਿੱਚ ਝੁਬਕ ਸ਼ਕਤੀ ਭਰਦਾ ਹੈ, ਉਸ 'ਤੇ ਇੰਨੀ ਕਰੋਪੀ ਕਿਉਂ? ਚੇਤਨ ਆਪਣੀ ਦੁਖਦੀ ਤੇ ਚੀਸਾਂ ਮਾਰਦੀ ਬਾਂਹ ਨੂੰ ਸਾਰੇ ਜ਼ੋਰ ਨਾਲ ਹਰਕਤ ਦਿੰਦਾ ਹੋਇਆ ਬਰਾਬਰ ਮੂਰਤੀਆਂ
ਡੋਲੀ ਜਾ ਰਿਹਾ ਸੀ ਕਿ ਸੋਚੀ ਵੀ ਜਾ ਰਿਹਾ ਸੀ। ਸੋਚਦਿਆਂ ਅਚਾਨਕ ਉਸਦਾ ਧਿਆਨ ਹੋਰ ਪਾਸੇ ਚਲਾ ਗਿਆ। ਇਹ ਤਾਂ ਸਗੋਂ ਮੈਨੂੰ ਕਵਿਤਾ ਲਈ ਮਜ਼ਮੂਨ ਲੱਭ ਪਿਆ। ਲక్ష్ਮੀ ਪੂਜਾ, ਕਿੰਨੀ ਮੁਸ਼ਾਹਬਤ ਹੈ ਇਸ ਸਰਲੇਖ 'ਤੇ। ਮੇਰੇ ਇੰਨੇ ਖਿਆਲਾਂ ਵਿੱਚ ਕਵਿਤਾ ਬਣੇਗੀ ਕਿ ਇੱਕ ਵਾਰੀ ਦੇਸ਼ ਦੀ ਸੁੱਤੀ ਹੋਈ ਰੂਹ ਨੂੰ ਟੁੰਬ ਕੇ ਜਗਾ ਦੇਵੇਗੀ। ਪੜ੍ਹਨ ਵਾਲਿਆਂ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ ਅਤੇ ਉਹਨਾਂ ਨੂੰ ਸਮਝ ਪੈ ਜਾਵੇ ਕਿ ਦੇਸ਼ ਵਿਆਪੀ ਆਰਥਿਕ ਉਲਝਣਾਂ ਦਾ ਅਸਲ ਹੱਲ ਕਿੱਥੇ ਹੈ। ਉਹ ਲੋਕ ਖੁਦ ਮਹਿਸੂਸ ਕਰਨਗੇ ਕਿ ਲక్ష్ਮੀ ਦੌਲਤ ਨੂੰ ਬਣਾਉਂਦਾ ਕੌਣ ਹੈ ਅਤੇ ਇਸ ਨੂੰ ਵਰਸਾਉਂਦਾ ਕੌਣ ਹੈ। ਇਹ ਘੜੀਂਦੀ ਕਿੱਥੇ ਹੈ ਅਤੇ ਇਸ ਦੇ ਉਲਟ ਫੇਰ ਦਾ ਅਸਲ ਕਾਰਨ ਕੀ ਹੈ। ਬਿਮਾਰੀ ਦਾ ਅਸਲ ਇਲਾਜ ਕੀ ਹੈ। ਬੇਸ਼ੱਕ ਚੇਤਨ ਦਾ ਦਿਲ ਗਿੱਠਾਂ ਉਛਲ ਰਿਹਾ ਸੀ। ਕਵਿਤਾ ਬੇਨਜ਼ੀਰ ਬਣੇਗੀ ਅਤੇ ਬਣੇਗੀ ਵੀ ਟਾਈਟਲ ਦੇ ਸਫ਼ੇ ਦੇ ਛਪਣ ਦੇ ਲਾਇਕ। ਲక్ష్ਮੀ ਪੂਜਾ। ਤਾਂ ਮੈਨੂੰ ਪਹਿਲਾ ਘੰਟਾ ਲਾ ਕੇ ਕਵਿਤਾ ਦਾ ਕੰਮ ਖ਼ਤਮ ਕਰ ਲੈਣਾ ਚਾਹੀਦਾ ਹੈ। ਰਾਤ ਅਜੇ ਕਾਫੀ ਪਈ ਹੈ। ਆਪਣੇ ਦੁਆਲੇ ਦਾ ਖਿਲੇਰਾ ਵਿੱਚੇ ਛੱਡ ਕੇ ਚੇਤਨ ਉੱਠ ਖਲੋਤਾ। ਰੰਗਾਂ ਵਾਲੀਆਂ ਪਿਆਲੀਆਂ ਤੇ ਉਸ ਇੱਕ ਪਾਸੇ ਸਰਕਾ ਦਿੱਤੀਆਂ। ਬੁਰਸ਼ ਆਲੇ ਵਿੱਚ ਰੱਖ ਕੇ ਇੱਕ ਪੁਰਾਣੇ ਪਰਨੇ ਨਾਲ ਹੱਥ ਪੂੰਝ ਲਈ। ਡੋਲੀਆਂ ਤੇ ਅਣਡੋਲੀਆਂ ਮੂਰਤੀਆਂ ਨੂੰ ਅੱਗੇ ਪਿੱਛੋਂ ਸਮੇਟ ਕੇ ਤਾਂ ਜੋ ਕਿਸੇ ਠੋਕਰ ਨਾ ਲੱਗ ਜਾਵੇ, ਉਹ ਜਾ ਕੇ ਕਾਪੀ ਤੇ ਕਲਮ ਦਵਾਤ ਚੁੱਕ ਲਿਆਇਆ ਅਤੇ ਫਿਰ ਉਸੇ ਥਾਂ ਬੈਠ ਕੇ ਉਸਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ। ਲక్ష్ਮੀ ਪੂਜਾ। ਪਹਿਲਾ ਬੰਦ ਪੂਰਾ ਕਰਕੇ ਦੂਜੇ ਦੇ ਅੱਧ ਵਿੱਚ ਹੀ ਪੁੱਜਾ ਸੀ ਕਿ ਕਦਮਾਂ ਦੀ ਆਵਾਜ਼ ਸੁਣ ਕੇ ਉਸਦੀ ਕਲਮ ਰੁਕ ਗਈ। ਸ਼੍ਰੀਮਤੀ ਉਸਦੇ ਸਾਹਮਣੇ ਖੜ੍ਹੀ ਇੰਝ ਉਸ ਵੱਲ ਤੱਕ ਰਹੀ ਸੀ ਜਿਵੇਂ ਚੇਤਨ ਨੇ ਕੋਈ ਘਿਓ ਦਾ ਘੜਾ ਮੁੱਧਾ ਕਰ ਦਿੱਤਾ ਹੋਵੇ। ਮੈਂ ਕਹਿੰਦੀ ਹਾਂ, ਇਹ ਇੱਕ ਖਿਲਾਰਾ ਤੇ ਮੁਕਾ ਲੈਣ ਦਿਆ ਕਰੋ। ਕੰਮ ਵਿੱਚ ਘੜਮ ਪਾ ਬਹਿੰਦੇ ਜੇ ਹੋਰ। ਚੇਤਨ ਨੂੰ ਜਿਵੇਂ ਕਿਸੇ ਨੇ ਪਹਾੜ ਦੀ ਚੋਟੀ ਤੋਂ ਧੱਕਾ ਦੇ ਦਿੱਤਾ ਹੋਵੇ। ਉਸ ਦੀ ਕਲਪਨਾ ਮਸ਼ੀਨ ਵਿੱਚ, ਜਿਹੜੀ ਇਸ ਵੇਲੇ ਭਾਵਪੂਰਤ ਤੇ ਮਰਮ ਸਪਰਸ਼ੀ ਬੁਣਤਰ ਬੁਣੀ ਜਾ ਰਹੀ ਸੀ, ਸਾਰੀ ਉਧੜ ਪੁਧੜ ਕੇ ਤਾਰ ਹੋ ਗਈ। ਗੁੱਸੇ ਦੇ ਹਿਰਖ ਨਾਲ ਕੰਡਿਆਂ ਤੀਕ ਭਰ ਕੇ ਉਹ ਪਤਨੀ ਵੱਲ ਇੰਝ ਤੱਕਿਆ ਜਿਵੇਂ ਉਸ ਨੂੰ ਚੱਬ ਹੀ ਜਾਣਾ ਚਾਹੁੰਦਾ ਹੋਵੇ। ਚੁੱਪ ਬੱਕੜ ਵਾਹ ਨਾ ਕਰੀ ਜਾਇਆ ਕਰ ਐਵੇਂ। ਕੰਮ ਵਿੱਚ ਘੜਮ ਤੇ ਸਗੋਂ ਤੂੰ ਪਾ ਦਿੱਤਾ ਆ ਕੇ। ਮਸੇ ਲੱਗਿਆ ਸੀ ਜਰਾ ਮੂਡ ਬਣਨ। ਖੁਰੀ ਪਿੱਛੇ ਮੱਤ ਜਨਾਨੀਆਂ ਦੀ। ਪਤਨੀ ਫੇਰ ਨਹੀਂ ਬੋਲੀ, ਉਵੇਂ ਹੀ ਮੂੰਹ ਲਟਕਾਈ ਬੁੜਬੁੜ ਕਰਦੀ ਪਿਛਾਂਹ ਮੁੜ ਗਈ। ਚੇਤਨ ਨੇ ਸ਼ੁਕਰ ਕੀਤਾ ਬਲਾ ਟਲੀ। ਉਹ ਫੇਰ ਆਪਣੇ ਰੁਝੇਵੇਂ ਵਿੱਚ ਰੁੱਝ ਗਿਆ। ਪਰ ਸੁਰ ਤਲ ਜਿਹੜਾ ਪਤਨੀ ਦੇ ਸ਼ਬਦਾਂ ਨੇ ਬਖੇਰ ਦਿੱਤਾ ਸੀ, ਉਹ ਮੁੜ ਕੇ ਥਾਂ ਸਿਰ ਨਾ ਆ ਸਕਿਆ। ਜਿਉਂ ਹੀ ਉਹ ਅਗਲੀ ਸਤਰ ਲਿਖਣ ਲੱਗਦਾ, ਵਾਕਾਂ ਨੂੰ ਲੱਗਦਾ ਕਿ ਉਸਨੂੰ ਜਾਪਦਾ ਜਿਵੇਂ ਸ਼੍ਰੀਮਤੀ ਗਈ ਨਹੀਂ, ਬਰਾਬਰ ਉਸਦੇ ਸਿਰ 'ਤੇ ਆਪਣੇ ਵਾਕਾਂ ਨੂੰ ਦੁਹਰਾਈ ਜਾ ਰਹੀ ਹੈ। ਫਿਰ ਇਹਨਾਂ ਵਾਕਾਂ ਦੀਆਂ ਤਹੀਆਂ ਹੇਠੋਂ ਕਈ ਹੋਰ ਵਾਕ ਨਿਕਲਦੇ ਚਲੇ ਆ ਰਹੇ ਹਨ। ਛੇਤੀ ਮੁਕਾਓ ਨਾ ਕੰਮ ਨੂੰ, ਕੁੜੀ ਨੂੰ ਦਿਹਾਰ ਭੇਜਣਾ ਵੇ ਭਲਕੇ। ਸ਼ਹਿਰਦਾਰੀ ਦਾ ਕੰਮ ਏ। ਬੂਹੇ ਤੇ ਬੂਹੇ ਵੇ। ਕੀ ਕਹਿਣਗੇ ਕੁੜਮ। ਪਹਿਲੀ ਦੀਵਾਲੀ ਏ। ਗਰੀਬੀ ਕੁਝ ਤੇ ਕਰਨਾ ਹੀ ਪਵੇਗਾ ਨਾ। ਫਿਰ ਇਸ ਗੱਲ ਥੱਲਿਓਂ ਇੱਕ ਹੋਰ ਵਰ੍ਹੇ ਪਿੱਛੋਂ ਦਿਹਾਰ ਆਉਂਦਾ ਏ। ਕੋਈ ਰੋਜ਼ ਤੇ ਨਹੀਂ ਦੀਵਾਲੀ ਆਉਣੀ। ਦੂਜਿਆਂ ਵੱਲ ਤੱਕ ਨਿਆਣੇ ਹੌਂਕਾ ਭਰਦੇ ਨੇ। ਪਰ ਅੱਧ ਸੇਰ ਮਿਠਾਈ ਸਹੀ, 2-4 ਪਟਾਕੇ ਮਤਾਬੀਆਂ ਸਹੀ। ਕਾਪੀ ਚੇਤਨ ਦੇ ਗੋਡੇ ਉੱਤੇ ਖੁੱਲ੍ਹੀ ਪਈ ਸੀ। ਕਲਮ ਉਸਦੇ ਪੋਟਿਆਂ ਵਿੱਚ ਸੀ। ਪਰ ਲక్ష్ਮੀ ਪੂਜਾ ਦੇ ਸਿਰਲੇਖ ਥਲਵੀਂ ਉਹ ਹਿਰਦੇ ਛੂਹੀ ਕਵਿਤਾ, ਉਹ ਤਾਂ ਜਿਵੇਂ ਖੰਭ ਲਾ ਕੇ ਕਿਤੇ ਉੱਡ ਗਈ ਹੋਵੇ। ਕਵਿਤਾ ਕੋਈ ਜੰਗਲ ਦਾ ਸ਼ਿਕਾਰ ਤਾਂ ਨਹੀਂ ਜਿਸ ਨੂੰ ਭੱਜੇ ਹੋਏ ਨੂੰ ਕੋਈ ਨੱਠੋ ਭੱਜੀ ਨਾਲ ਜਾ ਘੇਰੇਗਾ। ਨਾ ਹੀ ਦਾਣਿਆਂ ਦੀ ਗੰਢੜੀ ਹੈ ਜਿਸ ਨੂੰ ਪਾਟ ਜਾਣ ਬਾਅਦ ਬੂੰਦਾਂ ਹੂੰਝ ਸੰਭਰ ਲਵੇਗਾ। ਕਵਿਤਾ ਤਾਂ ਉਹ ਇੱਛਿਆਧਾਰੀ ਪੰਛੀ ਹੈ ਜਿਹੜਾ ਮਰਜ਼ੀ ਨਾਲ ਹੀ ਤੁਹਾਡੇ ਬਨੇਰੇ 'ਤੇ ਬੋਲੇਗਾ ਅਤੇ ਜੇ ਇੱਕ ਵਾਰੀ ਉੱਡ ਗਿਆ ਤਾਂ 1000 ਢੰਗ ਵੀ ਉਸ ਨੂੰ ਮੋੜ ਨਹੀਂ ਸਕਣਗੇ। ਘੰਟਾ ਡੇਢ ਘੰਟਾ ਚੇਤਨ ਇਸੇ ਹਾਲਤ ਵਿੱਚ ਗੁਜ਼ਾਰ ਦਿੱਤਾ ਕਿ ਜਦ ਕਵਿਤਾ ਦੇ ਰਹੁ ਨੂੰ ਦੁਬਾਰਾ ਦਿਮਾਗ ਵਿੱਚ ਘਸੇੜਨ ਦੀ ਉਸ ਦੀ ਕੋਈ ਵੀ ਕੋਸ਼ਿਸ਼ ਕਾਮਯਾਬ ਨਾ ਹੋਈ ਤਾਂ ਉਸਨੇ ਕਾਪੀ ਇੱਕ ਪਾਸੇ ਰੱਖ ਦਿੱਤੀ। ਇਹ ਸੋਚਦਿਆਂ ਕਿ ਲక్ష్ਮੀ ਦੀਆਂ ਮੂਰਤੀਆਂ ਚਿੱਤਰਦਿਆਂ ਹੀ ਤਾਂ ਕਵਿਤਾ ਨੇ ਮੇਰੇ ਅੰਦਰ ਪ੍ਰਵੇਸ਼ ਕੀਤਾ। ਇੱਕ ਵਾਰੀ ਫੇਰ ਕਿਉਂ ਨਾ ਕੰਮ ਵਿੱਚ ਲੱਗ ਜਾਵਾਂ। ਸ਼ਾਇਦ ਅੱਗੇ ਵਾਂਗ ਵੇਰ ਰਹੁ ਬਣ ਜਾਵੇ। ਉਸ ਭੋਲੇ ਨੂੰ ਪਰ ਇਸ ਗੱਲ ਦਾ ਨਹੀਂ ਸੀ ਪਤਾ ਕਿ ਲక్ష్ਮੀ ਤੇ ਸਰਸਵਤੀ ਦਾ ਘੜੇ ਵੱਟੇ ਵਾਲਾ ਵੈਰ ਹੈ।
ਬੈਠਿਆਂ ਬੈਠਿਆਂ ਉਸਦੀ ਫੋੜੀ ਬਾਂਹ ਵਾਲੀ ਬਾਂਹ ਆਕੜ ਗਈ। ਜਦ ਉਸਨੇ ਹਿਲਾਉਣ ਜੁਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਜਾਪਿਆ ਜਿਵੇਂ ਕਿਸੇ 5-10 ਮਣਾਂ ਦੇ ਪੱਥਰ ਹੇਠ ਉਸਦੀ ਬਾਂਹ ਦੇ ਦਿੱਤੀ ਹੋਵੇ। ਇੱਕ ਥਾਂ ਤੋਂ ਚੁੱਕ ਕੇ ਦੂਜੀ ਥਾਂ ਰੱਖਣ ਵਿੱਚ ਉਸਦੀ ਜਾਨ ਨਿਕਲਦੀ ਸੀ। ਫਿਰ ਵੀ ਉਸ ਹਾਰ ਨਹੀਂ ਮੰਨੀ। ਰੰਗਾਂ ਵਾਲੀਆਂ ਪਿਆਲੀਆਂ ਉਸ ਨੇ ਨੇੜੇ ਕਰ ਲਈਆਂ, ਬੁਰਸ਼ ਸੰਭਾਲੇ, ਮੂਰਤੀਆਂ ਨੂੰ ਚੁੱਕ ਕੇ ਆਪੋ ਆਪਣੇ ਟਿਕਾਣੇ ਰੱਖ ਲਿਆ ਅਤੇ ਮੁੜ ਕੰਮ ਵਿੱਚ ਲੱਗ ਪਿਆ। ਪਰ ਉਸਦਾ ਮਨ ਨਹੀਂ ਜੁੜ ਸਕਿਆ। ਮਨ ਜਿਵੇਂ ਕਿਸੇ ਬਾਂਦਰ ਦੇ ਰੂਪ ਵਿੱਚ ਵੱਟ ਗਿਆ ਹੋਵੇ। ਟਪੂਸੀ ਮਾਰ ਕਵਿਤਾ ਵਿੱਚ, ਛਾਲ ਮਾਰ ਕੇ ਮੁਨਿਆਰ ਦੀ ਦੁਕਾਨ 'ਤੇ, ਹੜੱਪਾ ਮਾਰ ਕੇ ਐਡੀਟਰ ਦੇ ਦਫ਼ਤਰ ਵਿੱਚ। ਚੌਂਕ ਦੇ ਘੰਟਾ ਘਰ ਨੇ 2 ਵਜਾਏ। ਚੇਤਨ ਤ੍ਰਬਕ ਪਿਆ। ਉਸਨੂੰ ਯਾਦ ਨਹੀਂ ਸੀ ਆ ਰਿਹਾ ਕਿ ਪਿਛਲੇ 2-3 ਘੰਟੇ ਉਸਨੇ ਮੂਰਤੀਆਂ ਵਿਚਾਲੇ ਜਾਗਦਿਆਂ ਗੁਜ਼ਾਰੇ ਸਨ ਕਿ ਸੁੱਤਿਆਂ। ਪਰ ਉਸਨੂੰ ਇੰਨਾ ਪਤਾ ਸੀ ਕਿ ਕੰਮ ਜਿਉਂ ਦਾ ਤਿਉਂ ਪਿਆ ਹੈ। ਉਸਨੇ ਸਿਰ ਵਿੱਚ ਤਰਾਟਾਂ ਪੈ ਰਹੀਆਂ ਸਨ ਅਤੇ ਕੰਨਾਂ ਵਿੱਚ ਘੂੰ-ਘੂੰ ਹੋ ਰਹੀ ਸੀ। ਸਰੀਰ ਦਾ ਅੰਗ ਛੁੜਕਿਆ ਹੋਇਆ ਅਤੇ ਬਾਂਹ, ਇਹ ਤਾਂ ਜਿਵੇਂ ਸਾਰੀ ਦੀ ਸਾਰੀ ਇੱਕ ਵੱਡੇ ਸਾਰੇ ਫੋੜੇ ਦੇ ਰੂਪ ਵਿੱਚ ਬਦਲ ਗਈ ਹੋਵੇ। ਦੀਵੇ ਵਿੱਚ ਤੇਲ ਮੁੱਕ ਚੁੱਕਾ ਸੀ। ਕੇਵਲ ਬੱਤੀ ਸੜ ਰਹੀ ਸੀ। ਟਨ ਦੀਆਂ ਇਹਨਾਂ ਦੋਹਾਂ ਟਨਕਾਰਾਂ ਨੇ ਚੇਤਨ ਦੇ ਪਿੰਡੇ 'ਤੇ ਚਾਬਕ ਜੜ ਕੇ ਖਬਰਦਾਰ ਕਰ ਦਿੱਤਾ, ਮੂਰਖ, ਕੁੱਲ 4-5 ਘੰਟੇ ਬਾਕੀ ਰਹਿ ਗਏ ਨੇ ਅਤੇ ਤੇਰਾ ਕੰਮ ਅਜੇ ਗੋਹੜੇ ਦੇ ਵਿੱਚੋਂ ਪੂਣੀ ਵੀ ਨਹੀਂ ਛੋਹੀ ਗਈ। ਉਹ ਉੱਠ ਖਲੋਤਾ। ਉਸਨੇ ਮਹਿਸੂਸ ਕੀਤਾ ਜਿਵੇਂ ਹੁਣੇ ਘੇਰਨੀ ਆ ਕੇ ਬਸ ਡਿੱਗਾ ਤੇ ਕੀ ਡਿੱਗਾ। ਪਤਾ ਨਹੀਂ ਇਹ ਅਨੀਂਦੇ ਦਾ ਅਸਰ ਸੀ ਜਾਂ ਅਧੂਰੇ ਕੰਮ ਦੀ ਚਿੰਤਾ ਦਾ, ਜਾਂ ਕੁੜੀ ਦੇ ਦੀਵਾਰ ਅਥਵਾ ਨਿਆਣਿਆਂ ਦੀਆਂ ਮੰਗਾਂ ਦਾ। ਦੀਵੇ ਵਿੱਚ ਤੇਲ ਪਾਉਣ ਲਈ ਉਸਨੂੰ ਬੋਤਲ ਲੈਣ ਦੂਸਰੇ ਕਮਰੇ ਵਿੱਚ ਜਾਣਾ ਪਿਆ ਅਤੇ ਜਾਣ ਲੱਗਿਆ ਜਿਉਂ ਹੀ ਲੱਛਮੀ ਦੀ ਇੱਕ ਮੂਰਤ ਉੱਤੇ ਉਸਦਾ ਪੈਰ ਆਇਆ ਤਾਂ ਉਸਨੇ ਠੇਡਾ ਖਾ ਕੇ ਵੱਖੀ ਪਰਨੇ ਕੰਧ ਦੇ ਨਾਲ ਜਾ ਵੱਜਾ। ਉਸ ਦੀ ਫੋੜੇ ਵਾਲੀ ਬਾਂਹ ਬਿਲਬਿਲਾ ਉੱਠੀ। ਹੁਣ ਉਸ ਵਿੱਚ ਉੱਕਾ ਸਾਹ ਸੱਤ ਬਾਕੀ ਨਹੀਂ ਸੀ, ਨਾ ਮੂਰਤੀਆਂ ਬਣਾਉਣ ਜੋਗਾ, ਨਾ ਕਵਿਤਾ ਲਿਖਣ ਜੋਗਾ। ਉਹ ਡਿੱਗਦਾ ਢਹਿੰਦਾ ਮੰਜੇ ਤੀਕ ਕਿਸੇ ਤਰ੍ਹਾਂ ਅੱਪੜ ਗਿਆ। ਥਕਾਵਟ ਕਰਕੇ ਉਸਦੀਆਂ ਅੱਖਾਂ ਵਿੱਚ ਨੀਂਦ ਰੜਕ ਰਹੀ ਸੀ, ਪਰ ਬਾਂਹ ਦੀ ਪੀੜ ਨੇ ਇਸ ਨੂੰ ਭਜਾ ਦਿੱਤਾ ਸੀ। ਸਾਰੀ ਰਾਤ ਬਾਂਹ ਦੀਆਂ ਚੀਸਾਂ ਨੇ ਉਸਦੀ ਅੱਖ ਨਹੀਂ ਲੱਗਣ ਦਿੱਤੀ। ਅਨੀਂਦਾ, ਪੀੜ, ਚਿੰਤਾ, ਸਫਲਤਾ ਦਾ ਅਹਿਸਾਸ ਤੇ ਆਪਣੀ ਨਾਮੁਰਾਦੀ ਉੱਤੇ ਹਿਰਖ, ਇਹ ਸਾਰੇ ਮਨੋਵਿਕਾਰ ਆਪੋ ਵਿੱਚ ਮਿਲ ਕੇ ਵੱਖੋ ਵੱਖ ਸ਼ਕਲ ਬਣਾ ਕੇ ਉਸਦੇ ਦਿਮਾਗ ਦੁਆਲੇ ਘੁੰਮੀ ਗਏ। ਕਦੀ ਇਹ ਮੂਰਤੀਆਂ ਦੀ ਸ਼ਕਲ ਵਿੱਚ ਵੱਟ ਜਾਂਦੇ, ਕਦੀ ਕਵਿਤਾ ਦੇ ਰੂਪ ਵਿੱਚ ਅਤੇ ਕਦੀ ਹੋਰ ਆਕਾਰਾਂ ਵਿੱਚ। ਕਿਸੇ ਵੇਲੇ ਉਸ ਅੰਦਰੋਂ ਇੱਕ ਬਰੀਕ ਜਿਹੀ ਆਵਾਜ਼ ਉੱਠਦੀ, ਝੱਲਿਆ, ਤੂੰ ਜੂ ਲੱਛਮੀ ਦੇ ਸਿਰ ਉੱਤੇ ਪੈਰ ਰੱਖ ਕੇ ਉਸਦੀ ਬੇਅਦਬੀ ਕਰ ਦਿੱਤੀ। ਲੱਛਮੀ, ਜਿਸਦੀ ਭਲਕੇ ਲੋਕਾਂ ਨੇ ਸੋਨੇ ਚਾਂਦੀ ਨਾਲ ਪੂਜਾ ਕਰਨੀ ਸੀ, ਤੂੰ ਉਸ ਉੱਤੇ ਨਾਪਾਕ ਪੈਰ ਰੱਖ ਦਿੱਤਾ ਅਤੇ ਫਿਰ ਵੀ ਤੂੰ ਉਮੀਦ ਕਰਦਾ ਹੈ ਕਿ ਤੈਨੂੰ ਵਰਦਾਨ ਦੇਵੇਗੀ। ਵਰਦਾਨ ਦੇ ਹੱਕਦਾਰ ਉਸਦੇ ਪੁਜਾਰੀ ਹੀ ਹੋ ਸਕਦੇ ਨੇ, ਤੇਰੇ ਵਰਗੇ ਨਹੀਂ। ਪਰ ਇਹ ਖਿਆਲ ਬਹੁਤਾ ਚਿਰ ਉਸਦੇ ਅੰਦਰ ਨਹੀਂ ਠਹਿਰ ਸਕਿਆ। ਉਹ ਸੋਚ ਰਿਹਾ ਸੀ, ਜਿੰਨੇ ਪਿਆਰ, ਜਿੰਨੀ ਲਗਨ, ਜਿੰਨੀ ਸ਼ਰਧਾ ਨਾਲ ਮੈਂ ਲੱਛਮੀ ਦੀ ਪੂਜਾ, ਲੱਛਮੀ ਦੀ ਸੇਵਾ ਕੀਤੀ ਹੈ, ਇੰਨੀ ਤਾਂ ਜੁਗਾਂਤਰਾਂ ਦਾ ਪੁਜਾਰੀ ਵੀ ਨਹੀਂ ਕਰ ਸਕੇਗਾ। ਮੈਂ ਇਸਦੇ ਨਕਸ਼ਾਂ ਨੂੰ ਚਿਤਰਨ ਵੇਲੇ ਆਪਣੇ ਦਿਲ ਦਾ ਲਹੂ ਤੱਕ ਇਸਦੇ ਰੰਗ ਵਿੱਚ ਰਲਾ ਦਿੱਤਾ। ਮੈਂ ਇਸਦੀ ਨੁਹਾਰ ਦਿਲਕਸ਼ ਬਣਾਉਣ ਖਾਤਰ ਆਪਣੀਆਂ ਅੱਖਾਂ ਦੀ ਜੋਤ ਤੱਕ ਅਰਪਣ ਕਰਦਾ ਰਿਹਾ, ਪਰ ਇਸ ਬੇਰਹਿਮ ਦੇਵੀ ਨੂੰ ਕਦੀ ਵੀ ਮੇਰੇ ਹਾਲ 'ਤੇ ਤਰਸ ਨਾ ਆਇਆ। ਇਸਨੇ ਮੇਰੀ ਅਨੰਨ ਭਗਤੀ ਉੱਤੇ ਟੁੱਟ ਕੇ ਕਦੀ ਵੀ ਮੈਨੂੰ ਵਰਦਾਨ ਨਾ ਦਿੱਤਾ, ਸਗੋਂ ਇਸ ਤੋਂ ਉਲਟ ਮੈਂ ਹਮੇਸ਼ਾ ਇਸਦੀ ਕਰੋਪੀ ਦਾ ਹੀ ਸ਼ਿਕਾਰ ਬਣਿਆ ਰਿਹਾ, ਤਾਂ ਕਿ ਇਸਦੀਆਂ ਅੱਖਾਂ ਨੂੰ ਸੋਨੇ ਦੀ ਚਮਕ ਦੀ ਚੁੰਧਿਆ ਸਕਦੀ ਹੈ। ਕੀ ਇੱਕ ਸੱਚੇ ਪੁਜਾਰੀ ਦੀ ਇਹਦੇ ਦਿਲ ਵਿੱਚ ਕੋਈ ਕਦਰ ਨਹੀਂ? ਇਸ ਵੇਲੇ ਚੇਤਨ ਸਖਤ ਬੁਖਾਰ ਦੀ ਹਾਲਤ ਵਿੱਚ ਸੀ ਅਤੇ ਬੁਖਾਰ ਦੀ ਕੋਕੀ ਵਿੱਚ ਹੀ ਇਹੋ ਜਿਹੀਆਂ ਊਟ-ਪਟਾਂਗ ਗੱਲਾਂ ਸੋਚੀ ਜਾ ਰਿਹਾ ਸੀ। ਇਸੇ ਕੋਕੀ ਜਾਂ ਮਦਹੋਸ਼ੀ ਦੀ ਹਾਲਤ ਵਿੱਚ ਉਹ ਮੰਜੇ ਤੋਂ ਉੱਠ ਕੇ ਲੜਖੜਾਉਂਦਾ ਅਤੇ ਉੱਚੀ ਬੋਲਦਾ ਹੋਇਆ ਦੂਜੇ ਕਮਰੇ ਵੱਲ ਵਧਿਆ। ਜੇ ਇਸਦਾ ਦਿਲ ਇੰਨਾ ਕਠੋਰ ਹੈ, ਜੇ ਆਪਣੇ ਸੱਚੇ ਪੁਜਾਰੀਆਂ ਦੇ ਚਰਨ ਹਾਰਿਆਂ ਲਈ ਇਸਦੇ ਦਿਲ ਵਿੱਚ ਇਹੋ ਕਦਰ ਹੈ, ਤਾਂ ਮੈਂ ਅੱਜ ਤੋਂ ਇਸਦਾ ਖਹਿੜਾ ਛੱਡਿਆ। ਮੈਂ ਇਸ ਦੀ ਤੇ ਉਸਨੇ ਆਪਣੇ ਆਪ ਨੂੰ ਉਸੇ ਮੂਰਤੀਆਂ ਵਾਲੇ ਕਮਰੇ ਵਿੱਚ ਵੇਖਿਆ। ਲੱਛਮੀ ਦੀ ਇੱਕ ਮੂਰਤੀ ਉਸਦੇ ਹੱਥ ਵਿੱਚ ਸੀ ਅਤੇ ਇਸ ਤੋਂ ਪਹਿਲਾਂ ਕਿ ਉਹ ਉਸਨੂੰ ਕੰਧ ਨਾਲ ਮਾਰ ਕੇ ਠੀਕਰੀ ਕਰ ਦਿੰਦਾ, ਪਿੱਛੋਂ ਆ ਕੇ ਕਿਸੇ ਨੇ ਉਸਦੀ ਬਾਂਹ ਫੜ ਲਈ। ਸ਼ਾਇਦ ਉਸਦੀ ਬਕੜਵਾਹ ਸੁਣ ਕੇ ਪਤਨੀ ਦੀ ਜਾਗ ਖੁੱਲ੍ਹ ਗਈ ਸੀ। ਹਾਏ, ਮੈਂ ਮਰ ਗਈ, ਇਹ ਕੀ ਕਰਨ ਲੱਗੇ ਜੇ?
ਕੁਝ ਨਹੀਂ, ਪੂਜਾ ਕਰਨ ਲੱਗਾ ਹਾਂ ਲక్ష్ਮੀ ਦੀ। ਹੋਸ਼ ਕਰੋ, ਮੈਂ ਕਹਿੰਨੀ ਆ। ਅੱਗੇ ਤਾਂ ਪਤਾ ਨਹੀਂ ਕਿਹੜੇ ਪਾਪਾਂ ਨੂੰ ਫੜੇ ਹੋਏ ਹਾਂ। ਹੋਰ ਲੱਗੇ ਜੇ ਸ਼ਰਾਪ ਲੈਣ। ਪਤਨੀ ਦੇ ਹੱਥੋਂ ਮੂਰਤੀ ਫੜ ਕੇ ਮੰਜੇ ਵੱਲ ਤੁਰੀ। ਇਹੋ 5 ਠੱਪ ਤਾਪ। ਸਵੇਰੇ ਬਾਹਰੋਂ ਕਿਸੇ ਆਵਾਜ਼ ਮਾਰੀ, ਚੇਤਨ ਜੀ। ਕਵਿਤਾ। ਅੰਦਰੋਂ ਜਨਾਨਾ ਗਲੇ ਵਿੱਚੋਂ ਜਵਾਬ ਦਿੱਤਾ ਗਿਆ, ਜੀ ਉਹ ਤੇ ਸੁਰਤ ਹੀ ਨਹੀਂ ਕਰਦੇ, ਤਾਪ ਨਾਲ ਬੇਹੋਸ਼ ਪਏ ਨੇ। ਜਾ ਤੇਰਾ ਸੱਤਿਆਨਾਸ਼। ਕੰਬਖਤ ਨੇ ਨਾ ਅੱਗੇ ਜੋਗਾ ਛੱਡਿਆ ਨਾ ਪਿੱਛੇ ਜੋਗਾ, ਤੇ ਆਵਾਜ਼ ਦੇਣ ਵਾਲਾ ਇਹੋ ਜਿਹੀਆਂ ਸਲਵਾਤਾਂ ਸੁਣਾਉਂਦਾ ਚਲਾ ਗਿਆ। ਥੋੜ੍ਹੀ ਦੇਰ ਬਾਅਦ ਇੱਕ ਹੋਰ ਆਵਾਜ਼ ਆਈ, ਸੁਖਬੀਰ, ਉਹ ਸੁਖਬੀਰ। ਮੂਰਤੀਆਂ ਨਹੀਂ ਪਹੁੰਚਾਈਆਂ ਅਜੇ ਤੱਕ, ਉੱਧਰ ਗਾਹਕ ਮੁੜੇ ਜਾਂਦੇ ਨੇ। ਜਵਾਬ ਦਿੱਤਾ ਗਿਆ, ਜੀ ਉਹਨਾਂ ਨੂੰ ਤੇ ਰਾਤ ਦਾ 5 ਠੱਪ ਤਾਪ ਚੜ੍ਹਿਆ ਹੋਇਆ, ਪੱਥਰ ਦਾ ਪੱਥਰ ਹੋਏ ਪਏ ਨੇ। ਤੇ ਮੂਰਤੀਆਂ ਦਾ ਕੀ ਬਣਿਆ? ਉਹ ਤੇ ਅਧੂਰੀਆਂ ਹੀ ਪਈਆਂ ਨੇ। ਜਾ ਤੇਰੀਆਂ ਬੇੜੀਆਂ ਵਿੱਚ ਵੱਟੇ। ਕੋਈ ਧਰਮੇਮਾਨ ਹੁੰਦਾ ਇਹਨਾਂ ਲੋਕਾਂ ਦਾ। ਨਹੀਂ ਸੀ ਕੰਮ ਕਰਨਾ ਤਾਂ ਪਹਿਲਾਂ ਮਰਦਾ ਜੋ ਹੋਰ ਕਿਸੇ ਨੂੰ ਆਰਡਰ ਦਿੰਦੇ, ਤੇ ਇੱਦਾਂ ਹੀ ਬੁੜਬੁੜ ਕਰਦਾ ਉਹ ਵੀ ਵਾਪਸ ਚਲਾ ਗਿਆ। ਸਮਾਪਤ। ਨਾਨਕ ਸਿੰਘ ਦੀ ਕਿਤਾਬ ਸੁਪਨਿਆਂ ਦੀ ਕਬਰ ਦਾ ਅਗਲਾ ਭਾਗ, ਸਨੋਫਾਲ। ਦਸੰਬਰ ਦਾ ਛੇਕੜਲਾ ਪੱਖ ਹੋਣ ਕਰਕੇ ਸਾਰਾ ਪਹਾੜੀ ਪ੍ਰਦੇਸ਼ ਬਰਫ਼ ਦੀ ਚਿੱਟੀ ਚਾਦਰ ਹੇਠ ਕੱਜਿਆ ਪਿਆ ਸੀ, ਜਿਸ ਕਰਕੇ ਮੁਸਾਫਰਾਂ ਦੀ ਆਵਾਜਾਈ ਇੰਨੀ ਦਿਨੀ ਨਹੀਂ ਦੇ ਬਰਾਬਰ ਸੀ। ਜਿਹੜੀ ਕੋਈ ਇੱਕਾ ਦੁੱਕੀ ਬੱਸ ਪਠਾਨਕੋਟ ਤੋਂ ਡਲਹੌਜ਼ੀ ਨੂੰ ਜਾਂਦੀ ਸੀ, ਉਹ ਵੀ ਲਗਭਗ ਸੱਖਣੀ। ਨਿਰਾ ਸਰਦੀ ਕਰਕੇ ਹੀ ਨਹੀਂ, ਹੋਰ ਵੀ ਕਈ ਖਤਰੇ ਪੈਦਾ ਹੋ ਜਾਇਆ ਕਰਦੇ ਨੇ ਇਸ ਮੌਸਮ ਵਿੱਚ ਆਵਾਜਾਈ ਲਈ। ਲਾਗ ਪਾਸ ਦੀਆਂ ਉੱਚੀਆਂ ਪਹਾੜੀਆਂ, ਜਿਨ੍ਹਾਂ ਉੱਤੇ 6-6, 8-8, 10-10 ਫੁੱਟ ਬਰਫ਼ ਚੜ੍ਹ ਗਈ ਹੈ, ਕਈ ਵੇਰਾਂ ਅਚਾਨਕ ਹੀ ਸੈਂਕੜੇ ਮਣਾਂ ਬਰਫ਼ ਦਾ ਕੋਈ ਤੋਦਾ ਸੈਂਕੜੇ ਫੁੱਟਾਂ ਦੀ ਉਚਾਈ ਤੋਂ ਫਿਸਲਦਾ ਹੋਇਆ ਥੱਲੇ ਆ ਪੈਂਦਾ ਹੈ, ਜਿਸ ਨਾਲ ਸੜਕ ਦਾ ਬੰਦ ਹੋ ਜਾਣਾ ਤਾਂ ਸੁਭਾਵਕ ਹੁੰਦਾ ਹੈ। ਪਰ ਜੇ ਇਹ ਤੋਦਾ ਕਿਸੇ ਮੋਟਰ ਉੱਤੇ ਆ ਡਿੱਗੇ ਤਾਂ ਫਿਰ ਨਾ ਤਾਂ ਮੋਟਰ ਦਾ ਥਹੁ ਪਤਾ ਲੱਗਦਾ ਹੈ, ਨਾ ਸਵਾਰੀਆਂ ਦਾ। ਬਰਫ਼ ਤੇ ਖਤਰੇ ਤੋਂ ਛੁੱਟ ਇੱਕ ਹੋਰ ਖਤਰਾ ਵੀ ਅਕਸਰ ਇਸ ਰੁੱਤੇ ਪਹਾੜੀ ਸੜਕਾਂ ਲਈ ਬਣਿਆ ਰਹਿੰਦਾ ਹੈ ਤੇ ਇਹ ਬਰਫਾਨੀ ਧੁੰਦ, ਜਿਹੜੀ ਕਈ ਵਾਰੀ ਇਤਨੀ ਗਹਿਰੀ ਹੋ ਜਾਂਦੀ ਹੈ ਕਿ ਮੋਟਰ ਦੀਆਂ ਬੱਤੀਆਂ ਦਾ ਚਾਨਣ ਮਸੇ ਮੋਮਬੱਤੀ ਜਿੰਨਾ ਕੰਮ ਦਿੰਦਾ ਹੈ। ਇਸ ਹਾਲਤ ਵਿੱਚ ਡਰਾਈਵਰ ਪਾਸੋਂ ਰਤਾ ਜਿੰਨੀ ਉਕਾਈ ਹੋਈ ਤਾਂ ਸਭ ਕੁਝ ਸਮਾਪਤ। ਪਠਾਨਕੋਟ ਤੋਂ ਚੱਲੀ ਹੋਈ ਇਹ ਬੱਸ ਆਪਣਾ 4 ਘੰਟਿਆਂ ਦਾ ਸਫ਼ਰ 7-8 ਘੰਟਿਆਂ ਵਿੱਚ ਮੁਕਾ ਕੇ ਜਦ ਦੁਪਹਿਰੇ 3 ਵਜੇ ਬਣੀ ਖੇਤ ਦੇ ਘਾਟੀ ਵਿੱਚ ਦਾਖਲ ਹੋਈ ਤਾਂ ਸਵਾਰੀਆਂ ਦੀ ਕਿਤੇ ਜਾਨ ਵਿੱਚ ਜਾਨ ਆਈ। ਮਾਨੋ ਮੌਤ ਦੀਆਂ ਦਹਾੜਾਂ ਹੇਠੋਂ ਜਿਉਂਦੇ ਜਾਗਦੇ ਨਿਕਲ ਆਏ ਹੋਣ। ਸਭੋ ਕੁਝ ਰਲਾ ਕੇ 4-5 ਸਵਾਰੀਆਂ ਸਨ ਇਸ ਮੋਟਰ ਵਿੱਚ। ਮੋਟਰ ਦਾ ਅੰਤਮ ਪੜਾਅ ਭਾਵੇਂ ਡਲਹੌਜ਼ੀ ਹੈ, ਪਰ ਬਰਫ਼ਾਂ ਸ਼ੁਰੂ ਹੋ ਜਾਣ ਕਰਕੇ ਅੱਜ ਕੱਲ੍ਹ ਇਹ ਬਣੀ ਖੇਤ ਤੋਂ ਅੱਗੇ ਨਹੀਂ ਜਾ ਸਕਦੀਆਂ, ਜਿਸ ਕਰਕੇ ਡਲਹੌਜ਼ੀ ਦੀਆਂ ਸਵਾਰੀਆਂ ਨੂੰ ਅਗਲਾ 5 ਕੁ ਮੀਲ ਦਾ ਸਫ਼ਰ ਜਾਂ ਤਾਂ ਪੈਦਲ ਕਰਨਾ ਪੈਂਦਾ ਜਾਂ ਘੋੜਿਆਂ ਟੱਟੂਆਂ 'ਤੇ। ਕਦੇ ਕਦਾਈ ਕੋਈ ਕਾਰ ਜਾਂ ਜੀਪ ਭਾਵੇਂ ਜਾਂਦੀ ਆਉਂਦੀ ਨਜ਼ਰੀ ਪੈ ਜਾਵੇ। ਸਰਦੀ ਕੜਾਕੇ ਦੀ ਪੈ ਰਹੀ ਸੀ। ਇਸ ਉੱਤੇ ਬੱਦਲਵਾਈ ਨੇ ਮੌਸਮ ਨੂੰ ਹੋਰ ਵੀ ਸਿੱਲਾ ਬਣਾ ਦਿੱਤਾ ਸੀ। ਡਲਹੌਜ਼ੀ ਲਾਗਲੀਆਂ ਪਹਾੜੀਆਂ ਉੱਤੇ ਪਿਛਲੇ ਕਈ ਦਿਨਾਂ ਤੋਂ ਬਰਫ਼ ਪੈ ਰਹੀ ਸੀ, ਪਰ ਬਣੀ ਖੇਤ ਦਾ ਇਲਾਕਾ ਨੀਵਾਂ ਹੋਣ ਕਰਕੇ ਅਜੇ ਤੀਕ ਬਚਿਆ ਹੋਇਆ ਸੀ। ਗੱਡੀ ਦੇ ਰੁਕਦਿਆਂ ਹੀ ਵਿਚਲੀਆਂ ਸਵਾਰੀਆਂ ਵਿੱਚ ਹਰਕਤ ਆ ਗਈ। ਇਹ ਆਪੋ ਆਪਣੇ ਪੱਟੂਆਂ ਕੰਬਲਾਂ ਦੀਆਂ ਬੁੱਕਲਾਂ ਢਿੱਲੀਆਂ ਕਰਦੇ ਹੋਏ ਉਹ ਇੰਜ ਜ਼ੋਰ ਲਾ ਕੇ ਲਾਰੀ ਵਿੱਚ ਸਰਕਣ ਲੱਗੇ ਜਿਵੇਂ ਸਰਦੀ ਨਾਲ ਜੰਮ ਹੀ ਗਏ ਹੋਣ। ਇੰਜਣ ਵਾਂਗ ਸਭਨਾਂ ਦੀਆਂ ਨਾਸਾਂ ਵਿੱਚੋਂ ਧੂੰਏਂ ਦੀਆਂ ਲੰਮੀਆਂ ਤੇਜ਼ ਧਾਰਾਂ ਨਿਕਲ ਕੇ ਬਾਹਰਲੀ ਸਿੱਲੀ ਹਵਾ ਵਿੱਚ ਰਲਦੀਆਂ ਜਾ ਰਹੀਆਂ ਸਨ। ਸਭ ਤੋਂ ਪਹਿਲਾਂ ਇੱਕ ਕੋਈ ਸਰਕਾਰੀ ਮੁਲਾਜ਼ਮ ਨਿਕਲਿਆ, ਜਿਸ ਨੇ ਕਾਗਜ਼ਾਂ ਪੱਤਰਾਂ ਦੀ ਇੱਕ ਫਾਈਲ ਕੱਛੇ ਮਾਰੀ ਹੋਈ ਸੀ, ਜਿਹੜੀਆਂ ਉਸਦੇ ਮਿੱਟੀ ਰੰਗੇ ਕੰਬਲ ਹੇਠੋਂ ਪਛਾਂ ਵੱਲ ਇੰਜ ਵਧੀ ਹੋਈ ਸੀ ਜਿਵੇਂ ਕੁੱਬ ਨਿਕਲਿਆ ਹੋਇਆ ਹੋਵੇ। ਉਹ ਐਨਕ ਦੇ ਸ਼ੀਸ਼ਿਆਂ ਨੂੰ ਆਪਣੀ ਖਾਕੀ ਪਗੜੀ ਦੇ ਸ਼ਮਲੇ ਨਾਲ ਘੜੀ ਮੁੜੀ ਪੂੰਝਦਾ, ਪਰ ਗਿੱਲੀ ਹਵਾ ਮੁੜ ਉਹਨਾਂ ਅੱਗੇ ਪਾਣੀ ਦੀ ਤਹਿ ਜਮਾ ਦਿੰਦੀ ਸੀ। ਇਸ ਤੋਂ ਬਾਅਦ ਇੱਕ ਮਾੜਚੂ ਜਿਹਾ ਲਾਲ ਪਗੜੀਆ ਪਹਾੜੀਆ ਉਤਰਿਆ, ਜਿਹੜਾ ਆਪਣੇ ਨਾਲ ਟਿਕਾਏ ਹੋਏ ਕਈ ਬਲੇਚੇ ਆਦਿ ਸੰਦਾਂ ਤੋਂ PWD ਦਾ ਬੇਲਦਾਰ ਮਾਲੂਮ ਹੁੰਦਾ ਸੀ। ਉਹ ਕੁੜਤੇ ਦੀ ਮੋਕਲੀ ਬਾਂਹ ਨਾਲ ਆਪਣੀਆਂ ਮੁੱਛਾਂ ਤੋਂ ਭਾਪ ਦੀ ਗਿੱਲ ਪੂੰਝ ਰਿਹਾ ਸੀ।
ਫਿਰ ਇੱਕ ਵਪਾਰੀ ਕਿਸਮ ਦਾ ਲਾਲਾ ਉਤਰਿਆ, ਜਿਹੜਾ ਪਕੇਰੀ ਉਮਰ ਦਾ ਹੋਣ ਕਰਕੇ ਸਰਦੀ ਕੁਝ ਜ਼ਿਆਦਾ ਮਹਿਸੂਸ ਕਰ ਰਿਹਾ ਸੀ। ਆਪਣਾ ਬਦਾਮੀ ਰੰਗਾ ਧੂਸਾ ਉਸਨੇ ਸਰੀਰ ਦੁਆਲੇ ਖੂਬ ਘੁੱਟ ਕੇ ਲਪੇਟਿਆ ਹੋਇਆ ਸੀ ਤੇ ਘੁੰਡਰ ਮਾਰੇ ਵਿੱਚੋਂ ਕੇਵਲ ਉਸਦੀਆਂ ਪੌਣੀਆਂ 2 ਅੱਖਾਂ ਹੀ ਨੰਗੀਆਂ ਸਨ। ਪੌਣੀਆਂ 2 ਇਸ ਕਰਕੇ ਕਿ ਉਹ ਜਰਾ ਭੈਂਗ ਮਾਰ ਕੇ ਧੱਕਦਾ ਸੀ। ਸਭ ਤੋਂ ਛੇਕੜ ਇੱਕ ਬਾਬੂ ਟਾਈਪ ਦਾ ਗੱਭਰੂ ਉਤਰਿਆ, ਖੂਬ ਰਿਸ਼ਟ ਪੁਸ਼ਟ ਤੇ ਮੋਟਾ ਤਾਜ਼ਾ। ਪਹਿਨੇ ਹੋਏ ਕੱਪੜਿਆਂ ਦੀ ਬਹੁਤਾਤ ਕਰਕੇ ਉਸਦਾ ਸਰੀਰ ਅਸਲ ਨਾਲੋਂ ਕੁਝ ਫੁੱਲਿਆ ਹੋਇਆ ਜਾਪਦਾ ਸੀ। ਉਸਦੇ ਹੱਥਾਂ ਵਿੱਚ ਕੂਲੀ ਜੱਤ ਵਾਲੇ ਦਸਤਾਨੇ ਸਨ। ਗੱਡੀ ਦੇ ਬੂਹੇ ਤੋਂ ਉਹ ਫਸਾ ਕੇ ਜਰਾ ਔਖਿਆਈ ਨਾਲ ਨਿਕਲਿਆ। ਫਸਣ ਦੇ 2 ਕਾਰਨ ਸਨ। ਇੱਕ ਤਾਂ ਉਸਦਾ ਭਾਰੀ ਓਵਰਕੋਟ, ਦੂਜਾ ਹੱਥ ਵਿੱਚ ਫੜਿਆ ਗਲ ਵਿੱਚ ਲਟਕਾਇਆ ਹੋਇਆ ਨਿੱਕਾ ਮੋਟਾ ਸਮਾਨ, ਅਟੈਚੀ, ਕੈਮਰਾ, ਥਰਮਾਸ, ਟਿਫਨ ਕੈਰੀਅਰ ਆਦਿ। ਫਿਰ ਵੀ ਕੁਝ ਚੀਜ਼ਾਂ ਉਸਦੀ ਸੀਟ ਥੱਲੇ ਪਈਆਂ ਰਹਿ ਗਈਆਂ, ਜਿਨ੍ਹਾਂ ਨੂੰ ਇੱਕੋ ਵਾਰੀ ਚੁੱਕਣਾ ਉਸ ਲਈ ਸੌਖਾ ਨਹੀਂ ਸੀ। ਛਤਰੀ, ਪਹਾੜੀ ਸਫ਼ਰ ਲਈ ਇੱਕ ਬੁਰਸ਼ੀ ਨੁਮਾ ਸੋਟੀ ਇਤਿਆਦਿ। ਬਾਬੂ ਦਾ ਖਿਆਲ ਸੀ ਕਿ ਗਰਮੀਆਂ ਵਾਂਗ ਹੁਣ ਵੀ ਬੱਸ ਦੇ ਤੁਰਦਿਆਂ ਹੀ ਕੂਲੀਆਂ ਦੀ ਢਾਣੀ ਆ ਜੁੜੇਗੀ, ਪਰ ਉੱਥੇ ਤਾਂ ਕੂਲੀ ਦਾ ਕਿਤੇ ਨਾਂ ਥੇ ਨਹੀਂ ਸੀ। ਪਰ ਉਹ ਕੁਝ ਘਬਰਾਈ ਜਿਹੀ ਨਜ਼ਰ ਇੱਧਰ ਉੱਧਰ ਝਾਕਣ ਲੱਗਾ। ਉਧਰ ਕਲੀਨਰ ਗੱਡੀ ਦੀ ਛੱਤ 'ਤੇ ਖੜ੍ਹਾ ਠਿੱਠਰਦੀ ਆਵਾਜ਼ ਵਿੱਚ ਪੁਕਾਰ ਰਿਹਾ ਸੀ, "ਇਹ ਜਨਾਬ ਫੜੋ ਆਪਣਾ ਅਸਬਾਬ, ਮੇਰਾ ਤੇ ਪਿੰਡਾ ਵੀ ਆਕੜ ਗਿਆ ਠੰਡ ਨਾਲ।" ਬਾਬੂ ਲਾਰੀ ਦੇ ਪਿਛਲੇ ਪਾਸੇ ਵੱਲ ਪਰਤਿਆ, ਪਰ ਏਡਾ ਵੱਡਾ ਬਿਸਤਰਾ ਤੇ ਭਾਰੀ ਟਰੰਕ ਉਹ ਕੀਕਣ ਥੰਮਦਾ, ਜਦ ਕਿ ਪਹਿਨੇ ਹੋਏ ਓਵਰਕੋਟ ਕਰਕੇ ਬਾਹਾਂ ਉਤਾਂਹ ਚੁੱਕਣੀਆਂ ਵੀ ਵਿਚਾਰੇ ਲਈ ਦੁੱਭਰ ਸਨ। ਕਲੀਨਰ ਦੇ ਜਵਾਬ ਵਿੱਚ ਉਸ ਪੁੱਛਿਆ, "ਕਿਉਂ ਬਾਈ, ਅੱਜ ਕੁੱਲੀ ਕੋਈ ਦਿਖਾਈ ਨਹੀਂ ਦਿੰਦਾ, ਕਿੱਧਰ ਮਰ ਗਏ?" ਕਲੀਨਰ ਨੇ ਹੋਰ ਛਿੱਦੀਆਂ ਪੈ ਜਵਾਬ ਦਿੱਤਾ, "ਕੁਲੀ ਅੱਜ ਕੱਲ੍ਹ ਘੱਟ ਵੱਧ ਹੀ ਮਿਲਦੇ ਨੇ ਬਾਬੂ ਜੀ। ਉਹ ਪਰਲੇ ਬਰਾਂਡੇ ਵਿੱਚ ਜਾ ਕੇ ਵੇਖੋ, ਜੇ ਕੋਈ ਹੋਵੇ।" ਗੁੱਸੇ ਵਿੱਚ ਬੁੜਬੁੜਾਉਂਦਾ ਹੋਇਆ ਉਹ ਬਰਾਂਡੇ ਵੱਲ ਵਧਿਆ, ਜਿੱਧਰ ਕਲੀਨਰ ਨੇ ਸੰਕੇਤ ਕੀਤਾ ਸੀ। ਉੱਚਰ ਤੀਕ ਕਲੀਨਰ ਗੁੱਸਾ ਖਾ ਕੇ ਛੱਤ ਤੋਂ ਉਤਰ ਗਿਆ। ਉੱਥੇ ਜਾ ਕੇ ਉਸ ਤੱਕਿਆ, ਇੱਕ ਨੁੱਕਰੇ ਕੋਈ ਗੁੱਛਾ ਮੁੱਛਾ ਹੋਇਆ ਪਿਆ ਸੀ ਇੱਕ ਖੁੱਥੜ ਜਿਹੀ ਲੋਈ ਵਿੱਚ, ਜਿਸ ਨੂੰ ਉਠਾਲਣ ਲਈ ਬਾਬੂ ਨੂੰ ਆਵਾਜ਼ ਦੇਣ ਦੀ ਲੋੜ ਨਾ ਪਈ। ਸ਼ਾਇਦ ਬੂਟਾਂ ਦੀ ਬਿੜਕ ਨੇ ਉਸਦੀ ਗੰਢੜੀ ਵਿੱਚ ਹਰਕਤ ਲੈ ਆਂਦੀ। ਫਿਰ ਇੱਕ ਚਮਸੁੱਕੜ ਜਿਹਾ ਸਰੀਰ ਇੰਜ ਉਸ ਵਿੱਚ ਬੁੜਕ ਪਿਆ, ਜਿਵੇਂ ਕਿਸੇ ਸਪਰਿੰਗ ਨੇ ਉਛਾਲ ਦਿੱਤਾ ਹੋਵੇ। "ਸਲਾਮ ਸਾਹਬ," ਕੁਲੀ ਨੇ ਆਪਣੀਆਂ ਅੱਧ-ਨੰਗੀਆਂ ਲੱਤਾਂ 'ਤੇ ਖੜ੍ਹਿਆਂ ਹੋ ਕੇ ਬੜੇ ਅਦਾਬ ਨਾਲ ਸਿਰ ਝੁਕਾਇਆ। "ਕੁਲੀ ਚਾਹੀਏ?" "ਹਾਂ।" "ਚਲੀਏ ਸਾਹਬ।" ਆਪਣੀ ਰੱਸੀ 'ਤੇ ਇੱਕ ਵਿੰਗੀ ਜਿਹੀ ਸੋਟੀ ਨੂੰ ਭੁੰਜਿਓਂ ਚੁੱਕਦਾ ਕੁਲੀ ਨੇ ਕਿਹਾ, ਤੇ ਫਿਰ ਉਸਦੇ ਮਗਰ ਤੁਰ ਪਿਆ। ਉਮਰੋਂ ਜਵਾਨ ਹੋਣ 'ਤੇ ਵੀ ਸਰੀਰਕ ਤੌਰ 'ਤੇ ਕੁਲੀ ਬੁੱਢ ਵਰੇਸ ਜਾਪਦਾ ਸੀ। ਉਸਨੇ ਇੱਕ ਮੈਲਾ ਕੁਚੈਲਾ ਠੰਡਾ ਕੋਟ ਪਹਿਨਿਆ ਹੋਇਆ ਸੀ। ਭਾਰ ਚੁੱਕਦੇ ਰਹਿਣ ਕਰਕੇ ਮੋਢਿਆਂ ਤੇ ਪਿੱਠ ਵੱਲੋਂ ਉਸਦੇ ਪਛੜੇ ਲੱਥੇ ਹੋਏ ਸਨ, ਸੋ ਵੀ ਅਸਲੋਂ ਹੀ ਲੂੰਡਾ ਜਿਹਾ ਫਤੂਹੀ ਮਾਤਰ। ਉਸਦੇ ਤੇੜ ਵਾਲਾ ਪਜਾਮਾ ਗੋਡਿਆਂ ਤੋਂ ਉੱਡਿਆ ਹੋਇਆ ਸੀ। ਜੁੱਤੀ ਦਾ ਵੀ ਲਗਭਗ ਇਹੋ ਹਾਲ। ਕਲੀਨਰ ਨੂੰ ਦੁਬਾਰਾ ਛੱਤ 'ਤੇ ਚੜ੍ਹਨਾ ਪਿਆ ਤੇ ਸਮਾਨ ਇੰਜ ਗੁੱਸੇ ਨਾਲ ਉਸ ਲਮਕਾਇਆ ਕਿ ਕੁਲੀ ਵਿਚਾਰਾ ਮੁਸ਼ਕਲ ਨਾਲ ਸੰਭਾਲ ਸਕਿਆ। ਇੱਚਰ-ਤੀਕ ਬਾਬੂ ਨੇ ਅੰਦਰਲਾ ਬਚਿਆ ਕੁਚਿਆ ਸਮਾਨ ਕੱਢ ਲਿਆ। "ਕਿੱਥੇ ਜਾਣਾ ਸਾਹਬ?" ਕੁਲੀ ਨੇ ਰੱਸਿਆਂ ਦੇ ਵਲਾਵੇਂ ਖੋਲ੍ਹਦਿਆਂ ਪੁੱਛਿਆ। "ਡਲਹੌਜੀ ਜਾਏਗਾ?" "ਪੈਦਲ ਸਾਹਬ?" "ਹਾਂ ਪੈਦਲ। ਪਰ ਸਾਹਬ ਮੌਸਮ ਬਹੁਤ ਖਰਾਬ ਹੈ।" "मौसम बहुत अच्छा है। कितनी दूर है डलहौजी?" "कुछ 5 मील है ना।" "डोंट माइंड फॉर दैट, ਫਿਕਰ ਮਤ ਕਰੋ।" ਬਹੁਤ ਸਾਰੇ ਪੰਜਾਬੀ ਜੈਂਟਲਮੈਨਾਂ ਦੀ ਆਦਤ ਹੁੰਦੀ ਹੈ ਕਿ ਜਦੋਂ ਉਹ ਕਿਸੇ ਗਰੀਬ ਗੁਰਬੇ ਨਾਲ ਗੱਲ ਕਰਨ ਤਾਂ ਉਹਨਾਂ ਦੀ ਜ਼ਬਾਨਦਾਨੀ ਵਿੱਚ ਪੰਜਾਬੀ ਦੇ ਥਾਂ ਗੰਗਾ ਜਮਨੀ ਕਿਸਮ ਦਾ ਰੰਗ ਆ ਜਾਂਦਾ ਹੈ, ਉਰਦੂ ਤੇ ਅੰਗਰੇਜ਼ੀ ਦਾ ਮਿਲਗੋਭਾ ਜਿਹਾ। ਇਹ ਬਾਬੂ ਸਾਹਿਬ ਵੀ ਉਹਨਾਂ ਹੀ ਪੰਜਾਬੀਆਂ ਵਿੱਚੋਂ ਸਨ। ਕੁਲੀ ਕੁਝ ਜੱਕੋ ਤੱਕਿਆ ਵਿੱਚ ਪੈ ਗਿਆ। ਇੱਕ ਤਾਂ ਭਾਰ ਤਕੜਾ ਸੀ, ਦੂਜਾ 5 ਮੀਲ ਦੀ ਸਖਤ ਚੜ੍ਹਾਈ ਤੇ ਤੀਜਾ ਮੌਸਮ ਦੀ ਖਰਾਬੀ। ਪਰ ਦੂਜੇ ਪਾਸੇ ਸੀ ਪੇਟ ਦਾ ਸਵਾਲ। ਇੰਨੀ ਦਿਨੀ ਮਜ਼ਦੂਰੀ ਵੀ ਤਾਂ ਭਾਗਾਂ ਨਾਲ ਹੀ ਮਿਲਦੀ ਸੀ। ਛੇਕੜ ਉਸਨੇ ਆਪਣੀ ਰੱਸੀ ਫੈਲਾ ਕੇ 4 ਭਾਰ ਬੰਨ੍ਹਣਾ ਸ਼ੁਰੂ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਉਹ ਦੋਵੇਂ ਸੜਕੇ ਤੁਰੇ ਜਾ ਰਹੇ ਸਨ। ਕੁਲੀ ਨੇ ਟਰੰਕ ਬਿਸਤਰੇ ਤੋਂ ਛੁੱਟ ਸਾਹਬ ਦਾ ਅਟੈਚੀ ਵੀ ਪਿੱਠ ਉੱਤੇ ਰੱਖ ਲਿਆ ਸੀ। ਉਸ ਨੇ ਇੱਕ ਹੱਥ ਵਿੱਚ ਟਿਫਨ ਕੈਰੀਅਰ ਸੀ ਤੇ ਦੂਜੇ ਵਿੱਚ ਥੈਲਾ। ਜਿੰਨਾ ਚਿਰ ਕੁਲੀ ਨੇ ਸਮਾਨ ਬੰਨ੍ਹਣ ਵਿੱਚ ਲਾਇਆ, ਉੱਚਰ ਤੀਕ ਬਾਬੂ ਨੇ ਥਰਮਸ ਖੋਲ੍ਹ ਕੇ ਉਸਦੇ ਗਲਾਸ
ਨੁਮਾ ਢੱਕਣ ਵਿੱਚ ਗਰਮਾ ਗਰਮ ਚਾਹ ਪਾਈ ਤੇ ਉੱਪਰੋਂ ਥੱਲੀ 2 ਭਬਕੀਆਂ ਹੀ ਪੀ ਕੇ ਇਹ ਖੂਬ ਖੁੱਲ੍ਹਾ ਡਿਕਾਰ ਮਾਰਿਆ, ਜਿਸ ਨਾਲ ਉਸ ਦੀ ਸਫ਼ਰ ਦੀ ਥਕਾਵਟ ਕੁਝ ਨਾ ਕੁਝ ਘਟ ਗਈ। ਚਾਹ ਸ਼ਾਇਦ ਉਸਨੇ ਪਿਛਲੇ ਪੜ੍ਹੇ ਦੁਨੇਰੇ ਤੋਂ ਉਸ ਵਿੱਚ ਭਰ ਲਈ ਹੋਈ ਸੀ। ਪਹਾੜੀ ਕੁਲੀਆਂ ਦਾ ਆਮ ਕਾਇਦਾ ਹੈ ਕਿ ਜਦੋਂ ਉਹ ਸੈਲਾਨੀਆਂ ਦਾ ਭਾਰ ਚੁੱਕ ਕੇ ਤੁਰਦੇ ਨੇ ਤਾਂ ਕਈ ਕਿਸਮ ਦੀਆਂ ਮਿੱਠੀਆਂ, ਸੁਖਾਵੀਆਂ ਤੇ ਅਪਣੱਤ ਭਰੀਆਂ ਗੱਲਾਂ ਨਾਲ ਉਹਨਾਂ ਦੀ ਸਖਾਵਤ ਨੂੰ ਟੁੰਬਣ ਦੇ ਯਤਨਾਂ ਵਿੱਚ ਲੱਗ ਜਾਂਦੇ ਹਨ, ਤਾਂ ਜੋ ਮਜ਼ਦੂਰੀ ਤੋਂ ਛੁੱਟ ਉਹਨਾਂ ਨੂੰ ਕੁਝ ਇਨਾਮ ਵੀ ਪ੍ਰਾਪਤ ਹੋ ਸਕੇ। ਇਹ ਕੁਲੀ ਵੀ ਇਸ ਵੇਲੇ ਆਪਣੇ ਹਿਸਾਬ ਨਾਲ ਕੁਝ ਐਸੇ ਕਿਸਮ ਦਾ ਵਰਤੋਂ ਕਰ ਰਿਹਾ ਸੀ। कहाँ से आए साहब? अम्बाला से। किसी सरकारी काम पर जा रहे हैं? नहीं, सैर करने आया। स्नोफॉल देखने के लिए। आई मीन बर्फ़ देखने। अब के साल बहुत बर्फ़ गिरा साहब, बड़ा जालम बर्फ़। डलहौजी में कोई अच्छा होटल है साहब? एक है मेट्रो, दूसरा सब बंद है आजकल। और वहाँ विस्की ब्रांडी वगैरह मिलता है साहब। नहीं मिलेगा तो हम बैलून से ला देगा आपको। अभी एक बोतल हमारे पास है। कितना दिन ठहरोगे साहब? 1 हफ्ता की छुट्टी है। हम इनकम टैक्स ऑफिसर हैं। हमको पोएट्री का भी शौक़ है। आई मीन शायरी करने का। शायर लोग को स्नोफॉल देखने का बहुत डिज़ायर होता है। ਕੁਲੀ ਨੇ ਸਾਹਿਬ ਦੀਆਂ ਗੱਲਾਂ ਦਾ ਮਤਲਬ ਸ਼ਾਇਦ ਨਹੀਂ ਸੀ ਸਮਝਿਆ, ਛੁੱਟ ਸਨੋਫਾਲ ਤੋਂ। ਇਹ ਸ਼ਬਦ ਉਸ ਨੂੰ ਜਾਣਿਆ ਬੁਝਿਆ ਹੋਇਆ ਸੀ, ਜੋ ਅਕਸਰ ਸੈਲਾਨੀ ਲੋਕ ਬੋਲਿਆ ਕਰਦੇ ਸਨ। ਸਾਹਿਬ ਨੇ ਪੁੱਛਿਆ, इन दिनों कब स्नोफॉल हुआ डलहौजी में? परसों बहुत बर्फ़ गिरा साहब, एकदम 3 फुट। सब सड़क बाज़ार भर गया, बड़ी मुसीबत। ओह गुड। ਬਾਬੂ ਨੇ ਮਸਤੀ ਵਿੱਚ ਆ ਕੇ ਕੁਲੀ ਦੀ ਗੱਲ ਵਿਚਾਲੇ ਹੀ ਕਹਿਣਾ ਸ਼ੁਰੂ ਕਰ ਦਿੱਤਾ। ਬਿਊਟੀਫੁਲ। ਔਰ ਅਬ ਕਿਸ ਦਿਨ ਪੜੇਗਾ? ਸਵਾਲ ਕਰਦਿਆਂ ਉਹ ਆਪਣਾ ਓਵਰਕੋਟ ਉਤਾਰ ਕੇ ਕੁਲੀ ਉੱਤੇ ਇੰਜ ਬੇਪਰਵਾਹੀ ਨਾਲ ਸੁੱਟ ਦਿੱਤਾ ਜਿਵੇਂ ਇਹ 10 ਸ਼ੇਰ ਵਜਨੀ ਕੱਪੜਾ ਕੋਈ ਸਧਾਰਨ ਤੋਲੀਆ ਹੋਵੇ। ਕੁਝ ਚਾਹ ਦਾ ਅਸਰ ਤੇ ਕੁਝ ਚੜ੍ਹਾਈ ਹੋ ਜਾਣ ਕਰਕੇ ਉਸਨੂੰ ਜਰਾ ਗਰਮੀ ਮਹਿਸੂਸ ਹੋਣ ਲੱਗੀ ਸੀ। ਸ਼ਾਇਦ ਭਗਵਾਨ ਦੀ ਇੱਛਾ ਹੈ ਸਾਹਿਬ, चाहे अभी शुरू हो जाए। रात से बारिश हो रही है, बारिश के बाद ज़रूर बर्फ़ गिरता है आजकल। ओह दैट विल बी वंडरफुल। तुम लोग कितना लकी है, आई मीन कितना खुशकिस्मत है कि हर रोज़ स्नोफॉल देखने को मिलता है। हाँ साहब, ਕੁਲੀ ਨੇ ਇੱਕ ਲੰਮਾ ਹੋਕੇ ਨਾਲ ਜਵਾਬ ਦਿੱਤਾ। ਬਹੁਤ ਅੱਛਾ ਹੈ। ਤੇ ਫਿਰ ਪਿੱਠ ਉਤਲੇ ਭਾਰ ਨੂੰ ਜਿਹੜਾ ਇੱਕ ਪਾਸੇ ਵੱਲ ਉਲਾਰਿਆ ਜਾ ਰਿਹਾ ਸੀ ਠੀਕ ਕਰਨ ਲਈ ਇੱਕ ਚਟਾਨ ਦੀ ਢੋਂ ਲਾ ਕੇ ਉਹ ਜਰਾ ਰੁਕਿਆ। ਬਨੀ ਖੇਤ ਦਾ ਲੰਮਾ ਬਾਜ਼ਾਰ ਖ਼ਤਮ ਕਰਕੇ ਉਹ ਦੋਵੇਂ ਚੰਬਾ ਰੋਡ ਲੰਘ ਆਏ ਤੇ ਹੁਣ ਉੱਥੇ ਜਾ ਪਹੁੰਚੇ ਜਿੱਥੇ ਡਲਹੌਜੀ ਦੀ ਤਿਰਛੀ ਚੜ੍ਹਾਈ ਸ਼ੁਰੂ ਹੁੰਦੀ ਹੈ। ਪ੍ਰਗਟ ਤੌਰ 'ਤੇ ਭਾਵੇਂ ਕੁਲੀ ਆਪਣੇ ਹਿਸਾਬ ਨਾਲ ਖੂਬ ਘੁਲ ਕੇ ਗੱਲਾਂ ਕਰੀ ਜਾ ਰਿਹਾ ਸੀ, ਪਰ ਅੰਦਰੋਂ ਉਸਦੀ ਹਾਲਤ ਪੈਰੋਂ ਪੈਰੀ ਨਿੱਘਰਦੀ ਜਾਂਦੀ ਸੀ। ਨਿਰਾ ਬੋਝ ਤੇ ਥਕੇਵੇਂ ਕਰਕੇ ਹੀ ਨਹੀਂ, ਮੌਸਮ ਦੇ ਡਰੋਂ ਵੀ, ਜਿਹੜਾ ਪਲ ਪਲ ਉਸ ਲਈ ਭਿਆਨਕ ਹੁੰਦਾ ਜਾ ਰਿਹਾ ਸੀ। ਸਾਹਬ ਇੰਸਪੀਰੇਸ਼ਨ ਹੱਦਾਂ ਬੰਨੇ ਤੋੜ ਰਿਹਾ ਸੀ। ਲਾਗ ਪਾਸ ਦੇ ਬਰਫਾਨੀ ਦ੍ਰਿਸ਼ਾਂ ਨਾਲ ਅੱਖਾਂ ਠਾਰਦਾ ਹੋਇਆ ਉਹ ਆਪ ਮੁਹਾਰੇ ਕਹੀ ਜਾ ਰਿਹਾ ਸੀ, ਵੈਰੀ ਲਵਲੀ, ਵੈਰੀ ਫਾਈਨ। ਤੇ ਵਿੱਚ ਮਸਤੀ ਵਿੱਚ ਆ ਕੇ ਕੋਈ ਗੀਤ ਗੁਣਗੁਣਾਉਣਾ ਸ਼ੁਰੂ ਕਰ ਦਿੰਦਾ। ਸਾਹਬ ਕੁਲੀ ਨੇ ਭਾਰ ਹੇਠਾਂ ਦੱਬਦਿਆਂ ਉਸ ਉੱਤੇ ਸਵਾਲ ਕੀਤਾ, ਨੀਚੇ ਅੱਜ ਕੱਲ੍ਹ ਖੂਬ ਮਜ਼ੇ ਕੀ ਧੂਪ ਨਿਕਲੀ ਹੈ ਨਾ? इधर तो साहब बहुत दिन से धूप नहीं निकली, बड़ी मुसीबत है गरीब लोगों को। ਬਾਬੂ ਦਾ ਧਿਆਨ ਉਸ ਦੀਆਂ ਗੱਲਾਂ ਵੱਲ ਨਹੀਂ ਸੀ। ਉਸ ਦੀ ਸਾਰੀ ਰੁਚੀ ਨੂੰ ਬਰਫਾਨੀ ਦ੍ਰਿਸ਼ਾਂ ਨੇ ਖਿੱਚਿਆ ਹੋਇਆ ਸੀ ਤੇ ਉਹ ਬਰਾਬਰ ਕੁਝ ਨਾ ਕੁਝ ਉਚਾਰੀ ਜਾ ਰਿਹਾ ਸੀ। ਇਸ ਉਚਾਰਨ ਵਿੱਚ ਪਤਾ ਨਹੀਂ ਕਿਸ ਵੇਲੇ ਗੰਗਾ ਜਮਨੀ ਦੀ ਥਾਂ ਮੁੜ ਪੰਜਾਬੀ ਆ ਧਮਕੀ। ਉਹ ਮਸਤੀ ਵਿੱਚ ਝੂਮਦਾ ਹੋਇਆ ਕਹਿ ਰਿਹਾ ਸੀ, ਹਾ ਹਿਮਾਲਾ ਦੀਆਂ ਇਹ ਬਰਫ਼ ਕੱਜੀਆਂ ਚੋਟੀਆਂ, ਇਹ ਮਨ ਮੁਗਧਕਾਰੀ ਵਰਤਮਾਨ, ਹਰ ਪਾਸੇ ਕੁਦਰਤ ਦਾ ਰਾਜ। ਇੰਨਾ ਹੀ ਰਤਨ ਜੜਤ ਚੋਟੀਆਂ 'ਤੇ ਬੈਠ ਕੇ ਸਾਡੇ ਰਿਸ਼ੀਆਂ ਤੇ ਵੇਦਾਂ ਦੀਆਂ ਰਚਨਾ ਕੀਤੀ ਸੀ। ਇੰਨਾ ਹੀ ਝਿਲਮਿਲ ਕਰਦੇ ਪਹਾੜਾਂ ਨੇ ਨਵਾਂ ਕਵੀ ਕਾਲੀਦਾਸ ਦੀ ਕਵਿਤਾ ਵਿੱਚ ਅੰਮ੍ਰਿਤ ਭਰਿਆ ਸੀ। ਇੱਥੇ ਹੀ ਬੈਠ ਕੇ ਉਹਨਾਂ ਨੇ ਮੇਘਦੂਤ ਤੇ ਸ਼ਕੁੰਤਲਾ ਵਰਗੀਆਂ
ਅਮਰ ਰਚਨਾਵਾਂ ਰਚੀਆਂ ਸਨ। ਇਸ ਹਿਮਾਲਾ ਨੇ ਏਸ਼ੀਆ ਦੀ ਫਸੀਲ ਬਣ ਕੇ ਯੂਰਪੀ ਲੁਟੇਰਿਆਂ ਪਾਸੋਂ ਅੱਜ ਤੀਕ ਸਾਡੇ ਦੇਸ਼ ਦੀ ਰੱਖਿਆ ਕੀਤੀ ਹੈ। ਹੇ ਮਹਾਨ ਹਿਮਾਲਾ, ਤੈਨੂੰ ਪ੍ਰਣਾਮ। ਮੀਲ ਕੀ ਰਵਾ ਮੀਲ ਪੈਡਾ ਮਸੇ ਮੁੱਕਿਆ ਸੀ ਕਿ ਕੁਲੀ ਦੀਆਂ ਲੱਤਾਂ ਡਗਮਗਾਉਣ ਲੱਗ ਪਈਆਂ। ਇਤਨਾ ਭਾਰ 2 ਕੁਲੀਆਂ ਦਾ ਬੋਝ ਉਸਦੀ ਕਮਜ਼ੋਰ ਪਿੱਠ ਨੂੰ ਤੁੱਭੀ ਜਾ ਰਿਹਾ ਸੀ। ਗਰਮੀਆਂ ਦੀ ਰੁੱਤੇ ਸ਼ਾਇਦ ਇਤਨਾ ਭਾਰ ਚੁੱਕਣਾ ਉਸਨੂੰ ਬਹੁਤ ਔਖਾ ਨਹੀਂ ਸੀ ਜਾਪਦਾ, ਕਿਉਂਕਿ ਉਦੋਂ ਉਹ ਰੁਪਇਆਂ, 1.5 ਰੁਪਇਆਂ ਅਤੇ ਕਦੀ 2 ਰੁਪਏ ਵੀ ਕਮਾ ਲੈਣ ਕਰਕੇ ਰੱਜਵੀਂ ਰੋਟੀ ਖਾ ਲੈਂਦਾ ਸੀ, ਜਿਸ ਕਰਕੇ ਉਸਦਾ ਸਰੀਰ ਚੱਲੀ ਜਾਂਦਾ। ਪਰ ਸਿਆਲ ਦੀ ਬੇਰੁਜ਼ਗਾਰੀ, ਫਾਕਿਆਂ ਅਤੇ ਹੱਡੀ ਤੋੜਵੀਂ ਸਰਦੀ ਉਸਦੇ ਸਰੀਰ ਵਿੱਚੋਂ ਲਹੂ ਚੂਸ ਲਿਆ। ਫਿਰ ਪੈਂਡਾ ਵੀ ਤਾਂ 5 ਮੀਲ ਸੀ ਅਤੇ ਉਸ ਲਈ ਸਭ ਤੋਂ ਵੱਡੀ ਸਮੱਸਿਆ ਸੀ ਘਰ ਪਹੁੰਚਣ ਦੀ। ਬਨੀ ਖੇਤ ਤੋਂ 1.5 ਮੀਲ ਹੇਠਾਂ, ਜਿੱਥੇ ਉਸਦੀ ਘਰਵਾਲੀ ਅਤੇ ਉਸਦੇ ਨੰਨ੍ਹੇ ਨਿਆਣੇ ਬੜੇ ਤੌਖਲੇ ਨਾਲ ਉਸਦੀ ਉਡੀਕ ਕਰ ਰਹੇ ਹੋਣਗੇ। ਰਾਤੀਂ ਜੇ ਉਹ ਘਰ ਨਾ ਪਹੁੰਚ ਸਕਿਆ ਤਾਂ ਕੀ ਬਣੇਗਾ? ਜੇ ਬਹੁਤੀ ਰਾਤ ਗਈ ਉਸਨੂੰ ਮੁੜਨਾ ਪਿਆ ਤਾਂ ਜੰਗਲੀ ਦਰਿੰਦਿਆਂ ਦਾ ਵੀ ਖਤਰਾ ਸੀ, ਜਿਹੜੇ ਉੱਪਰਲੇ ਪਹਾੜਾਂ 'ਤੇ ਬਰਫਾਂ ਪੈ ਜਾਣ ਕਰਕੇ ਇੰਨੇ ਦਿਨੀਂ ਅਕਸਰ ਹੇਠਾਂ ਉਤਰ ਆਇਆ ਕਰਦੇ ਨੇ। ਇਹਨਾਂ ਤੋਂ ਭਾਂਤੋ-ਭਾਂਤੀ ਫਿਕਰਾਂ ਵਿੱਚ ਗੋਤੇ ਖਾਂਦਾ ਉਹ ਲੱਤਾਂ ਨੂੰ ਕਿਸੇ ਤਰ੍ਹਾਂ ਖਿੱਚੀ ਜਾ ਰਿਹਾ ਸੀ ਕਿ ਇੱਕ ਵਾਰਗੀ ਹੌਲ ਨਾਲ ਉਸਦਾ ਸਾਹ ਸੁੱਕਣ ਲੱਗ ਪਿਆ। ਨਾਸਾਂ ਫੁਲਾ ਕੇ ਹਵਾ ਵਿੱਚ ਕਿਸੇ ਚੀਜ਼ ਨੂੰ ਸੁੰਘਣ ਦਾ ਯਤਨ ਕਰਦਿਆਂ ਉਸਨੇ ਪਿੱਛੇ ਤੁਰੇ ਆ ਰਹੇ ਸਾਹਬ ਨੂੰ ਪੁਕਾਰਿਆ, "ਸਾਹਬ, ਬਰਫ਼ ਆ ਰਹੀ ਹੈ।" ਮੌਸਮ ਦੇਖਣ ਵਾਲੇ ਜੰਤਰ, ਵੈਦਰ ਅਬਜ਼ਰਵਰ ਦਾ ਕੰਮ ਪਹਾੜੀ ਲੋਕ ਨੱਕ ਪਾਸੋਂ ਲੈਂਦੇ ਨੇ। ਉਹ ਹਵਾ ਨੂੰ ਸੁੰਘ ਕੇ ਹੀ ਸਮਝ ਸਕਦੇ ਨੇ ਕਿ ਹੁਣ ਮੀਂਹ ਆਵੇਗਾ ਜਾਂ ਬਰਫ਼ ਡਿੱਗੇਗੀ। ਕੁਲੀ ਦੇ ਮੂੰਹੋਂ ਇਹ ਗੱਲ ਬਾਬੂ ਨੇ ਇੰਝ ਸੁਣੀ ਜਿਵੇਂ ਜਨਮਾਂ ਜਨਮਾਂਤਰਾਂ ਦੀ ਤਪੱਸਿਆ ਦਾ ਫਲ ਉਸਨੂੰ ਪ੍ਰਾਪਤ ਹੋਣ ਲੱਗਾ ਹੋਵੇ। ਉਹ ਇੱਕਦਮ ਖੁਸ਼ੀ ਵਿੱਚ ਉਛਲ ਕੇ ਬੋਲਿਆ, "ਸਨੋਫਾਲ ਹੋਵੇਗਾ? ਸੱਚ ਬੋਲਤਾ ਹੈ?" "ਹਾਂ ਸਾਹਬ," ਕੁਲੀ ਦੇ ਸੋਤਰ ਸੁੱਕੀ ਜਾ ਰਹੇ ਸਨ, "ਬਹੁਤ ਜਲਦ ਹੋਏਗਾ।" "ओह जिंदाबाद कुली, तुमने कितना अच्छा खबर सुनाया। खूब इंजॉय करेगा। हमने ज़िंदगी में स्नोफॉल कभी नहीं देखा, इसलिए हम स्पेशली यहाँ आया।" ਪਰ ਸਾਹਬ, ਕੁਲੀ ਦੀ ਆਵਾਜ਼ ਵਿੱਚ ਮੌਤ ਵਰਗਾ ਸਹਿਮ ਸੀ। "ਡਲਹੌਜੀ ਅਭੀ ਦੂਰ ਹੈ।" "ਓਹ ਡੋਂਟ ਮਾਈਂਡ ਕੁਲੀ," ਬਾਬੂ ਉਸੇ ਚੜ੍ਹਦੇ ਚੌ ਵਿੱਚ ਬੋਲਿਆ। "ਇੰਜॉय करो, खूब इंजॉय करो। तुम लोग बहुत अनसिविलाइज्ड है, नेचर इंजॉय करना नहीं जानते। एकदम ਈਡੀਅਟ ਹੈ ਤੁਮ ਲੋਗ। ਸਨੋਫਾਲ ਵੰਡਰਫੁਲ ਚੀਜ਼ ਹੈ।" ਜਿਉਂ-ਜਿਉਂ ਡਲਹੌਜੀ ਨੇੜੇ ਆਈ ਜਾਂਦੀ, ਬਰਫ਼ ਦੇ ਨਜ਼ਾਰੇ ਦ੍ਰਿਸ਼ਟੀ ਗੋਚਰ ਹੋਈ ਜਾਂਦੇ। ਇੱਥੋਂ ਤੱਕ ਕਿ ਹੁਣ ਸੜਕਾਂ ਵੀ ਕਈ ਥਾਵਾਂ ਤੋਂ ਬਰਫ਼ ਨਾਲ ਅੱਟੀ ਹੋਈ ਸੀ ਅਤੇ ਦਰੱਖਤਾਂ ਦੀਆਂ ਟਹਿਣੀਆਂ ਉੱਤੇ ਢੇਰਾਂ ਦੀ ਢੇਰ ਬਰਫ਼ ਉਸਰੀ ਖੜ੍ਹੀ ਸੀ। ਸਾਹਬ ਇਸ ਵੇਲੇ ਹਥਲੀ ਸਮੁੰਦਾਰ ਸੋਟੀ ਦੀ ਮਦਦ ਨਾਲ ਟਹਿਣੀਆਂ ਤੋਂ ਬਰਫ਼ ਝਾੜਦਾ ਹੋਇਆ ਆਨੰਦ ਵਿੱਚ ਮਗਨ ਤੁਰੀ ਜਾ ਰਿਹਾ ਸੀ। ਡਲਹੌਜੀ ਦਾ ਪੈਂਡਾ ਅਜੇ ਅੱਧੇ ਦੇ ਲਗਭਗ ਬਾਕੀ ਸੀ ਅਤੇ ਪਿਛਲੀ 2.5 ਮੀਲ ਦੀ ਵਾਟ 3 ਘੰਟਿਆਂ ਵਿੱਚ ਖਤਮ ਹੋਈ। 3 ਵਜੇ ਇਹ ਤੁਰੇ ਸਨ ਅਤੇ ਹੁਣ 6 ਵੱਜਣ ਵਾਲੇ ਸਨ। ਕੁਲੀ ਨੇ ਆਪਣੇ ਵੱਲੋਂ ਬੜੀ ਭਿਆਨਕ ਖਬਰ ਸੁਣਾਈ ਸੀ, ਪਰ ਸਾਹਬ ਉੱਤੇ ਉਸਦਾ ਉਲਟ ਅਸਰ ਵੇਖ ਕੇ ਉਹ ਕੁਝ ਖਿਸਿਆ ਗਿਆ ਅਤੇ ਦਬਵੇਂ ਜਿਹੇ ਰੋਸ ਵਿੱਚ ਉਹ ਫਿਰ ਬੋਲਿਆ, "ਸਾਹਬ, ਰਸਤੇ ਮੇਂ ਰਾਤ ਪੜ ਜਾਏਗੀ ਔਰ ਬਰਫ਼ ਮੇਂ ਦਬ।" ਸਾਹਬ, ਜਿਹੜਾ ਥਰਮਸ ਖੋਲ੍ਹ ਰਿਹਾ ਸੀ, ਬੋਲਿਆ, "ਇੱਧਰ ਰਸਤੇ ਮੇਂ ਕੋਈ ਹੋਟਲ-ਵੋਟਲ ਨਹੀਂ ਹੈ?" ਸ਼ਾਇਦ ਉਸਨੂੰ ਵੀ ਥੋੜ੍ਹੀ ਕੁ ਚਿੰਤਾ ਪੈਦਾ ਹੋ ਗਈ ਸੀ। "ਨਹੀਂ ਸਾਹਬ।" ਇਹ ਜਵਾਬ ਸੁਣ ਕੇ ਸਾਹਬ ਦੀ ਮਸਤੀ ਕੁਝ ਉਤਰਨੀ ਸ਼ੁਰੂ ਹੋ ਗਈ ਅਤੇ ਇਸ ਵੇਲੇ ਉਹ ਜਿਸ ਥਾਂ 'ਤੇ ਪੁੱਜ ਚੁੱਕੇ ਸਨ ਉਸਦੇ ਲਾਗੇ-ਚਾਗੇ ਮਿਲਟਰੀ ਦੀਆਂ ਟਾਵੀਆਂ ਇਮਾਰਤਾਂ ਨਜ਼ਰੀ ਆਉਣ ਲੱਗ ਪਈਆਂ ਸਨ। ਉਸ ਸੋਚਿਆ, ਇਹਨਾਂ ਵਿੱਚ ਆਦਮੀ ਹੀ ਵੱਸਦੇ ਹੋਣਗੇ, ਕੋਈ ਰਾਖਸ਼ ਥੋੜ੍ਹੇ ਨੇ ਜੋ ਕਿਸੇ ਮੁਸਾਫਰ ਨੂੰ ਪਨਾਹ ਦੇਣ ਤੋਂ ਨਾਂਹ ਕਰ ਦੇਣਗੇ। ਇਹ ਸੋਚ ਕੇ ਬਾਬੂ ਫਿਰ ਨਿਸ਼ਚੰਤ ਹੋ ਗਿਆ। ਚਾਹ ਪੀ ਚੁੱਕਣ ਬਾਅਦ ਉਸਨੇ ਦਸਤਾਨੇ ਮੁੜ ਚੜ੍ਹਾ ਲਏ ਅਤੇ ਇਸ ਤੋਂ ਪਹਿਲਾਂ ਕਿ ਕੁਲੀ ਪਾਸੋਂ ਹੋਰ ਕਿਸੇ ਠਾਰ ਟਿਕਾਣੇ ਦਾ ਪਤਾ ਪੁੱਛਦਾ, ਕੜੀਆਂ ਵਰ੍ਹਨ ਲੱਗ ਪਈਆਂ। ਸਾਹਬ ਨੇ ਕੁਲੀ ਦੀ ਪਿੱਠ ਤੋਂ ਓਵਰਕੋਟ ਚੁੱਕ ਕੇ ਮੁੜ ਪਹਿਨ ਲਿਆ ਅਤੇ ਨਾਲੇ ਛਤਰੀ ਤਾਣ ਲਈ। ਕੁਲੀ ਨੂੰ, ਜਿਸਦੇ ਕਦਮ ਇਕਾਵਰਗੀ ਸਿਥਲ ਹੁੰਦੇ ਜਾ ਰਹੇ ਸਨ, ਦਬਕੇ ਨਾਲ ਉਸ ਪੁਕਾਰਿਆ, "ਜਲਦੀ ਕਰੋ, ਕਦਮ ਵਧਾਓ, ਕਿਤਨਾ ਸੁਸਤ ਹੈ ਤੁਮ।" ਪਰ ਕੁਲੀ ਉੱਤੇ ਇਸ ਫਟਕਾਰ ਦਾ ਕੋਈ ਅਸਰ ਨਹੀਂ ਹੋਇਆ, ਸਗੋਂ ਉਸ ਦੀ ਤੌਰ ਪਹਿਲਾਂ ਨਾਲੋਂ ਵੀ ਮੱਠੀ ਹੁੰਦੀ ਜਾ ਰਹੀ ਸੀ। ਸਾਹਬ ਨੂੰ ਉਸਦੀ ਸੁਸਤੀ ਉੱਤੇ ਬਹੁਤ ਝੁੰਝਲਾਹਟ ਹੋਈ, ਪਰ ਇਹ
ਪਰ ਇਸ ਵੇਲੇ ਉਹ ਸਨੋਫਾਲ ਦੀ ਉਡੀਕ ਵਿੱਚ ਇਤਨਾ ਖੁਸ਼ ਸੀ ਕਿ ਗੁੱਸੇ ਹੋਣ ਦੀ ਬਜਾਏ ਕੁਲੀ ਨੂੰ ਹੱਲਾਸ਼ੇਰੀ ਦੇਣ ਦੇ ਸਿਲਸਿਲੇ ਵਿੱਚ ਉਸਨੇ ਖੂਬ ਮਸਤੀ ਵਿੱਚ ਇੱਕ ਬਹੁਤ ਪੁਰਾਣਾ ਗੀਤ ਛੋ ਦਿੱਤਾ। ਚੱਲ ਚੱਲ ਰੇ ਨੌਜਵਾਨ, ਤੂੰ ਕਹਿਣਾ ਮੇਰਾ ਮਾਨ, ਆਂਦੀ ਹੋ ਜਾਂ ਤੂਫਾਨ, ਫਟਦਾ ਹੋ ਆਸਮਾਨ, ਰੁਕਣਾ ਤੇਰਾ ਕਾਮ ਨਹੀਂ, ਚੱਲਣਾ ਤੇਰੀ ਸ਼ਾਨ। ਕਣੀਆਂ ਦੀ ਕਿਣਮਿਣ ਵੇਖਦਿਆਂ ਤਕੜੇ ਮੀਂਹ ਦੇ ਵਿੱਚ ਬਦਲਣ ਲੱਗੀ ਤੇ ਮੀਂਹ ਵੀ ਬੜੀ ਸਖਤ ਵਾਛੜ ਵਾਲਾ। ਕੁਲੀ ਦਾ ਸਾਹ ਫੁੱਲ ਰਿਹਾ ਸੀ, ਕੁਝ ਥਕਾਵਟ ਨਾਲ ਤੇ ਕੁਝ ਡਰ ਨਾਲ ਤੇ ਬਾਕੀ ਠੰਡ ਨਾਲ। ਉਸਨੇ ਇੱਕ ਵਾਰੀ ਫੇਰ ਮਰਦੀ ਆਵਾਜ਼ ਵਿੱਚ ਪੁਕਾਰਿਆ, ਸਾਹਬ ਬਰਫ਼ ਬਰਫ਼ ਆ ਰਹੀ ਹੈ। ਸਾਹਬ ਦਾ ਗੀਤ ਰੁਕ ਗਿਆ ਤੇ ਫਿਰ ਮਸਤੀ ਦੇ ਵੇਗ ਨਹੀਂ ਰੁਕਿਆ। ਆਨੇ ਦੋ ਵੈਲਕਮ ਸਨੋਫਾਲ ਵੈਲਕਮ। ਕੁਲੀ ਫੇਰ ਪੁਕਾਰਿਆ, ਸਾਹਬ ਬਿਸਤਰਾ ਭੀਗ ਰਹਾ ਹੈ। ਡੈਟਸ ऑल राइट, वाटर प्रूफ है। साहब चल नहीं सकता, बैकअप, एक्सलियर कैरी ऑन। ਪਰ ਸਾਹਬ ਦੀ ਇਹ ਬਕ ਅੱਪ ਕੁਲੀ ਲਈ ਨਿਰੀ ਬਕ ਹੀ ਸਾਬਤ ਹੋਈ। ਉਸਦੀਆਂ ਲੱਤਾਂ ਜਵਾਬ ਦੇ ਰਹੀਆਂ ਸਨ। ਛੇਕੜ ਇੱਕ ਪੁਲੀ ਉੱਤੇ ਬੋਝ ਟਿਕਾਉਂਦਾ ਹੋਇਆ ਉਹ ਹੱਠ ਹਾਰ ਕੇ ਅਸਬਾਬ ਉੱਤੇ ਫੈਲ ਗਿਆ। ਕੁਲੀ ਦੀ ਭਵਿੱਖਬਾਣੀ ਸੱਚੀ ਸਾਬਤ ਹੋਈ। ਜਦ ਮੀਂਹ ਇੱਕਦਮ ਰੁਕ ਗਿਆ ਤੇ ਮੀਂਹ ਦੀ ਬਜਾਏ ਹੁਣ ਆਕਾਸ਼ ਤੋਂ ਰੂੰ ਦੇ ਨੰਨੇ ਤੂੰਬਿਆਂ ਦੀ ਵਰਖਾ ਸ਼ੁਰੂ ਹੋ ਗਈ। ਬਾਬੂ ਦੀ ਕਿਸਮਤ ਦੇ ਜਿਵੇਂ ਕਿਵਾੜ ਖੁੱਲ੍ਹ ਗਏ। ਉਸਦੀ ਰੂਹ ਇੱਕਦਮ ਨੱਚ ਉੱਠੀ। ਸਨੋਫਾਲ ਦਾ ਆਰੰਭ ਵੇਖ ਕੇ ਛਤਰੀ ਉਸਨੇ ਬੰਦ ਕਰ ਦਿੱਤੀ ਤੇ ਅਵਾਂਗਣੇ ਬਾਲਾਂ ਵਾਂਗ ਇਹਨਾਂ ਤੁੰਬਿਆਂ ਨੂੰ ਆਪਣੇ ਦਸਤਾਨਿਆਂ ਵਾਲੇ ਹੱਥਾਂ ਉੱਤੇ ਬੋਚਦਾ ਹੋਇਆ ਇੱਧਰ ਉੱਧਰ ਟਪੂਸੀਆਂ ਮਾਰ ਰਿਹਾ ਸੀ ਤੇ ਓਵਰਕੋਟ ਤੇ ਪੈਰ ਹੀ ਬਰਫ਼ ਨੂੰ ਤੱਕ ਕੇ ਮੁਗਧ ਹੋ ਰਿਹਾ ਸੀ। ਕੁਲੀ ਦਾ ਕੀ ਹਾਲ ਹੈ, ਇਹਨਾਂ ਗੱਲਾਂ ਦਾ ਵੇਖਣ ਜਾਣਨ ਦੀ ਉਸਨੂੰ ਵੇਲ ਨਹੀਂ ਸੀ। ਉਹ ਬਸ ਭੁੜਕ ਰਿਹਾ ਸੀ, ਗਾ ਰਿਹਾ ਸੀ ਤੇ ਸਨੋਫਾਲ ਦੀ ਮਸਤੀ ਵਿੱਚ ਆਪਣੇ ਆਪ ਨੂੰ ਭੁੱਲਿਆ ਹੋਇਆ ਸੀ। ਛੇਤੀ ਹੀ ਬਾਬੂ ਦਾ ਮੱਥਾ ਠਣਕਿਆ ਜਦ ਉਸਨੇ ਮਨ ਭਾਉਂਦੇ ਸਨੋਫਾਲ ਨੇ ਉਗਰ ਰੂਪ ਧਾਰਨ ਸ਼ੁਰੂ ਕਰ ਦਿੱਤਾ। ਬਰਫ਼ ਇਤਨੀ ਤੇਜ਼ੀ ਤੇ ਬਹੁਤਾਤ ਵਿੱਚ ਡਿੱਗਣੀ ਸ਼ੁਰੂ ਹੋ ਗਈ ਕਿ ਉਸਦੇ ਵੇਖਦਿਆਂ ਸੜਕ ਉੱਤੇ ਵਿਛੀ ਹੋਈ ਤਹਿ ਉੱਚੀ ਤੋਂ ਉੱਚੀ ਹੋਰ ਉੱਚੀ ਹੋਣ ਲੱਗੀ। ਬਰਫ਼ ਦੇ ਆਨੰਦ ਵਿੱਚ ਹੀ ਪੁਲੀ ਤੋਂ ਕਾਫੀ ਦੁਰਾਡਾ ਚਲਾ ਗਿਆ ਸੀ। ਜਦ ਮੁੜ ਕੇ ਉਹ ਆਪਣੇ ਸਮਾਨ ਵੱਲ ਪਰਤਿਆ ਤਾਂ ਲਾਗਲੀਆਂ ਮਿਲਟਰੀ ਦੀਆਂ ਇਮਾਰਤਾਂ ਵੱਲ ਉਸ ਇੱਕ ਵਾਰੀ ਫੇਰ ਝਾਕਣਾ ਸ਼ੁਰੂ ਕੀਤਾ, ਸ਼ਾਇਦ ਕਿਸੇ ਦੇ ਨੇੜੇ ਦੇ ਮਕਾਨ ਵਿੱਚ ਠਾਹਰ ਲੈਣ ਦੇ ਇਰਾਦੇ ਨਾਲ। ਪਰ ਇਸ ਵੇਲੇ ਤੱਕ ਬਰਫ਼ ਇਤਨੇ ਜ਼ੋਰ ਦੀ ਪੈਣ ਲੱਗੀ ਕਿ ਨਾ ਦੂਰ ਦੇ ਤੇ ਨਾ ਹੀ ਕੋਈ ਨੇੜ ਦੀ ਇਮਾਰਤ ਦਿਖਾਈ ਦਿੰਦੀ ਸੀ। ਉਸਦੀ ਘਬਰਾਹਟ ਹੁਣ ਵਧਣੀ ਸ਼ੁਰੂ ਹੋਈ। ਅਸਬਾਬ ਕੋਲ ਆ ਕੇ ਉਸ ਤੱਕਿਆ। ਕੁਲੀ ਉਵੇਂ ਹੀ ਅਸਬਾਬ ਉੱਤੇ ਫੈਲਿਆ ਹੋਇਆ ਸੀ ਤੇ ਉਸਦੇ ਸਰੀਰ ਨੂੰ ਬਰਫ਼ ਨੇ ਢਕਣਾ ਸ਼ੁਰੂ ਕਰ ਦਿੱਤਾ। ਬਾਬੂ ਨੇ ਜਦ ਉਸਨੂੰ ਮੋਢੇ ਤੋਂ ਫੜ ਕੇ ਹਿਲਾਇਆ ਤਾਂ ਕਿੰਨੀ ਸਾਰੀ ਪੋਲੀ ਬਰਫ਼ ਉਸਦੇ ਸਰੀਰ ਤੋਂ ਝੜ ਕੇ ਹੇਠਾਂ ਡਿੱਗ ਪਈ ਤੇ ਜਿਹੜੀ ਉਸਨੂੰ ਬੜੀ ਹੀ ਦਿਲਚਸਪ ਜਾਪੀ। ਕੁਝ ਹੋਸ਼ ਦੇ ਅੰਸ਼ ਅਜੇ ਕੁਲੀ ਵਿੱਚ ਹੈ ਸੀ। ਪੁਲੀ ਦੇ ਦੋਹੇ ਸਿਰਿਆਂ ਨੂੰ ਹੱਥ ਪਾ ਕੇ ਉਸ ਉੱਠਣ ਲਈ ਇੱਕ ਦੋ ਹੰਭਲੇ ਮਾਰੇ, ਪਰ ਠੰਡ ਨਾਲ ਸਰੀਰ ਸੁੰਨ ਹੋ ਜਾਣ ਕਰਕੇ ਉਸ ਵਿੱਚ ਇੰਨੀ ਆਂਗਸ ਨਹੀਂ ਸੀ ਰਹੀ ਕਿ ਇਤਨੇ ਭਾਰ ਨੂੰ ਚੁੱਕ ਉੱਠ ਖੜੋਂਦਾ। ਅਸਬਾਬ ਉਤਲੀ ਰੱਸੀ ਖੋਲ੍ਹਣ ਲਈ ਉਹ ਯਤਨ ਕੀਤਾ, ਪਰ ਹੱਥਾਂ ਨੇ ਉਸਦਾ ਕਹਿਣਾ ਨਾ ਮੰਨਿਆ। ਛੇਕੜ ਬਾਬੂ ਨੂੰ ਉਸਦੇ ਅਥਵਾ ਅਸਬਾਬ ਦੇ ਹਾਲ ਤੇ ਦਇਆ ਆ ਗਈ। ਉਸਨੇ ਦਸਤਾਨੇ ਉਤਾਰ ਕੇ ਜੇਬ ਵਿੱਚੋਂ ਚਾਕੂ ਕੱਢਿਆ ਤੇ ਰੱਸੀ ਕੱਟ ਦਿੱਤੀ। ਆਪਣੇ ਸਰੀਰ ਨੂੰ ਕੁਲੀ ਨੇ ਕਾਫੀ ਔਖ ਨਾਲ ਖੜਿਆ ਕੀਤਾ, ਪਰ ਲੱਤਾਂ ਦਾ ਭਾਰ ਨਾ ਝੱਲ ਸਕਿਆ ਤੇ ਫੇਰ ਉਵੇਂ ਹੀ ਪੁਲੀ ਉੱਤੇ ਪਿੱਠ ਜੋੜ ਕੇ ਭੁੰਜੇ ਬੈਠ ਗਿਆ। ਸਿਰ ਉਸ ਦਾ ਇੱਕ ਪਾਸੇ ਨੂੰ ਉਲਰ ਗਿਆ। ਉਸ ਦਾ ਹੇਠਲਾ ਧੜ ਕਾਫੀ ਸਾਰਾ ਸੱਜਰੀ ਬਰਫ਼ ਨੇ ਘੇਰ ਲਿਆ। ਬਾਬੂ ਦੀ ਘਬਰਾਹਟ ਜਰਾ ਹੋਰ ਵੱਧ ਗਈ। ਉਸਨੂੰ ਵਿਸ਼ਵਾਸ ਹੋ ਗਿਆ ਕਿ ਕੁਲੀ ਬੇਹੋਸ਼ ਹੋ ਰਿਹਾ ਹੈ, ਜਿਸ ਨੇ ਹੁਣ ਉਸਦੇ ਸਮਾਨ ਨੂੰ ਤਾਂ ਕੀ ਚੁੱਕਣਾ ਸੀ, ਉਲਟਾ ਕੁਲੀ ਨੂੰ ਚੁੱਕਣ ਦੀ ਸਮੱਸਿਆ ਉਸਦੇ ਸਾਹਮਣੇ ਉਪਸਥਿਤ ਸੀ। ਉਸਨੇ ਬਥੇਰਾ ਬੁਲਾਇਆ, ਝੰਜੋੜਿਆ, ਪਰ ਉਹ ਹੂੰ ਹਾਂ ਤੋਂ ਵੱਧ ਕੁਝ ਨਾ ਬੋਲ ਸਕਿਆ। ਪੁਲੀ ਨਾਲ ਉਵੇਂ ਕਿਵੇਂ ਸਿਉਂਤਾ ਰਿਹਾ। ਅਚਾਨਕ ਬਾਬੂ ਨੂੰ ਟਰੰਕ ਵਿੱਚ ਰੱਖੀ ਹੋਈ ਆਪਣੀ ਬੋਤਲ ਦਾ ਖਿਆਲ ਆਇਆ। ਉਸ ਨੂੰ ਇਸ ਵੇਲੇ ਕਾਫੀ ਠੰਡ ਮਹਿਸੂਸ ਹੋ ਰਹੀ ਸੀ। ਝੱਟ-ਪੱਟ ਟਰੰਕ ਖੋਲ੍ਹ ਕੇ ਉਸ ਬੋਤਲ ਕੱਢੀ, ਨਾਲੇ ਕੱਚ ਦਾ ਇੱਕ ਛੋਟਾ ਗਲਾਸ ਵੀ, ਤੇ ਫਿਰ ਬੋਤਲ ਨੂੰ ਉਲਦ ਕੇ ਉਹ ਗਟ ਚਾੜ ਗਿਆ। ਦੂਜੀ ਵਾਰ ਉਸਨੇ ਕੁਲੀ ਨੂੰ ਪਿਲਾਉਣ ਲਈ ਥੋੜ੍ਹੀ ਜਿੰਨੀ ਪਾਈ
ਤੇ ਫਿਰ ਉਸ ਦੇ ਮੂੰਹ ਵੱਲ ਗਲਾਸ ਵਧਾਉਂਦਾ ਹੋਇਆ ਬੋਲਿਆ, ਪੀ ਲਓ, ਤਬੀਅਤ ਠੀਕ ਹੋ ਜਾਏਗੀ। ਪਰ ਕੁਲੀ ਤਾਂ ਹੁਣ ਬਿਨ ਪੀਤਿਆਂ ਹੀ ਬੇਹੋਸ਼ ਸੀ। ਉਸਦੀ ਠੋਡੀ ਹਿੱਕ ਨਾਲ ਲੱਗ ਚੁੱਕੀ ਸੀ, ਜਿਸ ਕਰਕੇ ਬਾਬੂ ਦਾ ਯਤਨ ਸਫਲ ਨਾ ਹੋ ਸਕਿਆ। ਆਪਣੀ ਵੱਲੋਂ ਸ਼ਾਇਦ ਬਾਬੂ ਨੇ ਇਹ ਉਦਾਰਤਾ ਇਸ ਲਈ ਵਿਖਾਈ ਕਿ ਇਸ ਦੀ ਮਦਦ ਨਾਲ ਕੁਲੀ ਮੁੜ ਉਸਦਾ ਸਮਾਨ ਚੁੱਕਣ ਜੋਗਾ ਹੋ ਜਾਵੇਗਾ, ਪਰ ਵਿਅਰਥ। ਇਸ ਵੇਲੇ ਬਾਬੂ ਨੂੰ ਬਣੀ ਖੇਤ ਵੱਲੋਂ ਦੋ ਮੱਧਮ ਜਿਹੇ ਟਿਮਕਣੇ ਆਉਂਦੇ ਦਿਖਾਈ ਦਿੱਤੇ, ਮਸੇ ਮੋਮਬੱਤੀਆਂ ਜਿੰਨੇ। ਬਰਫ਼ ਇਸ ਤੇਜ਼ੀ ਨਾਲ ਡਿੱਗ ਰਹੀ ਸੀ, ਜ਼ਰੂਰ ਕੋਈ ਮੋਟਰ ਆ ਰਹੀ ਹੈ। ਇਹ ਖਿਆਲ ਕਰਕੇ ਉਹ ਸੜਕ ਦੇ ਐਨ ਲਾਗੇ ਜਾ ਖਲੋਤਾ ਤੇ ਇਸ ਦਾ ਖਿਆਲ ਠੀਕ ਨਿਕਲਿਆ। ਇਹ ਮਿਲਟਰੀ ਦੀ ਇੱਕ ਜੀਪ ਸੀ, ਜਿਹੜੀ ਸ਼ਾਇਦ ਬੈਲੂਨ ਦੀ ਛਾਵਣੀ ਵੱਲ ਜਾ ਰਹੀ ਸੀ। ਜੀਪ ਬੜੀ ਧੀਮੀ ਤੋਰੇ ਤੁਰ ਰਹੀ ਸੀ। ਇਸ ਹਾਲਤ ਵਿੱਚ ਗੱਡੀ ਸਲਿੱਪ ਹੋਣ ਦਾ ਖਤਰਾ ਹੁੰਦਾ ਹੈ। ਬਾਬੂ ਨੇ ਦੋਹਾਂ ਬਾਹਾਂ ਖੜੀਆਂ ਕਰਕੇ ਗੱਡੀ ਰੋਕਣ ਦਾ ਸੰਕੇਤ ਕੀਤਾ ਤੇ ਗੱਡੀ ਉਸ ਦੇ ਲਾਗੇ ਆ ਕੇ ਰੁਕ ਗਈ। ਜੀਪ ਵਿੱਚ ਕੇਵਲ ਇੱਕੋ ਇੱਕ ਫੌਜੀ ਡਰਾਈਵਰ ਸੀ। ਬਾਬੂ ਨੇ ਉਸ ਪਾਸ ਪੁੱਜ ਕੇ ਆਪਣਾ ਮਨੋਰਥ ਪ੍ਰਗਟ ਕੀਤਾ ਤੇ ਸ਼ਾਇਦ ਕੁਝ ਨਜ਼ਰਾਨਾ ਤਾਰਨ ਦੀ ਵੀ ਪੇਸ਼ਕਸ਼ ਕੀਤੀ। ਵਿਸ਼ੇਸ਼ ਕਰਕੇ ਬਾਬੂ ਦੇ ਹੱਥ ਵਿੱਚ ਫੜੀ ਹੋਈ ਬੋਤਲ ਤੇ ਸ਼ਾਇਦ ਡਰਾਈਵਰ ਦੇ ਦਇਆ ਭਾਵ ਨੂੰ ਹੋਰ ਵੀ ਉਤੇਜਿਤ ਕੀਤਾ। ਉਸ ਨੇ ਪ੍ਰਸਤਾਵ ਸਵੀਕਾਰ ਕਰ ਲਿਆ ਤੇ ਫਿਰ ਦੋਹਾਂ ਨੇ ਸਾਂਝੇ ਜ਼ੋਰ ਨਾਲ ਪੁਲੀ ਉਤਲੇ ਸਮਾਨ ਚੁੱਕ ਕੇ ਜੀਪ ਵਿੱਚ ਜਾ ਟਿਕਾਇਆ। ਸਵਾਰ ਹੋਣ ਤੋਂ ਪਹਿਲਾਂ ਬਾਬੂ ਨੇ ਇੱਕ ਫਿਰੂਤੂ ਨਜ਼ਰ ਨਾਲ ਕੁਲੀ ਵੱਲ ਝਾਕਿਆ। ਕੁਲੀ ਦਾ ਸਰੀਰ ਹੁਣ ਢੋਅ ਨਾਲ ਹਟ ਕੇ ਜ਼ਮੀਨ 'ਤੇ ਵਿਛਿਆ ਹੋਇਆ ਸੀ, ਜਿਸ ਉੱਤੇ ਚੜ੍ਹੀ ਹੋਈ ਬਰਫ਼ ਦੀ ਤਹਿ ਚਿੱਟੇ ਖੱਫਣ ਵਾਂਗ ਦਿਖਾਈ ਦੇ ਰਹੀ ਸੀ। ਇਸ ਕੋਝੇ ਦੇ ਨਹਿਸ਼ ਜਿਹੇ ਦ੍ਰਿਸ਼ ਵੱਲੋਂ ਬਾਬੂ ਨੇ ਝਟਪਟ ਨਜ਼ਰ ਫੇਰ ਲਈ ਤੇ ਆਪਣੇ ਓਵਰਕੋਟ ਉਤਲੀ ਬਰਫ਼ ਝਾੜਦਾ ਹੋਇਆ ਛੇਤੀ ਨਾਲ ਜੀਪ ਵਿੱਚ ਸਵਾਰ ਹੋ ਗਿਆ। ਜੀਪ ਤੁਰ ਪਈ। ਇੱਕ ਖੁੱਲ੍ਹੀ ਮੋਕਲੀ ਸੀਟ 'ਤੇ ਆਰਾਮ ਨਾਲ ਬੈਠ ਕੇ ਬਾਬੂ ਨੇ ਤਸੱਲੀ ਨਾਲ ਲੰਬਾ ਸਾਹ ਲੈਂਦਿਆਂ ਉਚਾਰਿਆ, ਹਰੀ ਓਮ। ਬਰਫ਼ ਪੂਰੇ ਜ਼ੋਰ ਵਿੱਚ ਪੈ ਰਹੀ ਸੀ, ਜਿਸ ਵਿੱਚ ਹੁਲਾਸ ਤੇ ਆਨੰਦ ਭਰੀਆਂ ਨਜ਼ਰਾਂ ਨਾਲ ਧੱਕਦਾ ਹੋਇਆ ਉਹ ਇੱਕ ਵਾਰੀ ਫੇਰ ਮਸਤੀ ਵਿੱਚ ਲੋਟ-ਪੋਟ ਹੋ ਗਿਆ। ਥੋੜ੍ਹਾ ਕੁ ਅਗਾਂਹ ਜਾ ਕੇ ਉਹ ਆਪਣੇ ਸਮਾਨ ਦੀ ਤੇ ਆਪਣੇ ਨਗਾਂ ਦੀ ਗਿਣਤੀ ਕਰਨ ਲੱਗ ਪਿਆ। ਉਸਨੂੰ ਖ਼ਤਰਾ ਸੀ ਮਤਾ ਕੋਈ ਚੀਜ਼ ਪੁਲੀ 'ਤੇ ਰਹਿ ਗਈ ਹੋਵੇ, ਪਰ ਨਗਾਂ ਦੀ ਗਿਣਤੀ ਪੂਰੀ ਸੀ, ਕੁਝ ਵੀ ਨਹੀਂ ਸੀ ਗਵਾਚਿਆ। ਉਹ ਮੁੜ ਉਸੇ ਫਿਲਮੀ ਗੀਤ ਨੂੰ ਝੂਮ-ਝੂਮ ਕੇ ਗਾਣ ਲੱਗ ਪਿਆ, ਚੱਲ ਚੱਲ ਰੇ ਨੌਜਵਾਨ। ਸਮਾਪਤ। ਧੰਨਵਾਦ। ਨਾਨਕ ਸਿੰਘ ਦੀ ਪੁਸਤਕ ਸੁਪਨਿਆਂ ਦੀ ਕਬਰ ਦਾ ਅਗਲਾ ਭਾਗ, ਇਨਾਮੀ ਕਹਾਣੀ। ਬੰਬੇ ਮੇਲ 80 ਮੀਲ ਘੰਟੇ ਦੀ ਰਫ਼ਤਾਰ ਨਾਲ ਉੱਡੀ ਜਾ ਰਹੀ ਸੀ ਤੇ ਇਸ ਨਾਲੋਂ ਵੀ ਕਿਤੇ ਬਹੁਤੀ ਤੇਜ਼ੀ ਨਾਲ, ਸ਼ਾਇਦ 100 ਜਾਂ 150 ਮੀਲ ਦੀ ਰਫ਼ਤਾਰ ਨਾਲ ਇਸ ਵੇਲੇ ਪ੍ਰਮੋਦ ਦੇ ਖਿਆਲਾਂ ਦੀ ਗੱਡੀ ਚੱਲ ਰਹੀ ਸੀ। ਉਹ ਫਸਟ ਕਲਾਸ ਵਿੱਚ ਸਫ਼ਰ ਕਰ ਰਹੇ ਸਨ। ਸਾਡੇ ਦੇਸ਼ ਦੇ ਕਿਸੇ ਸਾਹਿਤਕਾਰ ਦਾ ਏਡੇ ਉੱਚੇ ਦਰਜੇ ਵਿੱਚ ਸਫ਼ਰ ਕਰਨਾ ਭਾਵੇਂ ਨਾ ਮੰਨਣ ਦੇ ਬਰਾਬਰ ਹੈ, ਪਰ ਨਾ ਮੰਨੇ ਜਾਣ ਵਾਲੀਆਂ ਗੱਲਾਂ ਵੀ ਉੱਥੇ ਆ ਕੇ ਮੰਨਣ ਯੋਗ ਹੋ ਜਾਇਆ ਕਰਦੀਆਂ ਨੇ, ਜਿੱਥੇ ਮਨੁੱਖ ਉੱਤੇ ਲੱਛਮੀ ਦੀ ਨਜ਼ਰ ਸਵੱਲੀ ਹੋਵੇ। ਪ੍ਰਮੋਦ ਜੀ ਜਿੱਥੇ ਇੱਕ ਉੱਚੇ ਦਰਜੇ ਦੇ ਸਾਹਿਤਕਾਰ ਮੰਨੇ ਜਾਂਦੇ ਨੇ, ਉੱਥੇ ਇੱਕ ਤਕੜੇ ਕਾਰੋਬਾਰ ਵੀ। ਕਾਰੋਬਾਰ ਆਮ ਕਿਸਮ ਦਾ ਨਹੀਂ, ਖਾਸ ਕਿਸਮ ਦਾ ਕਰਦੇ ਨੇ। ਪ੍ਰਗਟ ਤੌਰ 'ਤੇ ਉਹਨਾਂ ਨੇ ਭਾਵੇਂ ਕੋਈ ਪੇਸ਼ਾਵਰਾਨਾ ਝੰਜਟ ਨਹੀਂ ਸਹੇੜਿਆ ਹੋਇਆ, ਪਰ ਕੁਝ ਇੱਕ ਸਮਝਦਾਰੀ ਤੇ ਵਪਾਰੀ ਦਿਮਾਗੀ ਵਾਲੇ ਦੋਸਤਾਂ ਦੇ ਸਹਿਯੋਗ ਨਾਲ ਉਹਨਾਂ ਦਾ ਕਾਰੋਬਾਰ ਵਾਹਵਾਂ ਚੜ੍ਹਦੀਆਂ ਕਲਾ ਵਿੱਚ ਹੈ। ਪਾਰਟੀਸ਼ਨ ਤੋਂ ਬਾਅਦ ਜਿੱਥੇ ਅਣਗਿਣਤ ਲੋਕਾਂ ਲਈ ਰੋਜੀ ਦਾ ਸਵਾਲ ਇੱਕ ਭਾਰੀ ਸੰਕਟ ਬਣ ਗਿਆ ਹੈ, ਉੱਥੇ ਇੱਕ ਪਾਰਟੀਸ਼ਨ ਦੀ ਕਿਰਪਾ ਨਾਲ ਪ੍ਰਮੋਦ ਜੀ ਦੇ ਘਰ ਵਿੱਚ ਲਹਿਰ ਬਹਿਰ ਹੋ ਗਈ। ਪਾਕਿਸਤਾਨ ਤੇ ਭਾਰਤ ਦੀ ਸਰਹੱਦ ਉੱਤੇ ਗੁਪਤ ਤੌਰ 'ਤੇ ਜਿਹੜਾ ਵਪਾਰ ਹੁੰਦਾ ਹੈ, ਉਹਨਾਂ ਦੀ ਕਿਰਪਾ ਨਾਲ ਇਹਨਾਂ ਨੇ ਵੀ ਚੰਗੇ ਹੱਥ ਰੰਗ ਲਏ ਨੇ। ਸੱਚ ਪੁੱਛੋ ਤਾਂ ਇਹ ਸਭ ਉਹਨਾਂ ਦੀ ਸਾਹਿਤਕਾਰਤਾ ਦੀ ਹੀ ਕਿਰਪਾ ਹੈ। ਹਰ ਮਹਿਕਮੇ ਦੇ ਲੋਕਾਂ ਨਾਲ ਉਹਨਾਂ ਦਾ ਮੇਲ ਮਿਲਾਪ ਹੈ, ਜਿਸ ਕਰਕੇ ਸਮਗਲਿੰਗ ਦੇ ਪੇਸ਼ੇ ਵਿੱਚ ਉਹਨਾਂ ਨੂੰ ਐਸਾ ਕੋਈ ਖਤਰਾ ਨਹੀਂ ਪੈਦਾ ਹੁੰਦਾ। ਇੰਨੀ ਦਿਨੀਂ ਪਾਕਿਸਤਾਨ ਵਿੱਚ ਕਰੰਸੀ ਦੀਆਂ ਕੀਮਤਾਂ ਵਧੇਰੇ ਡਿੱਗੀਆਂ ਹੋਣ ਕਰਕੇ ਸੋਨੇ ਚਾਂਦੀ ਦਾ ਬਿਜ਼ਨਸ ਕਈ ਲੋਕਾਂ ਦੀ ਆਮਦਨੀ ਦਾ ਇੱਕ ਚੰਗਾ ਵਸੀਲਾ ਬਣਿਆ ਹੋਇਆ ਸੀ ਤੇ ਪ੍ਰਮੋਦ ਹੋਰੀ ਵੀ ਅੱਜ ਕੱਲ੍ਹ ਇਸੇ ਕੰਮ ਵਿੱਚੋਂ ਨਿਆਰੇ ਵਿਆਰੇ ਕਰ ਰਹੇ ਸਨ। ਇਸ ਮਤਲਬ ਲਈ ਉਹਨਾਂ ਨੂੰ ਅਕਸਰ ਦਿੱਲੀ, ਬੰਬਈ ਆਦਿ ਸ਼ਹਿਰਾਂ ਦਾ ਸਫ਼ਰ ਕਰਨਾ ਪੈਂਦਾ ਹੈ। ਪਾਕਿਸਤਾਨ ਤੋਂ ਜਿਹੜਾ ਸੋਨਾ ਇੱਧਰ ਵੇਚਣ ਲਈ ਲਿਆਇਆ ਜਾਂਦਾ ਹੈ, ਉਸ ਦੀ ਵਿਕਰੀ ਲਈ ਦਿੱਲੀ, ਕਲਕੱਤਾ ਜਾਂ ਬੰਬਈ ਚੰਗੀਆਂ ਮੰਡੀਆਂ ਸਨ। ਅੰਮ੍ਰਿਤਸਰ ਵਿੱਚ ਵੀ ਪਹਿਲਾਂ ਪਹਿਲ ਇਹ ਵਪਾਰ ਕਾਫੀ ਚੱਲਦਾ ਸੀ,
ਪਰ ਇੰਨੀ ਦਿਨੀ ਕਸਟਮ ਤੇ CID ਦਾ ਮਹਿਕਮਾ ਵਧੇਰੇ ਚੌਕਸ ਹੈ, ਜਿਸ ਕਰਕੇ ਇਹੋ ਸਾਰੇ ਮਾਲ ਦੀ ਖਪਤ ਲਈ ਸਿਆਣੇ ਵਪਾਰੀਆਂ ਨੂੰ ਅੰਬਾਲੇ ਦੀਆਂ ਹੱਦਾਂ ਲਈ ਮਜਬੂਰ ਹੋਣਾ ਪੈਂਦਾ ਹੈ। ਅੱਜ ਪ੍ਰਮੋਦ ਜੀ ਇੱਕ ਨਹੀਂ ਦੋ ਮਾਰਾਂ 'ਤੇ ਦਿੱਲੀ ਜਾ ਰਹੇ ਨੇ। ਇੱਕ ਤਾਂ 8-10 ਹਜ਼ਾਰ ਦਾ ਸੋਨਾ ਵੇਚਣ ਲਈ, ਦੂਸਰਾ ਦਿੱਲੀ ਵਿੱਚ ਹੋਣ ਵਾਲੇ ਇੱਕ ਸਾਹਿਤ ਸੰਮੇਲਨ ਨੂੰ ਸੁਸ਼ੋਭਿਤ ਕਰਨ ਲਈ। ਸਾਹਿਤ ਸੰਮੇਲਨਾਂ ਨਾਲ ਮੁੱਢ ਤੋਂ ਹੀ ਇਹਨਾਂ ਦੀ ਦਿਲਚਸਪੀ ਹੈ। ਸੱਚ ਪੁੱਛੋ ਤਾਂ ਪ੍ਰਮੋਦ ਜੀ ਦੀ ਮੌਜੂਦਗੀ ਬਿਨਾਂ ਕੋਈ ਸੰਮੇਲਨ ਹੀ ਨਹੀਂ ਅਖਵਾ ਸਕਦਾ। ਪਰ ਐਤਕਾਂ ਤਾਂ ਉੱਥੇ ਕਹਾਣੀ ਪ੍ਰਯੋਗਤਾ ਦਾ ਵੀ ਇੱਕ ਬੜਾ ਜ਼ਬਰਦਸਤ ਮੁਕਾਬਲਾ ਵੀ ਹੋ ਰਿਹਾ ਹੈ, ਜਿਸ ਦਾ ਪਹਿਲਾ ਇਨਾਮ 500, ਦੂਜਾ 200 ਅਤੇ ਤੀਜਾ 100 ਦਾ ਰੱਖਿਆ ਗਿਆ ਹੈ। ਤੇ ਪ੍ਰਮੋਦ ਜੀ ਨੂੰ ਪਹਿਲਾ ਇਨਾਮ ਜਿੱਤਣ ਦੀ 100% ਉਮੀਦ ਹੈ। ਭਾਵੇਂ ਏਡੇ ਧਨੀ ਮਾਨੀ ਆਦਮੀ ਲਈ 500-700 ਰੁਪਏ ਦੀ ਰਕਮ ਕੁਝ ਵੀ ਅਰਥ ਨਹੀਂ ਰੱਖਦੀ, ਪਰ ਜਦ ਕਿ ਇੱਕੋ ਫੇਰੇ ਵਿੱਚ ਹਜ਼ਾਰਾਂ ਦੇ ਨਿਆਰੇ ਵਿਆਰੇ ਕਰਨ ਦਾ ਗੁਰ ਉਹਨਾਂ ਪਾਸ ਮੌਜੂਦ ਹੈ। ਪਰ ਇਨਾਮ ਵਿੱਚ ਇੱਕ ਖਾਸ ਕਿਸਮ ਦਾ ਨਸ਼ਾ ਹੁੰਦਾ ਹੈ। ਤਾਈਂ ਤਾਂ ਸਿਆਣਿਆਂ ਕਿਹਾ ਹੈ ਕਿ ਇਨਾਮ ਦਾ ਛਿੱਤਰ ਵੀ ਮਾਣ ਨਹੀਂ ਹੁੰਦਾ। ਫਸਟ ਕਲਾਸ ਦਾ ਸਫ਼ਰ ਕਰਨਾ ਪ੍ਰਮੋਦ ਜੀ ਲਈ ਸ਼ਾਇਦ ਇਸ ਕਰਕੇ ਜ਼ਰੂਰੀ ਹੈ ਕਿ ਇਸ ਦਰਜੇ ਵਿੱਚ ਬੈਠੇ ਮੁਸਾਫਰਾਂ ਉੱਤੇ ਕਿਸੇ ਕਿਸਮ ਦਾ ਸ਼ੱਕ ਨਹੀਂ ਹੋ ਸਕਦਾ। ਇਸੇ ਵੇਲੇ ਜਦ ਗੱਡੀ ਘੂਕਰ ਬੰਨੀ ਸਟੇਸ਼ਨ ਲੰਘਦੀ ਜਾ ਰਹੀ ਸੀ, ਪ੍ਰਮੋਦ ਜੀ ਆਪਣੀ ਗੁਦਗੁਦੀ ਸੀਟ ਦਾ ਢੱਸ ਨਾ ਲਾਈ ਬੈਠੇ ਲਿਖਤੀ ਵਰਕਿਆਂ ਦਾ ਥੱਬਾ ਪੜਚੋਲ ਰਹੇ ਸਨ। ਕਹਾਣੀ ਜਿਹੜੀ ਉਹ ਉੱਪਰੋਂ ਥੱਲੀ 3 ਵਾਰ ਲਿਖ ਕੇ ਲਿਆਏ ਸਨ, ਅਜੇ ਵੀ ਮਤੇ ਉਸ ਵਿੱਚ ਕੋਈ ਤਰੁੱਟੀ ਰਹਿ ਗਈ ਹੋਵੇ। ਇਸ ਖਿਆਲ ਨਾਲ ਉਹਨਾਂ ਨੂੰ ਬੜੀ ਘੋਖ ਨਾਲ ਪੜ੍ਹਦੇ ਹੋਏ ਨਾਲੋਂ ਨਾਲ ਕੁਝ ਸੋਧ ਸੁਧਾਈ ਵੀ ਕਰੀ ਜਾ ਰਹੇ ਸਨ। ਜਿਉਂ-ਜਿਉਂ ਪੜ੍ਹੀ ਜਾਂਦੇ ਉਹਨਾਂ ਦਾ ਉਤਸ਼ਾਹ ਵਧੀ ਜਾਂਦਾ। ਏਡੀ ਹਿਰਦੇ ਛੋਹੀ ਤੇ ਇਤਨੀ ਸਮਾਜ ਉਭਾਰ ਕਹਾਣੀ, ਜਿਸ ਦੀ ਸਤਰ ਵਿੱਚੋਂ ਸ਼ਰਾਰੇ ਉੱਠ ਰਹੇ ਸਨ। ਉਹ ਖੁਸ਼ੀ ਵਿੱਚ ਝੂਮਦੇ ਹੋਏ ਸੋਚ ਰਹੇ ਸਨ, ਕਿਹੜੇ ਗਲਪਕਾਰ ਮਾਂ ਨੇ ਜੰਮਿਆ ਹੈ ਜਿਹੜੇ ਇਸ ਦੇ ਜੋੜ ਦੀ ਚੀਜ਼ ਲਿਖ ਸਕੇਗਾ। ਕੀ ਇਨਾਮੀ ਮੁਕਾਬਲੇ ਵਿੱਚ ਕਿਸੇ ਹੋਰ ਦੀ ਕਹਾਣੀ ਇਸ ਦੇ ਸਾਹਵੇਂ ਟਿਕ ਸਕੇਗੀ? ਬਸ ਪਹਿਲਾ ਇਨਾਮ ਮੇਰਾ ਹੈ। ਇਸ ਵੇਲੇ ਉਹ ਕਹਾਣੀ ਨੂੰ ਨਿਰਾ ਸੋਧ ਹੀ ਨਹੀਂ ਰਹੇ ਸਨ, ਇਸ ਵਿੱਚੋਂ ਇੱਕ ਅਚੰਭਤ ਕਿਸਮ ਦਾ ਸੁਆਦ ਵੀ ਮਾਣ ਰਹੇ ਸਨ, ਤੇ ਸੁਆਦ ਵਿੱਚ ਲੋਟ ਹੋ ਕੇ ਉਹਨਾਂ ਨੂੰ ਸੁਧਾਈ ਕਰਨ ਦਾ ਵੀ ਚੇਤਾ ਭੁੱਲ ਚੁੱਕਾ ਸੀ। ਉਹ ਇਸ ਵੇਲੇ ਕਹਾਣੀ ਦਾ ਛੇਕੜਲਾ ਅੱਧਾ ਜਰਾ ਉੱਚੀ ਪੜ੍ਹ ਰਹੇ ਸਨ। ਉੱਚੀ ਇਸ ਕਰਕੇ ਇਸ ਡੱਬੇ ਵਿੱਚ ਹੋਰ ਕੋਈ ਸਵਾਰੀ ਨਹੀਂ ਸੀ। ਇੱਕ ਕੋਈ ਫੌਜੀ ਅਫਸਰ ਜਿਹਾ ਅੰਮ੍ਰਿਤਸਰੋਂ ਚੜ੍ਹਿਆ ਸੀ, ਜਿਹੜਾ ਜਲੰਧਰ ਦੇ ਸਟੇਸ਼ਨ ਉੱਤੇ ਉਤਰ ਗਿਆ ਸੀ। ਦੂਸਰਾ ਸ਼ਾਇਦ ਉੱਚੀ ਪੜ੍ਹਨ ਦੇ ਕਾਰਨ ਇਹ ਵੀ ਸੀ ਕਿ ਇੰਜ ਇੱਕ ਤਰ੍ਹਾਂ ਨਾਲ ਰਿਹਰਸਲ ਹੋ ਜਾਏਗੀ। ਕਹਾਣੀ ਉਹਨਾਂ ਪੜ੍ਹ ਕੇ ਸੁਣਾਣੀ ਸੀ ਸੰਮੇਲਨ ਵਿੱਚ। ਪ੍ਰਮੋਦ ਜੀ ਇਸ ਵੇਲੇ ਪੂਰੀ ਅਦਾ ਤੇ ਜੋਸ਼ ਵਿੱਚ ਪੜ੍ਹੀ ਜਾ ਰਹੇ ਅਥਵਾ ਰਿਹਰਸਲ ਕਰ ਰਹੇ ਸਨ। ਅਦਾਲਤ ਦਾ ਕਮਰਾ ਦਰਸ਼ਕਾਂ ਨਾਲ ਖਚਾ-ਖਚ ਭਰਿਆ ਹੋਇਆ ਸੀ। ਮੁਲਜ਼ਮ ਨੂੰ ਹਾਜ਼ਰ ਕੀਤਾ ਗਿਆ, ਜਿਸ ਉੱਤੇ ਚੋਰੀ ਦਾ ਦੋਸ਼ ਸੀ। ਇੱਕ ਮਾੜੂਆ ਜਿਹਾ ਗੱਭਰੂ, ਜਿਸ ਦੇ ਦੋਵੇਂ ਹੱਥ ਹੱਥਕੜੀਆਂ ਵਿੱਚ ਜਕੜੇ ਹੋਏ ਸਨ। ਦਰਸ਼ਕਾਂ ਦੀਆਂ ਨਜ਼ਰਾਂ ਚੋਰ ਉੱਤੇ ਇੰਜ ਗੱਡੀਆਂ ਸਨ ਜਿਵੇਂ ਕਿਸੇ ਦਿਲਚਸਪ ਨਾਟਕ ਦੇ ਹੀਰੋ ਉੱਤੇ। ਹਰ ਕੋਈ ਇੱਕ ਦੂਜੇ ਦੇ ਕੰਨ ਵਿੱਚ ਕਹਿ ਰਿਹਾ ਸੀ, ਸ਼ਕਲ ਤੋਂ ਕਿੱਡਾ ਹੀ ਸਾਊ ਜਾਪਦਾ ਹੈ, ਹੱਥ ਕੱਥ ਤੋਂ ਪੜ੍ਹਿਆ ਲਿਖਿਆ ਮਾਲੂਮ ਹੁੰਦਾ ਹੈ। ਪਹਿਰਾਵਾ ਵੇਖ ਕੇ ਕੋਈ ਕਹਿ ਨਹੀਂ ਸਕਦਾ ਕਿ ਇਸਨੇ ਇੱਕ ਸ਼ਰੀਫ ਆਦਮੀ ਦੇ ਘਰ ਨੂੰ ਸੰਨ ਲਾ ਕੇ ਫੇਰ ਵੇਖੋ ਕਿ ਬੇਈਮਾਨ ਨੇ ਚੋਰੀ ਵੀ ਐਸੀ ਸਫਾਈ ਨਾਲ ਕੀਤੀ ਕਿ ਘਰ ਵਾਲੇ ਲਾਗੇ ਸੁੱਤੇ ਰਹੇ ਤੇ ਕਿਸੇ ਨੂੰ ਕੰਨੋ ਕੰਨੀ ਖਬਰ ਨਾ ਹੋਈ। ਬਾਈ ਸਾਇੰਸ ਦਾ ਜ਼ਮਾਨਾ ਆਇਆ। ਚੋਰੀਆਂ ਵੀ ਅੱਜ ਕੱਲ੍ਹ ਸਾਇੰਟੀਫਿਕ ਤਰੀਕਿਆਂ ਨਾਲ ਹੁੰਦੀਆਂ ਨੇ। ਲੋਕ ਕੋਲੋਫਾਰਮ ਸੁੰਘਾ ਕੇ ਘਰ ਵਾਲਿਆਂ ਨੂੰ ਬੇਹੋਸ਼ ਕਰ ਦਿੰਦੇ ਨੇ। ਇੱਧਰ ਇਹ ਕੰਨੋਂ ਘਰਕੀਆਂ ਹੋ ਰਹੀਆਂ ਸਨ, ਉੱਧਰ ਇਸਤਗਾਸੇ ਦਾ ਵਕੀਲ ਚੋਰ ਉੱਤੇ ਜਰਾ ਕਰ ਰਿਹਾ ਸੀ। ਕੀ ਕਿਹਾ ਏ? ਤੇਰੀ ਤਾਲੀਮ BA ਤੱਕ ਹੈ? ਹਾਂ ਜਨਾਬ, BA ਕੀਤਿਆਂ ਮੈਨੂੰ 6 ਸਾਲ ਹੋ ਗਏ ਨੇ। ਤੇ ਚੋਰੀ ਕਰਦਿਆਂ ਕਿੰਨੇ ਸਾਲ? ਚੋਰੀ ਦਾ ਪੇਸ਼ਾ ਮੈਂ ਥੋੜ੍ਹੇ ਹੀ ਚਿਰ ਤੋਂ ਇਖਤਿਆਰ ਕੀਤਾ ਹੈ ਜਨਾਬ। ਤੇ ਬਾਕੀ ਇਤਨੇ ਸਾਲ ਕੀ ਕਰਦਾ ਰਿਹਾ ਏ? ਉਹ ਮੈਂ ਕੰਮ ਕਾਰ ਦੀ ਤਲਾਸ਼ ਵਿੱਚ ਗੁਜ਼ਾਰੇ ਨੇ। ਤੇ ਫਿਰ ਕੰਮ ਤੈਨੂੰ ਲੱਭਾ ਕੋਈ ਨਾ? ਲੱਭੇ ਤਾਂ ਕਈ, ਪਰ ਮੇਰੇ ਪਸੰਦ ਨਹੀਂ ਸਨ। ਕੀ ਮਤਲਬ? ਮਤਲਬ ਇਹ ਕਿ ਚੋਰਾਂ ਪਾਸ ਨੌਕਰੀ ਕਰਨੀ ਮੈਨੂੰ ਮਨਜ਼ੂਰ ਨਹੀਂ ਸੀ। ਮੈਂ ਚਾਹੁੰਦਾ ਸਾਂ ਕੋਈ ਹੱਕ ਇਮਾਨ ਦੀ ਨੌਕਰੀ ਮਿਲੇ। ਅੱਵਲ ਤਾਂ ਜਿੱਥੇ ਵੀ ਕੋਈ ਥਾਂ ਖਾਲੀ ਹੁੰਦੀ ਉੱਥੇ ਰਿਸ਼ਵਤ ਤੇ ਸਿਫਾਰਸ਼ ਨਾਲ ਕਾਮਯਾਬੀ ਹੋ ਸਕਦੀ ਸੀ। ਪਰ ਮੈਂ ਅਸਲੂਲਨ ਦੇ ਖਿਲਾਫ ਸਾਂ, ਤੇ ਜੇ ਕਿਸੇ ਸੇਠ ਸ਼ਾਹੂਕਾਰ ਪਾਸ ਥਾਂ ਮਿਲਦੀ ਤਾਂ ਉੱਥੇ ਮੈਨੂੰ ਚੋਰਾਂ ਵਾਲਾ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ। ਚੋਰਾਂ ਵਾਲਾ ਕੰਮ?
ਹਾਂ ਜਨਾਬ, ਬਲੈਕ ਕਰਨੀ, ਇਨਕਮ ਟੈਕਸ ਬਚਾਉਣ ਲਈ ਜਾਲੀ ਵਹੀਆਂ ਖਾਤਿਆਂ ਰੱਖਣੇ ਤੇ ਹੋਰ ਇਹੋ ਜਿਹੇ ਕਿੰਨਾ ਕੁਝ। ਪਰ ਮੈਂ ਇੱਕ ਦਿਆਨਤਦਾਰ ਬਣ ਕੇ ਜੀਣਾ ਚਾਹੁੰਦਾ ਸਾਂ। ਦਰਸ਼ਕਾਂ ਦਾ ਧਿਆਨ ਇਸ ਅਨੋਖੇ ਚੋਰ ਦੀਆਂ ਚੰਭਿਤ ਗੱਲਾਂ ਵੱਲ ਖਿੱਚਿਆ ਹੋਇਆ ਸੀ। ਅਦਾਲਤ ਦੇ ਕਮਰੇ ਵਿੱਚ ਸੰਨਾਟਾ ਸੀ, ਜਿਸ ਨੂੰ ਇਸਤਗਾਸੇ ਦੇ ਵਕੀਲ ਤੇ ਚੋਰ ਦਾ ਵਾਰਤਾਲਾਪ ਹੀ ਤੋੜ ਰਿਹਾ ਸੀ। ਵਕੀਲ ਨੇ ਫਿਰ ਸਵਾਲ ਕੀਤਾ, ਤੇ ਅਖੀਰ ਤੈਨੂੰ ਦਿਆਨਤਦਾਰੀ ਦਾ ਕੰਮ ਲੱਭ ਹੀ ਪਿਆ, ਜਿਹੜਾ ਤੂੰ ਪਰਸੋਂ ਰਾਤੀ ਸੇਠ ਬਿਸ਼ਨ ਦਾਸ ਦੇ ਘਰ 'ਚੋਂ 10,000 ਦੀ ਰਕਮ ਤਨਖਾਹ ਵਜੋਂ ਵਸੂਲ ਕੀਤੀ। ਕਿਉਂ, ਠੀਕ ਹੈ ਇਹ? ਤੁਸੀਂ ਠੀਕ ਫਰਮਾ ਰਹੇ ਹੋ ਜਨਾਬ। ਮੇਰੇ ਲਈ ਛੁੱਟ ਇਸ ਤੋਂ ਹੋਰ ਕੋਈ ਦਿਆਨਤਦਾਰੀ ਦਾ ਕੰਮ ਨਹੀਂ ਸੀ ਰਹਿ ਗਿਆ। ਜੇ ਤੁਹਾਨੂੰ ਮੇਰੀ ਗੱਲ ਦਾ ਇਤਬਾਰ ਨਾ ਹੋਵੇ ਤਾਂ ਉਹ ਤੁਹਾਡੇ ਸਾਹਮਣੇ ਬੈਠੇ ਨੇ ਸੇਠ ਸਾਹਿਬ, ਇਹਨਾਂ ਨੂੰ ਪੁੱਛ ਕੇ ਵੇਖ ਲਓ। ਦਰਸ਼ਕਾਂ ਦਾ ਧਿਆਨ ਕੁਰਸੀ 'ਤੇ ਬੈਠੇ ਇੱਕ ਗੁੱਗੜਧਾਰੀ ਸੱਜਣ ਵੱਲ ਖਿੱਚਿਆ ਗਿਆ। ਕਿਉਂ ਸੇਠ ਸਾਹਿਬ? ਵਕੀਲ ਨੇ ਮੁੱਦਈ ਨੂੰ ਸੰਬੋਧਨ ਕੀਤਾ। ਇਸ ਬਾਰੇ ਕੁਝ ਕਹਿਣਾ ਚਾਹੁੰਦੇ ਹੋ? ਗੁੱਸੇ ਨਾਲ ਬੁੱਲ ਟੁਕਦਿਆਂ ਸੇਠ ਨੇ ਜਵਾਬ ਦਿੱਤਾ। ਬਕਵਾਸ ਕਰਦਾ ਹਰਾਮਜ਼ਾਦਾ, ਨਾਲੇ ਚੋਰ ਨਾਲ ਚਤਰ। ਵਕੀਲ ਤੇ ਜੱਜ ਦੋਹਾਂ ਨੇ ਮੁਲਜ਼ਮ ਵੱਲ ਗੁੱਸੈਲੀਆਂ ਨਜ਼ਰਾਂ ਨਾਲ ਤੱਕਿਆ, ਪਰ ਮੁਲਾਜ਼ਮ ਨੇ ਉਵੇਂ ਹੀ ਨਿਰਭੈਤਾ ਨਾਲ ਸੇਠ ਨੂੰ ਕਹਿਣਾ ਸ਼ੁਰੂ ਕੀਤਾ। ਨਾਰਾਜ਼ ਨਾ ਹੋਵੋ ਸੇਠ ਸਾਹਿਬ, ਮੈਂ ਮੁਆਦਬਾਨਾ ਅਰਜ਼ ਕਰਦਾ ਹਾਂ ਕਿ ਦੱਸੋ, ਪਿਛਲੇ ਮਹੀਨੇ ਮੈਂ ਲਗਾਤਾਰ ਕਈ ਦਿਨ ਤੁਹਾਡੇ ਦਰੇ ਦੌਲਤ 'ਤੇ ਹਾਜ਼ਰ ਨਹੀਂ ਸਾਂ ਹੁੰਦਾ ਰਿਹਾ ਕਿ ਮੇਰੀ ਬੀਵੀ ਤੇ ਬੱਚੇ ਮਾਰ ਰਹੇ ਨੇ। ਰੱਬ ਵਾਸਤੇ ਮੈਨੂੰ ਕਲਰਕੀ ਦਾ ਕੰਮ ਦਿਓ, ਜਿਸ ਬਾਰੇ ਤੁਸਾਂ ਕੁਝ ਦਿਨ ਪਹਿਲਾਂ ਅਖਬਾਰ ਵਿੱਚ ਇਸ਼ਤਿਹਾਰ ਛਾਪਿਆ ਸੀ, ਤੇ ਛੇਕੜ ਤੁਹਾਨੂੰ ਮੇਰੀ ਹਾਲਤ 'ਤੇ ਦਇਆ ਆ ਗਈ। ਤੁਸਾਂ ਮੈਨੂੰ ਮਨੀਮ ਰੱਖ ਲਿਆ, ਤੇ ਫਿਰ ਜਾਦ ਇਹ ਤੁਸਾਂ ਮੇਰੇ ਜਿੰਮੇ ਕਿਹੜਾ ਕੰਮ ਲਾਇਆ ਸੀ? ਨਕਲੀ ਵਹੀਆਂ ਖਾਤੇ ਤਿਆਰ ਕਰਨ ਦਾ, ਕਿਉਂਕਿ ਉਨੀ ਦਿਨੀ ਇਨਕਮ ਟੈਕਸ ਦਾ ਮਹਿਕਮਾ ਤੁਹਾਡੇ ਮਗਰ ਪਿਆ ਹੋਇਆ ਸੀ, ਜਿਸ ਦਾ ਦਾਅਵਾ ਸੀ ਕਿ ਤੁਸਾਂ ਕਈ ਲੱਖਾਂ ਰੁਪਏ ਇਨਕਮ ਟੈਕਸ ਦੀ ਚੋਰੀ ਕੀਤੀ ਹੈ। ਤੇ ਫਿਰ ਜਦ ਮੈਂ ਇਸ ਕੰਮ ਤੋਂ ਇਨਕਾਰ ਕਰ ਦਿੱਤਾ ਤਾਂ ਤੁਸੀਂ ਇੱਕਦਮ ਗੁੱਸੇ ਵਿੱਚ ਅੱਗ ਬਗੋਲਾ ਹੋ ਉੱਠੇ। ਤੁਸਾਂ ਮੈਨੂੰ ਬੇਇੱਜ਼ਤ ਕਰਕੇ ਆਪਣੇ ਦਫ਼ਤਰ 'ਚੋਂ ਬਾਹਰ ਕੱਢ ਦਿੱਤਾ। ਕੀ ਉਸ ਸੂਰਤ ਵਿੱਚ ਮੇਰੀ ਦਿਆਨਤਦਾਰੀ ਦਾ ਤਕਾਜ਼ਾ ਨਹੀਂ ਸੀ ਕਿ ਤੁਸਾਂ ਵਰਗੇ ਮਹਾਚੋਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤੁਹਾਡੀਆਂ ਕਰਤੂਤਾਂ ਦਾ ਭਾਂਡਾ ਭੰਨਦਾ? ਹੋਰ ਤਾਂ ਕਿਸੇ ਤਰੀਕੇ ਨਾਲ ਮੈਨੂੰ ਤੁਹਾਨੂੰ ਇੱਥੇ ਤੱਕ ਲਿਆਉਣਾ ਨਹੀਂ ਸਾਂ ਸਕਦਾ। ਛੇਕੜ ਮੈਂ ਸੋਚਿਆ ਇਹੋ ਢੰਗ ਠੀਕ ਰਹੇਗਾ ਅਦਾਲਤ ਵਿੱਚ ਲਿਆਉਣ ਦਾ। ਨਾਲੇ ਇੰਜ ਮੇਰੇ ਬਾਲ ਬੱਚੇ ਦਾ ਪੇਟ ਵੀ ਭਰੇਗਾ, ਤੇ ਜਿਹੜਾ ਬਲੈਕਾਂ ਕਰਕੇ ਤੁਸਾਂ ਸਰਮਾਇਆ ਇਕੱਠਾ ਕੀਤਾ ਸੀ ਉਸ ਨੂੰ ਵੀ ਜਰਾ ਹਵਾ ਲੱਗੇਗੀ। ਬਿਲਕੁਲ ਝੂਠ, ਬਿਲਕੁਲ ਬਕਵਾਸ। ਸੇਠ ਹੋਰੀ ਕੁਰਸੀ ਤੋਂ ਉਛਲਦੇ ਹੋਏ ਚਿੱਲਾ ਉੱਠੇ। ਇਹ ਬਦਮਾਸ਼ 2 ਕੋਡੀ ਦਾ ਆਦਮੀ ਮੇਰੀ ਹੱਤਕ ਕਰ ਰਿਹਾ ਹੈ। ਤੇ ਫਿਰ ਉਸ ਨੇ ਹਾਕਮ ਨੂੰ ਸੰਬੋਧਨ ਕੀਤਾ। ਜਨਾਬ, ਇੱਕ ਸ਼ਰੀਫ ਆਦਮੀ ਦੀ ਹੱਤਕ ਕਰਨ ਵਾਲੇ ਨੂੰ ਕਾਨੂੰਨ ਵੱਲੋਂ ਚੋਰੀ ਤੋਂ ਵੱਖਰੀ ਹੋਰ ਵੀ ਸਜ਼ਾ ਮਿਲਣੀ ਚਾਹੀਦੀ ਹੈ। ਜਨਾਬ ਨੂੰ ਪਤਾ ਹੈ ਮੈਂ 1,500 ਇਨਕਮ ਟੈਕਸ ਭਰਦਾ ਹਾਂ। ਮੈਂ ਆਪਣੇ ਮੁਹੱਲੇ ਦਾ ਚੌਧਰੀ ਹਾਂ। ਹਾਕਮ ਨੇ ਆਪਣੀ ਸਖਤ ਘੂਰੀ ਵੱਟੀ ਤੇ ਮੁਲਾਜ਼ਮ ਵੱਲ ਤੱਕਿਆ। ਇਸਤਗਾਸੇ ਦੇ ਵਕੀਲ ਨਾਲੇ ਪ੍ਰਾਸਟੀਕਿਊਟਰ ਇੰਸਪੈਕਟਰ ਨੇ ਵੀ। ਪਰ ਮੁਲਜ਼ਮ ਉੱਤੇ ਇਸ ਦਾ ਕੁਝ ਵੀ ਅਸਰ ਨਹੀਂ ਸੀ। ਉਹ ਕਿਸੇ ਸ਼ੋਖੀ ਵਿੱਚ ਬੋਲਿਆ, 1,500? ਪਰ ਜਿੰਨਾ ਰੁਪਇਆ ਤੁਸਾਂ ਪਿਛਲਾ ਦਿਨੀ ਸਾਲਾਂ ਵਿੱਚ ਬਲੈਕ ਤੋਂ ਕਮਾਇਆ ਹੈ, ਉਸ ਲੇਖੇ ਤਾਂ ਤੁਹਾਨੂੰ ਕਈ ਲੱਖ ਰੁਪਏ ਟੈਕਸ ਦੇਣਾ ਚਾਹੀਦਾ ਸੀ। ਖਾਮੋਸ਼। ਹਾਕਮ ਦੀ ਲਲਕਾਰ ਆਈ। ਕਾਨੂੰਨ ਇਜਾਜ਼ਤ ਨਹੀਂ ਦਿੰਦਾ ਕਿ ਬਗੈਰ ਕਿਸੇ ਸਬੂਤ ਤੋਂ ਇੱਕ ਭਲੇ ਆਦਮੀ ਉੱਤੇ ਇਲਜ਼ਾਮ ਲਾਇਆ ਜਾਵੇ। ਤੈਨੂੰ ਟੂ ਦੀ ਪੁਆਇੰਟ ਗੱਲ ਕਰਨੀ ਚਾਹੀਦੀ ਹੈ, ਤੇ ਉਹ ਵੀ ਜ਼ਿਰਾਂ ਦੇ ਜਵਾਬ ਵਿੱਚ। ਕਹਾਣੀ ਦੇ ਇਸ ਹਿੱਸੇ 'ਤੇ ਪਹੁੰਚ ਕੇ ਪ੍ਰਮੋਦ ਜੀ ਦੀਆਂ ਅੱਖਾਂ ਵਿੱਚ ਨੀਂਦਰ ਰੜਕਣ ਲੱਗ ਪਈ। 2-2.5 ਸਫ਼ੇ ਉਹਨਾਂ ਲਈ ਅਜੇ ਹੋਰ ਪੜ੍ਹਨੇ ਬਾਕੀ ਸਨ, ਪਰ ਨੀਂਦਰ ਦੇ ਗਲਬੇ ਨੇ ਉਹਨਾਂ ਨੂੰ ਇਸ ਵੇਲੇ ਕੁਝ ਸਿਥਲ ਜਿਹਾ ਕਰ ਦਿੱਤਾ ਸੀ। ਬਾਕੀ ਸਫ਼ੇ ਉਹਨਾਂ ਉੱਚੀ ਨਹੀਂ ਸਗੋਂ ਅੰਤਰਮੁਖ ਪੜ੍ਹੇ, ਤੇ ਉਹ ਵੀ ਸਰਸਰੀ ਤੌਰ 'ਤੇ। ਇੱਕ ਵਾਰੀ ਫੇਰ ਉਹਨਾਂ ਦਾ ਮਨ ਇਸ ਸਫਲ ਕਹਾਣੀ ਲਈ ਨਸ਼ਿਆ ਉੱਠਿਆ। ਕਹਾਣੀ ਪਹਿਲਾਂ ਹੀ ਉਹਨਾਂ ਦੇ ਅਨੁਮਾਨ ਤੋਂ ਵੱਧ ਕਾਮਯਾਬ ਲਿਖੀ ਗਈ ਸੀ, ਪਰ ਹੁਣ ਦੀ ਘੱਟ ਵੱਢ ਨੇ ਤਾਂ ਸੋਨੇ ਦੀ ਸੁਹਾਗੇ ਦਾ ਕੰਮ ਕੀਤਾ। ਇੱਕ ਵਾਰੀ ਫੇਰ ਉਹਨਾਂ ਦੇ ਅੰਦਰ ਆਵਾਜ਼ ਉੱਠੀ, ਬਸ ਹੁਣ ਪਹਿਲੇ ਦਰਜੇ ਦਾ ਇਨਾਮ ਮੇਰਾ ਹੈ ਤੇ 100% ਮੇਰਾ। ਕੋਈ ਮਾਈ ਦਾ ਲਾਲ ਇਸ ਦੇ ਟਾਕਰੇ ਵਿੱਚ ਟਿਕ ਨਹੀਂ ਸਕੇਗਾ। ਉਹਨਾਂ ਨੂੰ 1-2 ਉਬਾਸੀਆਂ ਆਈਆਂ, ਤੇ ਫੇਰ 1-2 ਆਕੜਾਂ। ਕੋਲ ਪਏ ਅਟੈਚੀ ਕੇਸ ਦਾ ਉਹਨਾਂ ਢੱਕਣ ਖੋਲ੍ਹਿਆ ਤੇ ਸਾਰੇ ਵਰਕੇ ਤੈਅ ਕਰਕੇ ਉਸ ਵਿੱਚ ਟਿਕਾ ਦਿੱਤੇ। ਅਟੈਚੀ ਵਿਚਲੇ ਇੱਕ ਨਿੱਕਰ ਡੱਬੇ ਨੂੰ ਉਹਨਾਂ ਜਾਚਿਆ, ਤੇ ਫਿਰ ਢੱਕਣ ਬੰਦ ਕਰਕੇ ਤੇ ਅਟੈਚੀ ਨੂੰ ਸਿਰ ਹੇਠ ਰੱਖ ਕੇ ਸੀਟ 'ਤੇ ਫੈਲ ਗਏ। ਲੰਮੇ ਪਿਆਂ ਥੋੜ੍ਹਾ ਚਿਰ ਉਹ ਇਨਾਮੀ ਕਹਾਣੀ ਦਾ ਪਲਾਟ
ਉਹਨਾਂ ਦੇ ਦਿਮਾਗ ਵਿੱਚ ਘੁੰਮਦਾ ਰਿਹਾ। ਫਿਰ ਕੁਝ ਚਿਰ ਬਾਅਦ ਉੱਚੇ ਉੱਚੇ ਘਰਾੜੇ ਮਾਰਨ ਲੱਗ ਪਏ ਅਤੇ ਜਦੋਂ ਉਹਨਾਂ ਦੀ ਜਾਗ ਖੁੱਲ੍ਹੀ ਤਾਂ ਉਹਨਾਂ ਦੇ ਸਿਰ ਨੂੰ ਬੜੇ ਸਖਤ ਕਿਸਮ ਦੇ ਚੱਕਰ ਆ ਰਹੇ ਸਨ। ਵਕਤ ਦੇਖਣ ਲਈ ਜਦ ਰਿਸਟ ਵਾਚ ਤੱਕਣ ਲੱਗੇ ਤਾਂ ਗੁੱਟ ਖਾਲੀ ਸੀ। ਘੜੀ ਸੋਚਦਿਆਂ ਜਦ ਉਹਨਾਂ ਇੱਧਰ ਉੱਧਰ ਝਾਕਣਾ ਸ਼ੁਰੂ ਕੀਤਾ ਤਾਂ ਸਿਰ ਹੇਠਲਾ ਅਟੈਚੀ ਵੀ ਗਾਇਬ ਸੀ। ਅੱਬੜ ਵਾਹੇ ਉੱਠ ਕੇ ਡੱਬੇ ਵਿੱਚ ਚੱਕਰ ਕੱਟਣ ਲੱਗੇ। ਸਿਰ ਅਜੇ ਤਈਕ ਭੌਂ ਰਿਹਾ ਸੀ। ਇਸੇ ਹਾਲਤ ਵਿੱਚ ਉਹਨਾਂ ਦਾ ਹੱਥ ਜੰਜੀਰ ਤੀਕ ਜਾ ਪੁੱਜਿਆ। ਗੱਡੀ ਖੜੀ ਹੋ ਗਈ ਅਤੇ ਖਲੋਣ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਗਾਰਡ ਅਤੇ ਹੋਰ ਕਈ ਮੁਸਾਫਰ ਆ ਮੌਜੂਦ ਹੋਏ। ਪ੍ਰਮੋਦ ਹੁਰਾਂ ਨੂੰ ਇੱਕ ਰੰਗ ਆਉਂਦਾ ਅਤੇ ਇੱਕ ਜਾਂਦਾ ਸੀ। ਉਹਨਾਂ ਨੇ ਮਾਜਰਾ ਗਾਰਡ ਨੂੰ ਦੱਸਿਆ। ਪੁਲਿਸ ਦਾ ਇੱਕ ਸਿਪਾਹੀ ਵੀ ਮੌਜੂਦ ਸੀ। ਕੋਈ ਹੋਰ ਸਵਾਰੀ ਚੜ੍ਹੀ ਸੀ? ਗਾਰਡ ਨੇ ਪੁੱਛਿਆ। ਜੀ ਨਹੀਂ, ਪ੍ਰਮੋਦ ਹੋਰਾਂ ਜਵਾਬ ਦਿੱਤਾ। ਪਰ ਅੰਦਰੋਂ ਉਹਨਾਂ ਨੂੰ ਕੁਝ ਇਸ ਤਰ੍ਹਾਂ ਆਭਾਸ ਹੋਣ ਲੱਗਾ ਜਿਵੇਂ ਥੋੜ੍ਹੀ ਦੇਰ ਪਹਿਲਾਂ ਉਹਨਾਂ ਨੇ ਕਿਸੇ ਚਿੱਟ ਕੱਪੜੀਏ ਨੂੰ ਡੱਬੇ ਵਿੱਚ ਦਾਖਲ ਹੁੰਦਿਆਂ ਤੱਕਿਆ ਸੀ। ਉਸ ਵੇਲੇ ਸ਼ਾਇਦ ਉਹ ਅੱਧ ਨੀਂਦੇ ਦੀ ਹਾਲਤ ਵਿੱਚ ਸਨ। ਗਾਰਡ ਨੇ ਫਿਰ ਪੁੱਛਿਆ, ਚੰਗੀ ਤਰ੍ਹਾਂ ਯਾਦ ਕਰੋ, ਮਤੇ ਕੋਈ ਆਇਆ ਹੋਵੇ? ਜੀ ਥਥਲਾਉਂਦੇ ਹੋਏ ਪ੍ਰਮੋਦ ਜੀ ਬੋਲੇ, ਸ਼ਾਇਦ ਇੱਕ ਮੁਸਾਫਰ ਚੜ੍ਹਿਆ ਤਾਂ ਸੀ, ਪਰ ਉਹ ਤੇ ਕੋਈ ਸ਼ਰੀਫ ਆਦਮੀ ਮਾਲੂਮ ਹੁੰਦਾ ਸੀ, ਚੋਰ ਨਹੀਂ ਸੀ ਜਾਪਦਾ। ਮਹਾਰਾਜ, ਕੋਲੋਂ ਸਿਪਾਹੀ ਬੋਲਿਆ, ਅੱਜ ਕੱਲ੍ਹ ਸ਼ਰੀਫ ਆਦਮੀ ਹੀ ਤਾਂ ਬਹੁਤੀਆਂ ਚੋਰੀਆਂ ਕਰਦੇ ਨੇ। ਇੱਚਰ ਨੂੰ ਇੱਕ ਮੁਸਾਫਰ ਬੋਲਿਆ, ਸ਼ਰੀਫ ਆਦਮੀ ਵਿਚਾਰੇ ਵੀ ਕੀ ਕਰਨ ਜੀ? ਸਰਕਾਰ ਜੋ ਪੜ੍ਹਾ ਕੇ ਬਾਬੂਆਂ ਦੇ ਢੇਰ ਲਾਈ ਜਾਂਦੀ ਏ, ਜਿਸ ਵਿਚਾਰੇ ਨੂੰ ਕੰਮ ਰੁਜ਼ਗਾਰ ਨਾ ਲੱਭੇ ਉਹ ਚੋਰੀਆਂ ਹੀ ਕਰਨਗੇ ਨੇ ਕੀ ਮਾਲੂਮ ਹੁੰਦਾ ਹੈ। ਗਾਰਡ ਨੇ ਕਿਹਾ, ਤੁਹਾਨੂੰ ਬੇਹੋਸ਼ ਕਰਕੇ ਚੋਰੀ ਕੀਤੀ ਗਈ ਹੈ। ਅਜੇ ਤੱਕ ਇੱਥੋਂ ਕਲੋਰੋਫੋਮ ਦੀ ਬੂ ਆ ਰਹੀ ਏ। ਮੇਰਾ ਵੀ ਇਹੋ ਹਾਲ ਹੈ, ਪ੍ਰਮੋਦ ਜੀ ਬੋਲੇ। ਅਜੇ ਤੱਕ ਮੇਰੇ ਸਿਰ ਨੂੰ ਚੱਕਰ ਆ ਰਹੇ ਨੇ। ਪਰ ਤੁਸਾਂ ਚਿਟਕਣੀ ਤੇ ਬੰਦ ਕਰ ਲੈਣੀ ਸੀ, ਗਾਰਡ ਨੇ ਗਿਲਾ ਕੀਤਾ। ਮੈਨੂੰ ਜੀ, ਮੈਂ ਇੱਕ ਕਹਾਣੀ ਪੜ੍ਹਦਾ ਸੌਂ ਗਿਆ, ਚਿਟਕਣੀ ਲਾਉਣ ਦਾ ਚੇਤਾ ਨਹੀਂ ਸੀ ਰਿਹਾ। ਅੱਛਾ, ਤੇ ਅਟੈਚੀ ਵਿੱਚ ਕੀ ਸਮਾਨ ਸੀ? ਜੀ, ਉਸ ਵਿੱਚ ਇੱਕ ਕਹਾਣੀ ਦਾ ਖਰੜਾ ਸੀ ਜਿਹੜਾ ਮੈਂ ਇਨਾਮੀ ਮੁਕਾਬਲੇ ਲਈ ਲਿਖ ਕੇ ਲੈ ਜਾ ਰਿਹਾ ਸਾਂ। ਅੱਛਾ, ਹੋਰ? ਤੇ ਇਸ ਸਵਾਲ ਦੇ ਜਵਾਬ ਵਿੱਚ ਜਿਵੇਂ ਪ੍ਰਮੋਦ ਹੋਰਾਂ ਨੂੰ ਦੰਦਲ ਪੈ ਗਈ। ਬੋਲੇ, ਨਾਲੇ ਮੇਰੀ ਬਾਂਹ ਵਿੱਚ ਰਿਸਟ ਵਾਚ ਸੀ। ਰਿਸਟ ਵਾਚ ਤਾਂ ਬਾਂਹ ਨਾਲ ਸੀ ਨਾ। ਮੇਰੀ ਅਰਜ਼ ਹੈ ਕਿ ਅਟੈਚੀ ਵਿੱਚ ਹੋਰ ਕੀ ਕੁਝ ਸੀ? ਹੋਰ ਜੀ, ਹੋਰ ਤੇ ਐਸੀ ਕੋਈ ਖਾਸ ਚੀਜ਼ ਨਹੀਂ ਸੀ, ਥਿਥਿਆਂਦੀ ਆਵਾਜ਼ ਵਿੱਚ ਪ੍ਰਮੋਦ ਜੀ ਨੇ ਜਵਾਬ ਦਿੱਤਾ। ਚਲੋ ਭਲੇ ਬੱਚੇ, ਸਿਪਾਹੀ ਬੋਲਿਆ, ਜੇ ਉਹ ਬਿਸਤਰਾ ਤੇ ਨਾਲੇ ਸੂਟਕੇਸ ਚਲਾ ਜਾਂਦਾ ਤਾਂ ਕਿਤਨੀ ਬੁਰੀ ਗੱਲ ਸੀ। ਪਰ ਹੈਰਾਨੀ ਦੀ ਗੱਲ ਹੈ, ਗਾਰਡ ਬੋਲਿਆ, ਜੋ ਸਿਰਫ ਤੁਹਾਡੀ ਘੜੀ ਤੇ ਬਸ ਕਹਾਣੀ ਚੁਰਾਉਣ ਲਈ ਆਇਆ ਸੀ। ਪ੍ਰਮੋਦ ਜੀ ਨੂੰ ਕੋਈ ਜਵਾਬ ਨਾ ਔੜਿਆ। ਮੁਆਫ਼ ਕਰਨਾ ਸਾਹਿਬ, ਗਾਰਡ ਨੇ ਕੁਝ ਸ਼ਿਕਵੇ ਭਰੀ ਆਵਾਜ਼ ਵਿੱਚ ਕਿਹਾ, ਇਤਨੀ ਛੋਟੀ ਜਿਹੀ ਚੋਰੀ ਬਦਲੇ ਤੁਹਾਨੂੰ ਚੈਨ ਨਹੀਂ ਸੀ ਖਿੱਚਣੀ ਚਾਹੀਦੀ। ਮੇਲ ਟ੍ਰੇਨ ਦਾ ਥੋੜ੍ਹਾ ਚਿਰ ਲਈ ਰੁਕਣਾ ਵੀ ਬੜਾ ਨੁਕਸਾਨਦੇਹ ਹੁੰਦਾ ਹੈ। ਅੱਛਾ, ਅੰਬਾਲੇ ਚੱਲ ਕੇ ਤਫਤੀਸ਼ ਕੀਤੀ ਜਾਵੇਗੀ, ਕਹਿ ਕੇ ਗਾਰਡ ਉਤਰ ਗਿਆ ਤੇ ਉਸਦੇ ਮਗਰ ਸਿਪਾਹੀ ਤੇ ਦੂਸਰੇ ਆਦਮੀ ਵੀ। ਪ੍ਰਮੋਦ ਜੀ ਜਿਵੇਂ ਮੁਹਾਣਾ ਬੇੜੀ ਰੋੜ ਕੇ ਆਪਣੀ ਸੀਟ ਤੇ ਜਾ ਡੱਠੇ। ਇਸ ਵੇਲੇ ਉਹਨਾਂ ਦੇ ਸਿਰ ਨੂੰ ਚੱਕਰ ਆ ਰਹੇ ਸਨ ਤੇ ਇਹਨਾਂ ਚੱਕਰਾਂ ਵਿੱਚ ਕੇਵਲ ਦੋ ਹੀ ਚੀਜ਼ਾਂ ਭੌਂ ਰਹੀਆਂ ਸਨ, ਇਨਾਮੀ ਕਹਾਣੀ ਦਾ ਖਰੜਾ ਤੇ ਅਟੈਚੀ ਵਿਚਲਾ ਇੱਕ ਨਿੱਗਰ ਡੱਬਾ। ਗੱਡੀ 80 ਮੀਲ ਘੰਟੇ ਦੀ ਰਫ਼ਤਾਰ 'ਤੇ ਜਾ ਰਹੀ ਸੀ। ਸਮਾਪਤ। ਧੰਨਵਾਦ। ਨਾਨਕ ਸਿੰਘ ਦੀ ਪੁਸਤਕ ਸੁਪਨਿਆਂ ਦੀ ਕਬਰ ਦਾ ਅਗਲਾ ਭਾਗ, ਜਦੋਂ ਸਾਡੇ ਵਿੱਚ ਇਨਸਾਨ ਪ੍ਰਗਟ ਹੁੰਦਾ ਹੈ। ਮੈਂ ਇੱਕ ਨਾਮ ਕੱਟਿਆ ਫੌਜੀ ਹਾਂ। ਨਿਰਾ ਨਾਮ ਕੱਟਿਆ ਹੀ ਨਹੀਂ, ਸਜ਼ਾ ਜਾਫਤਾ ਵੀ। ਇੱਕ ਜੁਰਮ ਜਾਂ ਹੁਕਮ ਅਦੂਲੀ ਬਦਲੇ ਕੋਰਟ ਮਾਰਸ਼ਲ ਕਰਕੇ ਮੈਨੂੰ ਕੁਆਰਟਰ ਗਾਰਡ ਤੇ ਡਿਸਮਿਸਲ ਦੀ ਸਜ਼ਾ ਦਿੱਤੀ ਗਈ ਸੀ। ਮੇਰੀ ਫੌਜੀ ਸਰਵਿਸ 5 ਸਾਲ ਦੀ ਹੈ। ਸਿਪਾਹੀ ਭਰਤੀ ਹੋਣ ਤੋਂ ਤੀਜਾ ਸਾਲ ਮੈਨੂੰ ਹਵਲਦਾਰੀ ਦਾ ਰੈਂਕ ਮਿਲ ਗਿਆ ਸੀ, ਕਿਉਂਕਿ ਮੈਂ ਆਪਣੇ ਕੰਮ ਵਿੱਚ ਕਾਫੀ ਹੁਸ਼ਿਆਰ ਸਾਂ। ਜੇ ਮੇਰਾ ਨਾਮ ਨਾ ਕੱਟਿਆ ਜਾਂਦਾ ਤਾਂ ਹੁਣ ਤੀਕ ਸ਼ਾਇਦ ਮੈਂ ਲੈਫਟੀਨੈਂਟ ਦੇ ਦਰਜੇ ਤੱਕ ਪਹੁੰਚ ਗਿਆ ਹੁੰਦਾ। ਲੋਕਾਂ ਦਾ ਖਿਆਲ ਠੀਕ ਹੈ ਕਿ ਫੌਜੀ ਆਦਮੀਆਂ ਦੀ ਬੁੱਧ ਮੋਟੀ ਹੁੰਦੀ ਹੈ, ਪਰ ਫੌਜੀ ਦੁਨੀਆ ਵਿੱਚ ਮੋਟੀ ਬੁੱਧ ਹੀ ਤਾਂ ਕਾਮਯਾਬੀ ਦਾ ਅਸਲ ਰਾਜ ਸਮਝੀ ਜਾਂਦੀ ਹੈ। ਮੋਟੀ ਬੁੱਧ ਵਾਲੇ ਆਦਮੀ ਵਿੱਚ ਇੱਕ ਇਹ ਸ਼ਕਤੀ ਹੁੰਦੀ ਹੈ ਕਿ ਉਹ ਵਰਦੇ ਬੰਬਾਂ ਦੀ ਛਾਂ ਹੇਠ ਹੁੰਦਾ ਹੋਇਆ ਵੀ ਜਿਉਂਦਾ ਤੇ ਖੁਸ਼ ਰਹਿ ਸਕਦਾ ਹੈ। ਮੋਟੀ ਬੁੱਧ ਦਾ ਸਦਕਾ ਹੀ ਤਾਂ ਅਸੀਂ ਲੋਕ ਮੌਤ ਨੂੰ ਮਜ਼ਾਕ ਸਮਝਦੇ ਹਾਂ। ਮੋਟੀ ਬੁੱਧ ਦੀ ਮਦਦ ਨਾਲ ਹੀ ਇੱਕ ਸਿਪਾਹੀ ਤਰੱਕੀ ਕਰਦਾ ਜਰਨੈਲ ਦੀ ਪਦਵੀ ਤੱਕ ਜਾ ਪਹੁੰਚਦਾ ਹੈ। ਦੂਜੇ ਲਫ਼ਜ਼ਾਂ ਵਿੱਚ ਮੋਟੀ ਬੁੱਧ ਹੀ ਉਹ ਕਰਾਮਾਤ ਹੈ ਜਿਹੜੀ ਕਿਸੇ ਫੌਜੀ ਲਈ ਬਖਸ਼ਿਸ਼ਾਂ ਦੇ ਖਜ਼ਾਨੇ ਖੋਲ੍ਹ ਦਿੰਦੀ ਹੈ। ਮੇਰੇ ਕੋਲੋਂ ਆਪਣੀ ਜ਼ਿੰਦਗੀ ਵਿੱਚ ਜਿਹੜੀ ਸਭ ਤੋਂ ਵੱਡੀ ਭੁੱਲ ਹੋ ਗਈ ਉਹ ਇਹ ਸੀ ਕਿ ਇੱਕ ਵਾਰੀ ਮੈਂ
ਮੋਟੀ ਦੀ ਥਾਂ ਬਰੀਕ ਬੁੱਧ ਪਾਸੋਂ ਕੰਮ ਲੈ ਬੈਠਾ। ਤੇ ਇਸੇ ਭੁੱਲ ਦਾ ਨਤੀਜਾ ਹੈ ਕਿ ਜਿੱਥੇ ਅੱਜ ਮੇਰੇ ਮੋਢਿਆਂ 'ਤੇ ਲੈਫਟੀਨੇਂਟ ਤੇ ਸਟਾਰ ਚਮਕਦੇ ਹੋਣੇ ਚਾਹੀਦੇ ਸਨ, ਉੱਥੇ ਇਹਨਾਂ ਮੋਢਿਆਂ ਉੱਤੇ ਮੈਂ ਗੰਨਿਆਂ ਦੀ ਭਰੀ ਕੇਲਿਆਂ ਦਾ ਛਾਬਾ ਜਾਂ ਹੋਰ ਕਿਸੇ ਤਰ੍ਹਾਂ ਦੀਆਂ ਚੀਜ਼ਾਂ ਚੁੱਕੀ ਸਾਰਾ ਦਿਨ ਗਲੀ ਮੁਹੱਲਿਆਂ ਵਿੱਚ ਹੋਕਾ ਦਿੰਦਾ ਫਿਰਦਾ ਹਾਂ। ਸ਼ੁਰੂ ਵਿੱਚ ਜਦੋਂ ਮੇਰਾ ਨਾਵਾਂ ਕੱਟਿਆ ਗਿਆ ਸੀ ਤੇ ਮੈਨੂੰ ਨਾਲਾਇਕ ਤੇ ਗੈਰ ਜ਼ਿੰਮੇਵਾਰ ਦੇ ਖਿਤਾਬਾਂ ਨਾਲ ਸ਼ਿੰਗਾਰ ਕੇ ਦੁਰਕਾਰ ਦਿੱਤਾ ਗਿਆ, ਤਾਂ ਮੈਂ ਕਿੰਨਾ ਹੀ ਚਿਰ ਆਪਣੀ ਬੇਵਕੂਫੀ ਉੱਤੇ ਪਛਤਾਉਂਦਾ ਰਿਹਾ। ਪਰ ਜਿਉਂ-ਜਿਉਂ ਵਕਤ ਲੰਘਦਾ ਗਿਆ ਤੇ ਜਿਉਂ-ਜਿਉਂ ਮੈਨੂੰ ਗਹਿਰਾਈ ਨਾਲ ਸੋਚਣ ਵਿਚਾਰਨ ਦਾ ਮੌਕਾ ਮਿਲਦਾ ਗਿਆ, ਮੇਰੇ ਦਿਲ ਦੀਆਂ ਚਸਕਾਂ ਮਿਟਦੀਆਂ ਗਈਆਂ। ਅੱਜ ਜਦ ਕਿ ਨੌਕਰੀ ਛੁੱਟਣ ਤੋਂ ਕਈ ਸਾਲ ਹੋ ਗਏ ਨੇ, ਇੰਜ ਜਾਪਦਾ ਏ ਜਿਕਣ ਮੈਂ ਫੌਜੀ ਤੋਂ ਫਿਲਾਸਫਰ ਬਣ ਗਿਆ ਹਾਂ, ਜਿਵੇਂ ਮੈਂ ਜ਼ਿੰਦਗੀ ਦਾ ਕੋਈ ਰਾਜ ਲੱਭ ਲਿਆ ਹੈ। ਮਾਇਕ ਤੌਰ 'ਤੇ ਹੱਦੋਂ ਵੱਧ ਤੰਗ ਰਹਿਣ ਕਰਕੇ ਤੇ ਇਹ ਗੰਨੇ ਕੇਲੇ ਵੇਚਣ ਦਾ ਨਫਿੱਟ ਜਿਹਾ ਪੇਸ਼ਾ ਅਖਤਿਆਰ ਕਰਨ ਕਰਕੇ ਭਾਵੇਂ ਕਦੀ-ਕਦੀ ਛਿੱਦਾ ਪੈ ਜਾਂਦਾ ਹਾਂ, ਫਿਰ ਵੀ ਮੈਨੂੰ ਤਸੱਲੀ ਹੈ ਕਿ ਮੈਂ ਜ਼ਿੰਦਗੀ ਵਿੱਚ ਸਿਰਫ ਇੱਕ ਵਾਰੀ ਆਪਣੇ ਅੰਦਰ ਇਨਸਾਨ ਵੇਖ ਲਿਆ ਸੀ। ਦੇਵੀ ਦੇਵਤਿਆਂ ਦੇ ਗੁਰੂਆਂ ਅਵਤਾਰਾਂ ਦੇ ਦਰਸ਼ਨ ਜ਼ਰੂਰ ਆਦਮੀ ਦਾ ਜੀਵਨ ਪ੍ਰਕਾਸ਼ ਹੀ ਬਣਾ ਦਿੰਦੇ ਹੋਣਗੇ, ਪਰ ਮੈਂ ਉਹਨਾਂ ਬਾਬਤ ਕੀ ਦੱਸ ਸਕਦਾ ਹਾਂ ਜਦ ਕਿ ਕਦੀ ਮੈਂ ਕਿਸੇ ਨੂੰ ਵੇਖਿਆ ਨਹੀਂ। ਮੈਂ ਸਿਰਫ ਇਨਸਾਨ ਨੂੰ ਵੇਖਿਆ ਹੈ, ਸੋ ਵੀ ਇੱਕੋ ਵਾਰੀ, ਤੇ ਉਸ ਦਰਸ਼ਨ ਦੇ ਬਾਅਦ ਮੈਨੂੰ ਯਕੀਨ ਹੋ ਗਿਆ ਕਿ ਇਨਸਾਨ ਦਾ ਦਰਜਾ ਕਿਸੇ ਦੇਵਤੇ ਅਵਤਾਰ ਤੋਂ ਘੱਟ ਨਹੀਂ। ਜੇ ਘੱਟ ਵੀ ਹੈ ਤਾਂ ਮੇਰੇ ਲਈ ਬਸ ਇੰਨਾ ਹੀ ਕਾਫੀ ਹੈ। ਏਦੂ ਜ਼ਿਆਦਾ ਦੀ ਮੈਂ ਨਾ ਉਮੀਦ ਰੱਖਦਾ ਹਾਂ ਤੇ ਨਾ ਹੀ ਖਾਹਿਸ਼। ਤੁਸੀਂ ਸ਼ਾਇਦ ਮੇਰੀ ਇਸ ਨਾਮੁਰਦੀ ਦਾ ਕਿੱਸਾ ਸੁਣਨ ਲਈ ਉਤਾਵਲੇ ਹੋਵੋਗੇ, ਜਿਸ ਨੇ ਮੇਰੇ ਮੋਢੇ ਉੱਤੋਂ ਬੰਦੂਕ ਉਤਰਵਾ ਕੇ ਉਸ ਦੀ ਥਾਂ ਗੰਨਿਆਂ ਦੀ ਭਰੀ ਚੁਕਾ ਦਿੱਤੀ ਹੈ। ਇਹ ਵਾਕਿਆ ਕਸ਼ਮੀਰ ਦਾ ਹੈ, ਉਦੋਂ ਦਾ ਜਦੋਂ ਕਸ਼ਮੀਰ ਉੱਤੇ ਪਾਕਿਸਤਾਨ ਦੀ ਸ਼ਹਿ ਨਾਲ ਕਬੀਲਿਆਂ ਨੇ ਹਮਲਾ ਕਰ ਦਿੱਤਾ ਸੀ, ਤੇ ਜਦੋਂ ਮਹਾਰਾਜਾ ਹਰੀ ਸਿੰਘ ਨੇ ਕਸ਼ਮੀਰ ਦੀ ਰੱਖਿਆ ਲਈ ਭਾਰਤੀ ਹਕੂਮਤ ਨਾਲ ਇਸ ਨੂੰ ਸੰਬੰਧਿਤ ਕਰ ਦਿੱਤਾ ਸੀ। ਤੇ ਵੇਖਦਿਆਂ ਹੀ ਵੇਖਦਿਆਂ ਭਾਰਤੀ ਫੌਜਾਂ ਟਿੱਡੀ ਦਲ ਵਾਂਗ ਕਸ਼ਮੀਰ ਦੀ ਹਿਫਾਜ਼ਤ ਲਈ ਉੱਥੇ ਜਾ ਪਹੁੰਚੀਆਂ ਸਨ। ਇਹ ਜ਼ਿਕਰ 1948 ਦੇ ਸਿਆਲ ਦਾ ਹੈ। ਸਾਡੀ ਰੈਜੀਮੈਂਟ ਉਸ ਵੇਲੇ ਬਾਰਾਮੂਲੇ ਲਾਗਲੀ ਉਸ ਉੱਚੀ ਪਹਾੜੀ ਉੱਤੇ ਮੋਰਚੇ ਗੱਡਦੀ ਪਈ ਸੀ, ਜਿਹੜੀ ਸਾਡੀ ਸਰਹੱਦ ਉੱਤੇ ਸੀ। ਦੁਸ਼ਮਣ ਭਾਵੇਂ ਨੱਸ ਚੁੱਕਾ ਸੀ, ਫੇਰ ਵੀ ਕਬਾਲੀਆਂ ਦੇ ਕੁਝ ਦਸਤੇ ਪਹਾੜਾਂ ਦੇ ਵਿੱਚ ਫਿਰਦੇ ਰਹਿੰਦੇ ਤੇ ਕਦੇ-ਕਦਾਈ ਮੌਕਾ ਪਾ ਕੇ ਠਾਹ-ਠੂਹ ਜਾਇਆ ਕਰਦੇ ਸਨ, ਜਿਸ ਨਾਲ ਸਾਨੂੰ ਹਰ ਵੇਲੇ ਚੁਕੰਨਿਆਂ ਰਹਿਣ ਦੀਆਂ ਹਦਾਇਤਾਂ ਆਉਂਦੀਆਂ ਰਹਿੰਦੀਆਂ ਸਨ। ਮੌਸਮ ਬੜਾ ਖਰਾਬ ਸੀ, ਬਰਫ਼ਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ। ਸਾਡੀ ਕੰਪਨੀ ਵਿੱਚ ਅੱਧੇ ਸਿੱਖ ਤੇ ਅੱਧੇ ਮਦਰਾਸੀ ਸਨ। ਮਦਰਾਸੀ ਕਿਉਂਕਿ ਗਰਮ ਇਲਾਕੇ ਦੇ ਹੋਣ ਕਰਕੇ ਠੰਡ ਤੋਂ ਜ਼ਿਆਦਾ ਡਰਦੇ ਸਨ, ਇਸ ਲਈ ਉਹਨਾਂ ਨੂੰ ਬਦਲ ਕੇ ਹੇਠਲੇ ਸ੍ਰੀਨਗਰ ਦੇ ਇਲਾਕੇ ਵਿੱਚ ਭੇਜ ਦਿੱਤਾ ਗਿਆ ਤੇ ਓਨੀ ਹੀ ਗਿਣਤੀ ਦੇ ਗੜਵਾਲੀ ਜਵਾਨ ਆਪਣੀ ਕੰਪਨੀ ਵਿੱਚ ਸੱਦ ਲਏ ਗਏ ਸਨ। ਸਾਨੂੰ ਪੰਜਾਬੀ ਸਿੱਖਾਂ ਨੂੰ ਭਾਵੇਂ ਬਰਫਾਨੀ ਇਲਾਕਿਆਂ ਨਾਲ ਪਹਿਲਾਂ ਵੇਰਾਂ ਵੀ ਵਾਹ ਪਿਆ, ਪਰ ਕੱਦ ਕਾਠ ਦੇ ਨਰੋਏ ਤੇ ਦਿਲਾਂ ਦੇ ਦਲੇਰ ਹੋਣ ਕਰਕੇ ਅਸੀਂ ਇਹ ਕਠਿਨਾਈ ਤੋਂ ਮੂੰਹ ਨਹੀਂ ਸਾਂ ਮੋੜਦੇ। ਕਈ ਵਾਰੀ ਤਾਂ ਗੜਵਾਲੀਆਂ ਨਾਲੋਂ ਵੀ ਵੱਧ ਚੜ੍ਹ ਕੇ ਬਰਫਾਂ ਦਾ ਮੁਕਾਬਲਾ ਕਰਦੇ ਸਾਂ। ਇੱਕ ਵਾਰੀ ਦਾ ਜ਼ਿਕਰ ਹੈ, ਅੱਧੀ ਰਾਤ ਵਾਇਰਲੈਸ ਰਾਹੀਂ ਖਬਰ ਆਈ ਕਿ ਸਾਡੇ ਇਲਾਕੇ ਵਿੱਚ ਕਬਾਇਲੀਆਂ ਦੇ ਕਈ ਗੁਰੀਲਾ ਦਸਤੇ ਆ ਵੜੇ ਨੇ, ਜਿਹੜੇ ਸਾਡੇ ਫੌਜੀ ਇੰਤਜ਼ਾਮ ਨੂੰ ਤਹਿਸ-ਨਹਿਸ ਕਰਕੇ ਮਨਸੂਬੇ ਬਣਾ ਕੇ ਨਿਕਲੇ ਨੇ। ਕੰਪਨੀ ਕਮਾਂਡਰ ਦੇ ਹੁਕਮ ਨਾਲ ਸਾਰੀ ਫੌਜ ਨੂੰ ਫਾਲ ਇਨ ਕੀਤਾ ਗਿਆ, ਜਿਨ੍ਹਾਂ ਵਿੱਚੋਂ ਚੰਗੇ ਜਵਾਨ ਛਾਂਟ ਕੇ 4 ਟੁਕੜੀਆਂ ਵਿੱਚ ਵੰਡ ਦਿੱਤੇ ਗਏ। ਇਹਨਾਂ ਚੌਹਾਂ ਨੂੰ ਉਸੇ ਵੇਲੇ ਕੂਚ ਦਾ ਹੁਕਮ ਦੇ ਦਿੱਤਾ ਗਿਆ ਗੁਰੀਲਿਆਂ ਦੀ ਭਾਲ ਲਈ। ਇਹਨਾਂ ਚੌਹਾਂ ਵਿੱਚੋਂ ਇੱਕ ਟੁਕੜੀ ਮੇਰੀ ਕਮਾਨ ਹੇਠ ਦਿੱਤੀ ਗਈ, ਜਿਸ ਵਿੱਚ ਅਸੀਂ 10 ਆਦਮੀ ਸਾਂ। 1 ਘੰਟੇ ਦੇ ਅੰਦਰ ਹਰ ਲੋੜੀਂਦੇ ਸਮਾਨ ਨਾਲ ਲੈਸ ਹੋ ਕੇ 4 ਟੁਕੜੀਆਂ ਨੂੰ 4 ਪਾਸੀ ਮਾਰਚ ਕਰ ਦਿੱਤਾ। ਮੇਰੇ ਉੱਤੇ ਸ਼ਾਇਦ ਕਮਾਂਡੈਂਟ ਨੂੰ ਕੁਝ ਜ਼ਿਆਦਾ ਭਰੋਸਾ ਸੀ, ਜਿਸ ਲਈ ਸਭ ਤੋਂ ਔਖੇ ਪਾਸੇ ਵੱਲ ਮੇਰੀ ਪਾਰਟੀ ਨੂੰ ਭੇਜਿਆ ਗਿਆ। ਵਾਇਰਲੈਸ ਸਰਚਲਾਈਟ, ਗੋਲੀ ਕੱਠਾ, ਰੰਮ ਦੀ ਇੱਕ ਕੁੱਪੀ ਤੇ ਘੱਟੋ-ਘੱਟ 24 ਘੰਟਿਆਂ ਦੀ ਖਾਣ-ਪੀਣ ਦਾ ਸਮਾਨ ਪਿੱਠਾਂ ਪਿੱਛੇ ਬੰਨ੍ਹ ਕੇ ਅਸਾਂ ਕੂਚ ਕਰ ਦਿੱਤਾ। ਤੁਰਨ ਲੱਗਿਆਂ ਅਸਮਾਨ ਕਾਫੀ ਸਾਫ਼ ਸੀ। ਰਾਤ ਭਾਵੇਂ ਹਨੇਰੀ ਸੀ, ਪਰ ਬਰਫ਼ਬਾਰੀ ਦਾ ਕੋਈ ਖਤਰਾ ਨਾ ਹੋਣ ਕਰਕੇ ਅਸੀਂ ਕਾਫੀ ਹੌਸਲੇ ਵਿੱਚ ਸਾਂ। ਪਰ ਜਿਉਂ ਹੀ ਪਹਾੜੀ ਤੋਂ ਪਿਛਲੇ ਬੰਨੇ ਕੋਈ ਮੀਲ 1.5 ਮੀਲ ਹੇਠਾਂ ਇੱਕ ਤਰਾਈ ਵੱਲ ਉਤਰੇ ਕਿ ਆਕਾਸ਼ ਦੀ ਨਿਰਮਲਤਾ ਇੱਕ ਖਤਰਨਾਕ ਬਰਫਾਨੀ ਤੂਫਾਨ ਵਿੱਚ ਬਦਲ ਗਈ। ਸਾਨੂੰ ਮਗਰੋਂ ਪਤਾ ਲੱਗਾ ਕਿ ਆਕਾਸ਼ ਉੱਤੇ ਇਹੋ ਜਿਹੀ ਟਿਕਵੀਂ ਨਿੱਬਲ ਅਸਲ ਵਿੱਚ ਬਰਫ਼ਬਾਰੀ ਦਾ
ਪੇਸ਼ਖਾਮਾ ਹੁੰਦੀ ਹੈ। ਪਿਛਲੇ ਦਿਨੀਂ ਕਈ ਵਾਰਾਂ ਬਰਫ਼ ਪੈ ਚੁੱਕੀ ਸੀ, ਜੋ ਅੱਧ ਘੰਟੇ ਬਾਅਦ ਬੰਦ ਹੋ ਜਾਇਆ ਕਰਦੀ ਸੀ। ਸਾਡਾ ਖਿਆਲ ਸੀ ਕਿ ਐਤਕਾਂ ਵੀ ਥੰਮ ਜਾਏਗੀ। ਅਸੀਂ ਇਸ ਦੀ ਮਾਰ ਤੋਂ ਬਚਣ ਲਈ ਪਹਾੜੀ ਦੇ ਇੱਕ ਵਧਵੇਂ ਹਿੱਸੇ ਥੱਲੇ ਵੜ ਕੇ ਖਲੋ ਗਏ। ਪਰ ਬਰਫ਼ ਦਾ ਜ਼ੋਰ ਵੱਧਦਾ ਜਦ ਲੱਕ ਉੱਚਾ ਅੰਬਾਰ ਲੱਗ ਗਿਆ ਤਾਂ ਸਾਨੂੰ ਖਤਰਾ ਪੈਦਾ ਹੋਇਆ ਤੇ ਮਤੇ ਦੱਬ ਕੇ ਹੀ ਮਰ ਜਾਈਏ, ਜੋ ਸਾਨੂੰ ਬਰਫ਼ ਦੀ ਬੁਛਾੜ ਵਿੱਚ ਹੀ ਉਹ ਥਾਂ ਛੱਡਣਾ ਪਿਆ। ਪਰ ਉਸ ਟਿਕਾਣੇ ਨੂੰ ਛੱਡਣ ਤੋਂ ਬਾਅਦ ਸਾਡੀ ਐਨ ਉਹੀ ਹਾਲਤ ਹੋਈ ਜਿਵੇਂ ਕਿਸੇ ਕਿਹਾ ਮੂਸਾ ਮੂੰਹ ਤੋਂ ਭੱਜਿਆ, ਅੱਗੇ ਮੌਤ ਖੜੀ। ਬਰਫ਼ ਦਾ ਤੂਫਾਨ ਹੋਰ ਤੇਜ਼ ਹੋ ਗਿਆ। ਅਸੀਂ 10 ਆਦਮੀ ਕਿਹੜੇ ਪਾਸਿਓਂ ਆਏ ਤੇ ਕਿੱਧਰ ਨੂੰ ਤੁਰੇ ਜਾ ਰਹੇ ਸਾਂ, ਸਾਨੂੰ ਕੋਈ ਪਤਾ ਨਹੀਂ। ਐਡੀ ਸਖਤ ਕਿਸਮ ਦੀ ਬਰਫ਼ਬਾਰੀ ਵਿੱਚ ਸਰਚ ਲਾਈਟ ਵੀ ਕੰਮ ਨਹੀਂ ਦੇ ਸਕਦੀ, ਨਾ ਹੀ ਵਾਇਰਲੈਸ। ਰਸਤਾ ਲੱਭਣ ਨਾਲੋਂ ਵੀ ਵੱਡੀ ਚਿੰਤਾ ਇਸ ਗੱਲ ਦੀ ਸੀ ਕਿ ਇਸ ਪੈਰੋਂ ਪੈਰ ਉਸਰਦੀ ਜਾ ਰਹੀ ਬਰਫ਼ ਪਤਾ ਨਹੀਂ ਕਿਸ ਵੇਲੇ ਸਾਡੀ ਸਮਾਧ ਬਣ ਜਾਵੇ। ਇਸ ਡਰੋਂ ਅਸੀਂ ਕਿਤੇ ਵੀ ਖੜੇ ਨਹੀਂ ਸਾਂ ਹੋ ਸਕਦੇ, ਖੜੋਤੇ ਨਹੀਂ ਕਿ ਦੱਬੇ ਨਹੀਂ। ਹਨੇਰੀ ਰਾਤ ਵਿੱਚ ਹਰ ਪਾਸੇ ਬਰਫ਼ ਦੀ ਧੁੰਦਲੀ ਜਿਹੀ ਚਟਿਆਈ ਤੋਂ ਬਿਨਾਂ ਕੁਝ ਦਿਖਾਈ ਨਹੀਂ ਸੀ ਦੇ ਰਿਹਾ। ਕਿਤੇ ਕੋਈ ਚਟਾਨ ਹੈ ਤੇ ਕਿਤੇ ਕੋਈ ਖੱਡ ਹੈ। ਇਸ ਦਾ ਨਿਰਣਾ ਕਰਨਾ ਸਾਡੇ ਲਈ ਮੁਸ਼ਕਲ ਹੋ ਗਿਆ। ਸਰਦੀ ਤਾਂ ਕੋਈ ਖਾਸ ਨਹੀਂ ਸੀ ਮਹਿਸੂਸ ਹੁੰਦੀ, ਕਿਉਂਕਿ ਪੈਂਦੀ ਬਰਫ਼ ਵਿੱਚ ਸਰਦੀ ਘੱਟ ਹੀ ਲੱਗਿਆ ਕਰਦੀ ਹੈ, ਪਰ ਬਰਫ਼ ਦੇ ਵਿੱਚ ਦੱਬ ਘਟਣ ਦਾ ਖਤਰਾ ਬਰਾਬਰ ਵਧੀ ਜਾ ਰਿਹਾ ਸੀ। ਕੱਪੜਿਆਂ ਉੱਤੇ ਅਸੀਂ ਜਿੰਨੀ ਕੁ ਬਰਫ਼ ਛੰਡ ਕੇ ਉਤਾਰਦੇ ਸਾਂ, ਵੇਖਦਿਆਂ ਉਸ ਤੋਂ ਦੂਣੀ ਹੋਰ ਇਕੱਠੀ ਹੋ ਜਾਂਦੀ। ਅੱਖਾਂ ਸਾਡੀਆਂ ਦਾ ਇਹ ਹਾਲ ਸੀ ਕਿ 2 ਗਜ਼ ਦੁਰਾਡੀ ਚੀਜ਼ ਵੀ ਨਜ਼ਰ ਨਹੀਂ ਸੀ ਆਉਂਦੀ। ਸਰਚ ਲਾਈਟ 10-15 ਗਜ਼ ਤੋਂ ਵੱਧ ਦੂਰ ਨਹੀਂ ਸੀ ਜਾ ਸਕਦੀ। ਹੁਣ ਸਾਡੇ ਲਈ ਬਚਾਓ ਦੀ ਜੇ ਕੋਈ ਸੂਰਤ ਸੀ ਤਾਂ ਇੱਕੋ ਇਹ ਕਿ ਕਿਵੇਂ ਰਾਤ ਖਤਮ ਹੋਵੇ ਤੇ ਪ੍ਰਭਾਤ ਦੇ ਚਾਨਣ ਵਿੱਚ ਅਸੀਂ ਆਪਣੇ ਸਫ਼ਰ ਦਾ ਕੁਝ ਅਨੁਮਾਨ ਲਾ ਸਕੀਏ। ਇਸੇ ਉਡੀਕ ਵਿੱਚ ਅਸੀਂ ਸਾਰੇ ਬੇਮਤਲਬ ਹੀ ਖਿੰਡੇ ਪੁੰਡੇ ਬਰਫ਼ ਦੇ ਸਮੁੰਦਰ ਵਿੱਚ ਡਿੱਕ ਡੋਲੇ ਖਾਂਦੇ ਫਿਰਦੇ ਸਾਂ। ਅਖੀਰ ਜਿਉਂ-ਤਿਉਂ ਕਰਕੇ ਰਾਤ ਦੇ 3 ਪਹਿਰ ਖਤਮ ਹੋਏ ਤੇ ਪੂਰੇ ਦੀ ਗੁੱਠੋਂ ਚਟਿਆਈ ਦੇ ਕੁਝ ਚਿੰਨ੍ਹ ਨਜ਼ਰੀ ਆਏ। ਬਰਫ਼ ਪੈਣੀ ਵੀ ਬੰਦ ਹੋਈ, ਪਰ ਸਾਡੀ ਬਦਕਿਸਮਤੀ ਨੇ ਅੱਜ ਪਿੱਛਾ ਨਹੀਂ ਸੀ ਛੱਡਿਆ। ਹਵਾ ਚੱਲਣੀ ਸ਼ੁਰੂ ਹੋ ਗਈ। ਬਰਫ਼ਬਾਰੀ ਤੋਂ ਬਾਅਦ ਹਵਾ ਦਾ ਚੱਲਣਾ ਆਮ ਤੌਰ 'ਤੇ ਮੌਤ ਦਾ ਪੈਗਾਮ ਸਮਝਿਆ ਜਾਂਦਾ ਹੈ, ਪਰ ਹਵਾ ਵੀ ਇਤਨੀ ਤੇਜ਼ ਕਿ ਪੱਥਰਾਂ ਨੂੰ ਉਡਾ ਕੇ ਲੈ ਜਾਣ ਵਾਲੀ। ਹੁਣ ਸਾਡੇ ਲਈ ਸਰਦੀ ਦਾ ਮੁਕਾਬਲਾ ਕਰਨਾ ਮੁਸ਼ਕਲ ਹੋ ਗਿਆ। ਗਰਮ ਕੱਪੜੇ ਕਾਫੀ ਸਨ। ਇਸ ਉੱਤੇ ਅਸੀਂ ਆਪੋ ਆਪਣੀਆਂ ਕੁੱਪੀਆਂ ਵਿੱਚੋਂ ਰੰਮ ਦੀਆਂ ਚੁਸਕੀਆਂ ਵੀ ਲਈ ਜਾ ਰਹੇ ਸਾਂ, ਪਰ ਛੁੱਟ ਇਸ ਤੋਂ ਕੋਈ ਲਾਭ ਨਾ ਹੋਇਆ ਕਿ ਅਸੀਂ ਸਰਦੀ ਨਾਲ ਬੇਹੋਸ਼ ਹੋਣ ਲਈ ਬਚੇ ਰਹੇ। ਕਿਸੇ ਤਰ੍ਹਾਂ ਲੱਤਾਂ ਘਸੀਟਦੇ ਤੁਰੀ ਜਾ ਰਹੇ ਸਾਂ। ਨਾਲੋਂ ਨਾਲ ਇਹ ਚਿੰਤਾ ਵੀ ਦਮ ਖੁਸ਼ਕ ਕਰ ਰਹੀ ਸੀ ਕਿ ਹੋਰ ਕਿੰਨੀ ਕੁ ਦੇਰ ਅਸੀਂ ਇਹ ਹੱਠ ਪਿੱਟੀ ਜਾਵਾਂਗੇ। ਹੋਰ ਥੋੜ੍ਹਾ ਅਗਾਂਹ ਜਾ ਕੇ ਸਾਡੀ ਹੋਸ਼ ਜਵਾਬ ਦੇਣ ਲੱਗ ਪਈ। ਹੱਥ ਪੈਰ ਬਿਲਕੁਲ ਸੁੰਨ ਪੱਥਰ ਹੋਏ ਪਏ ਸਨ, ਲੱਤਾਂ ਲੜਖੜਾ ਰਹੀਆਂ ਸਨ। ਅਖੀਰ ਹਾਲਤ ਇੱਥੋਂ ਤੱਕ ਪਹੁੰਚੀ ਕਿ ਅਸੀਂ ਸਭ ਨੂੰ ਆਪੋ ਆਪਣੀ ਪੈ ਗਈ। ਕਿਸੇ ਦੂਸਰੇ ਬਾਬਤ ਕੋਈ ਕੁਝ ਨਹੀਂ ਸੀ ਜਾਣਦਾ, ਕਿੱਥੇ ਹੈ, ਕਿਵੇਂ ਹੈ, ਅਥਵਾ ਜਿਉਂਦਾ ਹੈ ਕਿ ਮੋਇਆ। ਮੈਂ ਕਿਉਂਕਿ ਸਭ ਤੋਂ ਅੱਗੇ ਸਾਂ, ਇਸ ਲਈ ਥੋੜ੍ਹੀ ਦੇਰ ਬਾਅਦ ਪਛਾਂਹ ਗਰਦਨ ਮੋੜ ਕੇ ਸਾਥੀਆਂ ਵੱਲ ਧੱਕਦਾ ਹੋਇਆ ਉਹਨਾਂ ਨੂੰ ਹੱਲਾਸ਼ੇਰੀ ਦੇਈ ਆਉਂਦਾ ਸਾਂ। ਪਰ ਥੋੜ੍ਹੀ ਹੋਰ ਅਗਾਂਹ ਜਾ ਕੇ ਮੇਰੇ ਹਵਾਸ ਕਾਇਮ ਨਾ ਰਹੇ। ਬਰਫ਼ ਹੁਣ ਜੰਮ ਕੇ ਸਖਤ ਹੁੰਦੀ ਜਾ ਰਹੀ ਸੀ ਤੇ ਇਸ ਜੰਮੀ ਹੋਈ ਬਰਫ਼ ਤੋਂ ਜਿਉਂ ਮੇਰਾ ਪੈਰ ਤਿਲਕਿਆ ਕਿ ਕਾਫੀ ਦੂਰੀ ਉੱਤੇ ਮੂੰਹ ਪਰਨੇ ਜਾ ਪਿਆ। ਉਸ ਵੇਲੇ ਮੈਂ ਮਹਿਸੂਸ ਕੀਤਾ ਕਿ ਮੇਰੇ ਉੱਤੇ ਬੇਹੋਸ਼ੀ ਛਾਈ ਜਾ ਰਹੀ ਹੈ। ਸਾਥੀਆਂ ਦਾ ਖਿਆਲ ਆਇਆ, ਪਰ ਨਾ ਤਾਂ ਮੇਰੀ ਜ਼ੁਬਾਨ ਵਿੱਚ ਬੋਲਣ ਦੀ ਆਗਸ ਬਾਕੀ ਸੀ, ਨਾ ਹੀ ਅੱਖਾਂ ਵਿੱਚ ਤੱਕਣ ਦੀ। ਪਤਾ ਨਹੀਂ ਬੇਹੋਸ਼ੀ ਦੀ ਹਾਲਤ ਵਿੱਚ ਮੈਂ ਕਿੰਨਾ ਕੁ ਚਿਰ ਪਿਆ ਰਿਹਾ। ਅਚਾਨਕ ਮੇਰਾ ਹੱਥ ਕੁੱਪੀ ਨੂੰ ਜਾ ਠਹਿਰਿਆ ਤੇ ਸਾਰਾ ਜ਼ੋਰ ਇਕੱਠਾ ਕਰਨ ਤੋਂ ਬਾਅਦ ਮੈਂ ਮਸੇ ਇਤਨਾ ਹੀ ਕਰ ਸਕਿਆ ਕਿ ਕੁੱਪੀ ਦਾ ਕੱਖ ਖੋਲ੍ਹ ਕੇ ਉਸ ਨੂੰ ਬੁੱਲ੍ਹਾਂ ਤੀਕ ਲੈ ਗਿਆ। ਉਸ ਵੇਲੇ ਕੋਈ ਪਤਾ ਨਹੀਂ ਸੀ ਕਿ ਕਿੰਨੀ ਕੁ ਰੰਮ ਮੈਂ ਉਸ ਵੇਲੇ ਪੀ ਲਿੱਤੀ ਜਾਂ ਪੀਤੀ ਵੀ ਕਿ ਨਹੀਂ, ਪਰ ਖਿਆਲ ਹੈ ਕਿ ਜ਼ਰੂਰ ਪੀਤੀ ਹੋਵੇਗੀ। ਜੇ ਨਾ ਪੀਤੀ ਹੁੰਦੀ ਤਾਂ ਮੈਂ ਉਸ ਹਾਲਤ ਵਿੱਚ ਉੱਠ ਕਿੱਕਣ ਖਲੋਂਦਾ। ਕਿਸੇ ਤਰ੍ਹਾਂ ਮੈਂ ਆਪਣੇ ਸਰੀਰ ਨੂੰ ਲਹਿਰਾਇਆ। ਚਾਨਣ ਭਾਵੇਂ ਅਜੇ ਬਹੁਤਾ ਨਹੀਂ ਸੀ ਹੋਇਆ, ਪਰ ਬਰਫ਼ ਦੀ ਸਫੇਦੀ ਨੇ ਇਸ ਨੂੰ ਕਾਫੀ ਨਿਖਾਰ ਦਿੱਤਾ ਸੀ। ਹਵਾ ਅਜੇ ਵੀ ਤੇਜ਼ ਚੱਲ ਰਹੀ ਸੀ ਤੇ ਮੋਟੀਆਂ-ਮੋਟੀਆਂ ਕਣੀਆਂ ਵੀ ਪੈਣ ਲੱਗ ਪਈਆਂ ਸਨ, ਪਰ ਵਿਰਲੀਆਂ। ਆਪਣੇ ਆਲੇ ਦੁਆਲੇ ਨਜ਼ਰ ਫੇਰ ਕੇ ਤੱਕਿਆ। ਜਦ ਸਾਥੀਆਂ ਵਿੱਚੋਂ ਕੋਈ ਇੱਕ ਵੀ ਨਜ਼ਰ ਨਾ ਆਇਆ ਤਾਂ ਮੇਰੀ ਖਾਨਿਓ ਗਈ।
ਭਾਵੇਂ ਬਰਫ਼ ਦੀ ਭੇਟਾ ਹੋ ਗਏ ਹੋਣ ਸਾਰੇ, ਪਰ ਹੁਣ ਤਾਂ ਆਪ ਮੂੰਹਾਂ ਜੱਗ ਪਰੋਲ ਵਾਲੀ ਹਾਲਤ ਸੀ। ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਇਹੋ ਖਿਆਲ ਕਰਕੇ ਮੈਂ ਅਗਾਂਹ ਤੁਰਨ ਦੀ ਠਾਣੀ, ਪਰ ਤੁਰਨ ਲਈ ਇਹ ਹੁਣ ਲੱਤਾਂ ਵਿੱਚ ਨਾਉ ਮਾਤਰ ਦੀ ਹਿੰਮਤ ਨਹੀਂ ਸੀ। ਉੱਤੋਂ ਦੂਸਰੀ ਮੁਸੀਬਤ ਇਹ ਕਿ ਬਰਾਂਡੀ ਕੋਟ ਤੇ ਗਲੇ ਦੇ ਕੱਪੜੇ ਭਿੱਜ ਕੇ ਹੁਣ ਕਈ ਗੁਣਾ ਵੱਧ ਬੋਝਲ ਹੋ ਗਏ ਸਨ। ਇੱਥੇ ਹੀ ਬਸ ਨਹੀਂ, ਪਿੱਠ ਤੇ ਚੁੱਕੇ ਹੋਏ ਬੋਝ ਵਿੱਚ 3 ਕੰਬਲ ਤੇ ਹੋਰ ਕਿੰਨਾ ਕੁ ਨਿੱਕ ਸੁੱਕ ਸੀ। ਇਹ ਭਾਰ ਕਦਮ ਨਹੀਂ ਸੀ ਪੁੱਟਣ ਦਿੰਦਾ, ਪਰ ਰਾਈਫਲ ਦਾ ਭਾਰ ਵੀ ਖਾਸਾ ਸੀ। ਬੜੀ ਦੁਬਦਾ ਵਿੱਚ ਜਾਨ ਫਸ ਗਈ ਸੀ। ਸਮਾਨ ਸਾਰਾ ਹੀ ਜਿੰਦ ਪ੍ਰਾਣ ਨਾਲੋਂ ਮਹਿੰਗਾ ਸੀ। ਜੇ ਭਾਰ ਘਟਾਉਣ ਦੇ ਖਿਆਲ ਨਾਲ ਸੁੱਟ ਦਿੱਤਾ ਜਾਵੇ ਤਾਂ ਕਿਹੜੀ ਚੀਜ਼ ਨੂੰ, ਤੇ ਜੇ ਨਹੀਂ ਸੁੱਟਦਾ ਤਾਂ ਯਕੀਨੀ ਤੌਰ ਤੇ ਇਸੇ ਥਾਂ ਮੇਰੀ ਕਬਰ ਬਣੇਗੀ। ਮਰਦਾ ਕੀ ਨਾ ਕਰਦਾ। ਛੇਕੜ ਸਭ ਕੁਝ ਸੁੱਟ ਦਿੱਤਾ, ਕੇਵਲ ਰੰਮ ਵਾਲੀ ਕੁੱਪੀ ਰੱਖ ਲਈ ਤੇ ਬਿਸਕੁਟਾਂ ਦਾ ਇੱਕ ਡੱਬਾ ਝੋਲੇ ਵਿੱਚ ਰਹਿਣ ਦਿੱਤਾ। ਜਦ ਰਾਈਫਲ ਸੁੱਟਣ ਲੱਗਾ ਤਾਂ ਅਚਾਨਕ ਖਿਆਲ ਆ ਗਿਆ, ਇਹੋ ਤਾਂ ਮੈਨੂੰ ਬਰਫ਼ ਵਿੱਚ ਤੁਰਨ ਲਈ ਸੋਟੀ ਦਾ ਕੰਮ ਦੇਵੇਗੀ। ਸੋ ਮੈਂ ਰੱਖ ਲਈ ਤੇ ਦੁਬਾਰਾ ਤੁਰ ਪਿਆ। ਗਲ ਵਾਲੇ ਗਿੱਲੇ ਕੱਪੜੇ, ਜਿਹੜੀ ਸਰਦੀ ਦੇ ਨਾਲ ਜੰਮ ਕੇ ਖਿੰਗਰਾਂ ਵਰਗੇ ਸਖਤ ਹੋ ਗਏ ਸਨ, ਪਿੰਡੇ ਨੂੰ ਪੱਛ ਰਹੇ ਸਨ। ਕੀ ਇਹਨਾਂ ਨੂੰ ਵੀ ਉਤਾਰ ਕੇ ਸੁੱਟ ਦਿੰਦਾ? ਕਿਸੇ ਤਰ੍ਹਾਂ ਧੂ ਘਸੀਟ ਕੇ ਮੈਂ ਇੱਕ ਪਾਸੇ ਤੁਰ ਪਿਆ। ਜਰਾ ਕੁ ਸਹੂਲਤ ਇਸ ਕਰਕੇ ਤੁਰਨ ਵਿੱਚ ਮਿਲ ਗਈ ਕਿ ਇਹ ਥਾਂ ਕੁਝ ਪੱਧਰਾ ਸੀ। ਨਾ ਬਹੁਤੀ ਚੜ੍ਹਾਈ, ਨਾ ਬਹੁਤੀ ਉਤਰਾਈ। ਬਰਫੀਲੇ ਥਾਵੀਂ ਦੋਵੇਂ ਹਾਲਤਾਂ ਇੱਕੋ ਜਿਹੀ ਜ਼ਹਿਮਤ ਹੁੰਦੀਆਂ ਨੇ। ਹੌਲੀ ਹੌਲੀ ਸਾਰਾ ਮੈਦਾਨ ਦਿਖਾਈ ਦੇਣ ਲੱਗ ਪਿਆ। ਹਵਾ ਦਾ ਜ਼ੋਰ ਵੀ ਘਟ ਗਿਆ। ਕੜੀਆਂ ਬਿਲਕੁਲ ਬੰਦ ਸਨ, ਪਰ ਘਬਰਾਹਟ ਮੇਰੀ ਦੂਰ ਨਹੀਂ ਸੀ ਹੋਈ। ਇੱਕ ਤਾਂ ਸਾਥੀਆਂ ਦੇ ਗੁਆਚ ਜਾਣ ਦੀ ਚਿੰਤਾ, ਦੂਜਾ ਵਾਇਰਲੈਸ ਦਾ ਸੈੱਟ ਵੀ ਇੱਕ ਹੋਰ ਸਾਥੀ ਕੋਲ ਸੀ ਜੋ ਉਸ ਦੇ ਨਾਲ ਹੀ ਗੁੰਮ ਹੋ ਗਿਆ। ਹੁਣ ਤਾਂ ਕਿਸੇ ਬੰਨਿਓਂ ਵੀ ਮਦਦ ਪਹੁੰਚਣ ਦੀ ਆਸ ਨਹੀਂ ਸੀ। ਫੇਰ ਵੀ ਅਜੇ ਮਰਨ ਨੂੰ ਦਿਲ ਨਹੀਂ ਸੀ ਕਰਦਾ, ਜਦ ਤੀਕ ਕਿ ਅੰਗਾਂ ਵਿੱਚ ਕੁਝ ਹਿੱਲਣ ਜੁਲਣ ਦਾ ਤਾਣ ਹੈ ਸੀ। ਕੋਈ 1.5 ਘੰਟੇ ਦੀ ਸਖਤ ਕੋਸ਼ਿਸ਼ ਤੋਂ ਬਾਅਦ ਮੈਂ ਫਰਲਾਂਗ ਤੋਂ ਜ਼ਿਆਦਾ ਪੈਂਡਾ ਨਾ ਕਰ ਸਕਿਆ। ਅਜੇ ਤੀਕ ਕੋਈ ਸਮਝ ਨਹੀਂ ਸੀ ਆ ਰਹੀ ਕਿ ਮੈਂ ਆਪਣੇ ਕੈਂਪ ਨੂੰ ਕਿਸ ਪਾਸੇ ਨੂੰ ਜਾ ਰਿਹਾ ਹਾਂ। ਹਾਲਤ ਜਦ ਹੋਰ ਵੀ ਅਸਹਿ ਹੋ ਗਈ ਤਾਂ ਮੈਂ ਇੱਕ ਦਰਖਤ ਦੇ ਸੁੱਕੇ ਮੁੱਢ ਨਾਲ, ਜਿਹੜਾ ਬਰਫ਼ ਨਾਲ ਤੋਂਦਾ ਜਿਹਾ ਬਣਿਆ ਖੜਾ ਸੀ, ਬੈਠ ਗਿਆ। ਇੱਥੇ ਕੁਝ ਧੁੱਪ ਪੈ ਰਹੀ ਸੀ। ਸੋਚ ਰਿਹਾ ਸਾਂ, ਸ਼ਾਇਦ ਇਹੋ ਹੈ ਮੇਰੀ ਜ਼ਿੰਦਗੀ ਦਾ ਆਖਰੀ ਪੜਾਅ। ਘੜੀ ਮੁੜੀ ਅੱਖਾਂ ਚੁੱਕ ਕੇ ਬਰਫਾਨੀ ਚਟਾਨਾਂ ਵੱਲ ਤੱਕਦਾ ਸਾਂ ਤੇ ਡਰ ਕੇ ਅੱਖਾਂ ਮੀਟ ਲੈਂਦਾ ਸਾਂ। ਬਰਫ਼ ਵਾਂਗ ਜੰਮੇ ਹੋਏ ਕੱਪੜਿਆਂ ਵਿੱਚ ਹੁਣ ਕੁਝ ਨਮੀ ਆਉਣੀ ਸ਼ੁਰੂ ਹੋ ਗਈ ਸੀ, ਸ਼ਾਇਦ ਸੂਰਜ ਦੀ ਗਰਮੀ ਕਰਕੇ, ਜਾਂ ਸਰੀਰ ਦੇ ਨਿੱਘ ਕਰਕੇ, ਤੇ ਜਾਂ ਰੰਮ ਦੇ ਅਸਰ ਕਰਕੇ। ਬੈਠਿਆਂ ਤੇ ਚੁਫੇਰਿਆਂ ਤੱਕਦੇ ਮੇਰੀ ਨਜ਼ਰ ਇੱਕ ਲਾਗਲੀ ਚਟਾਨ ਉੱਤੇ ਜਾ ਲੱਗੀ, ਜਿਸ ਉੱਤੇ ਕੁਝ ਕਾਲੇ ਧੱਬੇ ਨਜ਼ਰੀ ਆਏ, ਜਿਵੇਂ ਬਰਫ਼ ਉੱਤੇ ਪੱਥਰ ਖਿਲਰੇ ਪਏ ਹੋਣ। ਫਿਰ ਸੋਚਿਆ, ਐਡੀ ਧੁੱਪ ਪੈ ਚੁੱਕਣ ਬਾਅਦ ਪੱਥਰ ਕਿਵੇਂ ਨੰਗੇ ਰਹਿ ਸਕਦੇ ਸਨ। ਅਜੇ ਇਹੋ ਪਿਆ ਸੋਚਦਾ ਸਾਂ ਕਿ ਉਹਨਾਂ ਧੱਬਿਆਂ ਵਿੱਚੋਂ ਕੁਝ ਹਰਕਤ ਕਰਦੇ ਦਿਸਣ ਲੱਗੇ। ਮੈਂ ਸੋਚਣ ਲੱਗਾ ਕਿ ਇਹ ਪਹਾੜੀ ਗਊਆਂ ਨੇ। ਜੇ ਸੱਚਮੁੱਚ ਇਹੋ ਗੱਲ ਹੈ ਤਾਂ ਮੈਨੂੰ ਜਲਦੀ ਉੱਥੇ ਪਹੁੰਚਣਾ ਚਾਹੀਦਾ ਹੈ। ਗਊਆਂ ਦੇ ਨਾਲ ਜ਼ਰੂਰ ਕੋਈ ਚਰਵਾਹਾ ਵੀ ਤਾਂ ਹੋਵੇਗਾ। ਫਿਰ ਯਕੀਨਨ ਮੇਰੀ ਜਾਨ ਬਚ ਜਾਵੇਗੀ। ਸਾਹ ਸੱਤ ਭਾਵੇਂ ਮੁੱਕਿਆ ਪਿਆ ਸੀ, ਪਰ ਜ਼ਿੰਦਗੀ ਦੇ ਲਾਲਚ ਨੇ ਮੈਨੂੰ ਤੋਰ ਹੀ ਦਿੱਤਾ ਤੇ ਮੈਂ ਬੰਦੂਕ ਨੂੰ ਬਰਫ਼ ਦੀ ਤਹਿ ਉੱਤੇ ਖੋਭਦਾ ਹੋਇਆ ਕਿਸੇ ਤਰ੍ਹਾਂ ਉਸ ਚਟਾਨ ਤੱਕ ਜਾ ਪਹੁੰਚਿਆ। ਪਰ ਉੱਥੇ ਜਾ ਕੇ ਤਾਂ ਕੁਝ ਹੋਰ ਹੀ ਨਜ਼ਰੀ ਆਇਆ। ਗਊਆਂ ਨਹੀਂ, ਕਾਲੇ ਕਾਲੇ ਗਿੱਧ ਸਨ, ਜਿਹੜੇ ਬਰਫ਼ ਵਿੱਚ ਠੂੰਗੇ ਮਾਰ ਕੇ ਕੁਝ ਖਾ ਰਹੇ ਸਨ। ਜਦ ਮੈਂ ਹੋਰ ਨੇੜੇ ਪੁੱਜਾ ਤਾਂ ਗਿੱਧ ਮੈਨੂੰ ਵੇਖ ਕੇ ਉੱਡ ਗਏ। ਮੈਂ ਵੇਖਿਆ ਇੱਕ ਮਨੁੱਖੀ ਲਾਸ਼, ਜਿਹੜੀ ਅੱਧੀ ਬਰਫ਼ ਵਿੱਚ ਦੱਬੀ ਹੋਈ ਸੀ, ਜਿਸ ਉੱਤੇ ਇਕੱਠੇ ਹੋ ਕੇ ਗਿੱਧ ਜਸ਼ਨ ਮਨਾ ਰਹੇ ਸਨ। ਬੜਾ ਡਰਾਉਣਾ ਦ੍ਰਿਸ਼ ਸੀ। ਮੈਂ ਐਡੀ ਭੈੜੀ ਹਾਲਤ ਵਿੱਚ ਇਸ ਤੋਂ ਪਹਿਲਾਂ ਕਦੇ ਕਿਸੇ ਲਾਸ਼ ਨੂੰ ਨਹੀਂ ਸੀ ਵੇਖਿਆ। ਮੂੰਹ ਮੋੜ ਕੇ ਦੂਜੇ ਪਾਸੇ ਧਿਆਨ ਕੀਤਾ ਤਾਂ ਕਈ ਇਹੋ ਜਿਹੀਆਂ ਹੋਰ ਲਾਸ਼ਾਂ ਵੇਖਣ ਵਿੱਚ ਆਈਆਂ, ਜਿਹੜੀਆਂ ਨਿਸਲ ਪਈਆਂ ਹੋਈਆਂ ਸਨ ਤੇ ਉਹਨਾਂ ਉੱਤੇ ਚਿੱਟੇ ਖਫਨ ਵਾਂਗ ਬਰਫ਼ ਦੀ ਤਹਿ ਜੰਮੀ ਹੋਈ ਸੀ। ਖਿਆਲ ਪੈਦਾ ਹੋਇਆ, ਕਿਤੇ ਮੇਰੇ ਸਾਥੀ ਹੀ ਤਾਂ ਨਹੀਂ, ਗਿਣਤੀ ਵੀ ਤਾਂ ਲਗਭਗ ਓਨੀ ਹੀ ਸੀ। ਮੈਂ ਦਿਲ ਕਰੜਾ ਕਰਕੇ ਬੰਦੂਕ ਦੇ ਸਿਰੇ ਅੱਗੇ ਲੱਗੀ ਹੋਈ ਕਿਰਚ ਨਾਲ ਬਰਫ਼ ਹਟਾ ਕੇ ਸਾਰੀਆਂ ਲਾਸ਼ਾਂ ਨੂੰ ਪਰਚੋਲਣ ਲੱਗ ਪਿਆ। ਪਰ ਇਹਨਾਂ ਵਿੱਚ ਇੱਕ ਵੀ ਮੇਰਾ ਸਾਥੀ ਨਹੀਂ ਸੀ। ਸਾਰੇ ਹੀ ਕਬਾਇਲੀ ਪਠਾਨ, ਤਾਂ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਫੜਨ ਲਈ ਨਿਕਲੇ ਸਾਂ। ਮੌਤ ਦੇ ਫਰਿਸ਼ਤੇ ਨੇ ਸਾਥੋਂ ਪਹਿਲਾਂ ਹੀ ਆ ਕੇ ਇਹਨਾਂ ਨੂੰ ਦਬੋਚ ਲਿਆ। ਫੇਰ ਵੀ ਮੈਂ ਜਦ ਤੀਕ ਬੱਸ ਨਾ ਕੀਤੀ, ਤਦ ਤੀਕ ਸਾਰੀਆਂ ਹੀ ਲਾਸ਼ਾਂ ਨੂੰ ਫੋਲ ਨਾ ਸੁੱਟਿਆ।
ਤੇ ਜਦ ਇਸ ਕੰਮੋਂ ਵਿਹਲਾ ਹੋ ਚੁੱਕਾ ਤਾਂ ਮੇਰੇ ਦਿਲ ਨੂੰ ਕੁਝ ਤਸੱਲੀ ਹੋਈ ਕਿ ਫੇਰ ਵੀ ਮੈਂ ਕਈਆਂ ਨਾਲੋਂ ਚੰਗਾ ਰਿਹਾ ਕਿ ਅਜੇ ਤੱਕ ਜਿਉਂਦਾ ਹਾਂ। ਨਾਲੇ ਉਂਝ ਵੀ ਹੁਣ ਕੋਈ ਬਹੁਤੀ ਖਤਰੇ ਵਾਲੀ ਗੱਲ ਨਹੀਂ ਸੀ ਰਹੀ, ਜਦ ਕਿ ਧੁੱਪ ਤੇਜ਼ ਹੁੰਦੀ ਜਾ ਰਹੀ ਸੀ। ਸੋਚਿਆ ਜੇ ਐਡੀ ਕਿਸਮਤ ਦੇ ਤੂਫਾਨ ਵਿੱਚ ਮੈਂ ਬਚਿਆ ਰਹਿ ਗਿਆ ਹਾਂ ਤਾਂ ਇਸ ਦਾ ਮਤਲਬ ਇਹ ਹੈ ਕਿ ਕੁਦਰਤ ਨੂੰ ਹਾਲੇ ਮੇਰੀ ਮੌਤ ਮਨਜ਼ੂਰ ਨਹੀਂ। ਉੱਥੋਂ ਮੁੜਨ ਹੀ ਲੱਗਾ ਸੀ ਕਿ ਅਚਾਨਕ ਇੱਕ ਅਜਿਹੀ ਲੋਥ ਉੱਤੇ ਮੇਰੀ ਨਜ਼ਰ ਪਈ ਜਿਹੜੀ ਕੁਝ ਹਰਕਤ ਕਰ ਰਹੀ ਸੀ। ਮੈਂ ਨੇੜੇ ਜਾ ਕੇ ਵੇਖਿਆ, ਇਹ ਕਬਾਇਲੀ ਨਹੀਂ, ਇੱਕ ਪੰਜਾਬੀ ਮੁਸਲਮਾਨ ਸੀ, ਜਿਸ ਦੀ ਬਾਂਹ ਉੱਤੇ ਮੇਰੇ ਵਰਗਾ ਹੀ ਹਵਲਦਾਰੀ ਦਾ ਪਾਕਿਸਤਾਨੀ ਬਿੱਲਾ ਸੀ। ਪਤਾ ਨਹੀਂ ਉਸ ਵੇਲੇ ਕੀ ਉਲਟੀ ਸੋਚ ਫੁਰੀ ਮੈਨੂੰ। ਸੁੱਜਣੀ ਤਾਂ ਸਗੋਂ ਇਹ ਚਾਹੀਦੀ ਸੀ ਕਿ ਉਸ ਹਿੱਲ ਰਹੇ ਦੁਸ਼ਮਣ ਦੇ ਸਿਰ 'ਚ ਬੰਦੂਕ ਦਾ ਕੁੰਦਾ ਮਾਰ ਕੇ ਉੱਥੇ ਹੀ ਉਸ ਨੂੰ ਚਿੱਤ ਕਰ ਦਿੰਦਾ, ਕਿਉਂਕਿ ਇਹਨਾਂ ਨੂੰ ਮੈਂ ਕਬਾਇਲੀਆਂ ਤੋਂ ਵੀ ਜ਼ਿਆਦਾ ਨਫ਼ਰਤ ਕਰਦਾ ਸਾਂ। ਪਰ ਦਿਲ ਨੂੰ ਮੇਰਾ ਕਹਿਣਾ ਨਾ ਮੰਨਿਆ। ਮੈਂ ਪਹਿਲਾਂ ਉਸ ਉੱਤੇ ਝੁਕਿਆ, ਫਿਰ ਕੋਲ ਬੈਠ ਕੇ ਉਸ ਦੀ ਨਬਜ਼ ਵੇਖੀ ਤੇ ਦਿਲ ਦੀ ਧੜਕਣ ਸੁਣੀ। ਉਹ ਸੱਚਮੁੱਚ ਅਜੇ ਜਿਉਂਦਾ ਸੀ। ਮੈਂ ਸਮਝ ਗਿਆ ਕਿ ਮੇਰੇ ਵਾਂਗ ਪੰਜਾਬ ਦਾ ਜੰਮਪਲ ਹੋਣ ਕਰਕੇ ਇਹ ਆਪਣੇ ਕਬਾਇਲੀ ਸਾਥੀਆਂ ਨਾਲੋਂ ਸਖਤ ਜਾਨ ਸਾਬਤ ਹੋਇਆ। ਉਸ ਦੀਆਂ ਅੱਖਾਂ ਬੰਦ ਸਨ ਤੇ ਚਿਹਰੇ ਦਾ ਰੰਗ ਨੀਲਾ। ਮੈਂ ਆਪਣੀ ਕੁੱਪੀ ਦਾ ਕਾਕ ਖੋਲ੍ਹਿਆ ਤੇ 2-4 ਘੁੱਟ ਰੰਮ ਉਸ ਦੇ ਮੂੰਹ ਵਿੱਚ ਉਲਦ ਦਿੱਤੀ। ਫਿਰ ਉਸ ਉੱਤੋਂ ਸਾਰੀ ਬਰਫ਼ ਚੰਗੀ ਤਰ੍ਹਾਂ ਹਟਾਈ ਤੇ ਉਸ ਨੂੰ ਖਿੱਚ ਕੇ ਉੱਥੇ ਲਿਟਾਇਆ ਜਿੱਥੇ ਧੁੱਪ ਸਾਹਮਣੀ ਪੈ ਰਹੀ ਸੀ। ਥੋੜ੍ਹੀ ਦੇਰ ਬਾਅਦ ਉਸ ਅੱਖਾਂ ਖੋਲ੍ਹੀਆਂ। ਮੈਂ ਉਸ ਵੇਲੇ ਉਸ ਦੇ ਪੈਰਾਂ ਵੱਲ ਖੜਾ ਸਾਂ। ਉਹ ਪਹਿਲਾਂ ਕਾਫੀ ਚਿਰ ਮੇਰੇ ਵੱਲ ਤੱਕਦਾ ਰਿਹਾ। ਫਿਰ ਜਦ ਉਸ ਨੂੰ ਯਕੀਨ ਹੋ ਗਿਆ ਕਿ ਮੈਂ ਉਸ ਦਾ ਦੁਸ਼ਮਣ ਇੱਕ ਸਿੱਖ ਹਾਂ ਤਾਂ ਵੀ ਉਹ ਡਰਿਆ ਨਹੀਂ, ਸਗੋਂ ਹੱਥ ਦੇ ਇਸ਼ਾਰੇ ਨਾਲ ਉਸ ਮੈਨੂੰ ਆਪਣੇ ਨੇੜੇ ਸੱਦ ਕੇ ਇਸ਼ਾਰੇ ਨਾਲ ਪਹਿਲਾਂ ਮੇਰੀ ਬੰਦੂਕ ਵੱਲ ਤੇ ਫਿਰ ਆਪਣੀ ਛਾਤੀ ਵੱਲ ਸੰਕੇਤ ਕੀਤਾ। ਅਰਥਾਤ ਉਹ ਮੈਨੂੰ ਕਹਿ ਰਿਹਾ ਸੀ ਕਿ ਮੈਂ ਉਸ ਦੀ ਛਾਤੀ ਵਿੱਚ ਗੋਲੀ ਮਾਰ ਦਿਆਂ। ਗੋਲੀ ਮਾਰਨ ਦੀ ਬਜਾਏ ਮੈਂ ਉਸ ਦੇ ਨੇੜੇ ਹੋ ਬੈਠਾ ਤੇ ਉਸ ਦੇ ਸਿਰ ਨੂੰ ਆਪਣੇ ਗੋਡੇ 'ਤੇ ਰੱਖ ਕੇ ਉਸ ਦੇ ਪੋਟਿਆਂ ਵਿੱਚੋਂ ਬਰਫ਼ ਦੇ ਕਿਣਕੇ ਝਾੜਨ ਲੱਗਾ। ਉਸ ਫਿਰ ਮੇਰੇ ਵੱਲ ਤੱਕਿਆ ਤੇ ਨਾਲੇ ਜ਼ੋਰ ਦੀ ਘਰਾਉਣ ਲੱਗਾ, ਜਿਸ ਤੋਂ ਮੈਂ ਸਮਝ ਗਿਆ ਕਿ ਉਹ ਸਖਤ ਤਕਲੀਫ ਵਿੱਚ ਹੈ। ਹੌਲੀ-ਹੌਲੀ ਉਸ ਦੀ ਜ਼ੁਬਾਨ ਵਿੱਚ ਬੋਲਣ ਦੀ ਤਾਕਤ ਪਰਤ ਆਈ। ਉਹ ਬੁੱਲ੍ਹਾਂ ਵਿੱਚ ਫੁਸਫੁਸਾਉਣ ਲੱਗਾ। ਦੋਸਤ ਨਹੀਂ, ਮੈਂ ਜਵਾਬ ਦਿੱਤਾ, ਮੈਂ ਦੁਸ਼ਮਣ ਹਾਂ। ਉਹ ਉਵੇਂ ਹੀ ਕਰਹਾਉਂਦਾ ਹੋਇਆ ਐਤਕੀ ਲਗਭਗ ਸਾਫ਼ ਬੋਲਿਆ। ਮੈਂ ਸਾਰੀ ਰਾਤ ਅਜਾਬ ਵਿੱਚ ਕੱਟੀ ਏ। ਖੁਦਾ ਦੇ ਵਾਸਤੇ ਗੋਲੀ ਮਾਰ ਕੇ ਮੇਰੀ ਜਾਨ ਛੁਡਾ। ਗੋਲੀ ਮਾਰਦਿਆਂ ਮੈਂ ਉਸ ਦੇ ਪੋਟਿਆਂ 'ਚੋਂ ਉਵੇਂ ਹੀ ਬਰਫ਼ ਦੇ ਕਿਣਕੇ ਧੂੰਦਿਆਂ ਕਿਹਾ, ਗੋਲੀ ਤਾਂ ਦੁਸ਼ਮਣ ਨੂੰ ਮਾਰੀ ਦੀ ਏ, ਪਰ ਇਸ ਵੇਲੇ ਤਾਂ ਅਸੀਂ ਦੋਵੇਂ ਇੱਕੋ ਦੁਸ਼ਮਣ ਹਾਂ, ਮੌਤ ਦਾ ਸ਼ਿਕਾਰ ਹੋਣ ਵਾਲੇ ਹਾਂ। ਸਾਨੂੰ ਦੋਹਾਂ ਨੂੰ ਰਲ ਕੇ ਮੌਤ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਹੌਲੀ-ਹੌਲੀ ਉਸ ਦੀ ਹੋਸ਼ ਪਾਈ। ਫਿਰ ਮੈਂ ਉਸ ਨੂੰ ਪੁੱਛਿਆ, ਤੈਨੂੰ ਕੀ ਤਕਲੀਫ ਹੈ ਦੋਸਤ? ਉਹ ਬੋਲਿਆ, ਮੈਂ ਪਰਸੋਂ ਤੋਂ ਭੁੱਖਾ ਹਾਂ, ਨਾਲੇ ਸਰਦੀ ਨੇ ਇਹ ਹਾਲ ਕਰ ਦਿੱਤਾ ਹੈ, ਅਸੀਂ ਰਸਤਾ ਭੁੱਲ ਗਏ ਹਾਂ। ਪਰ ਤੂੰ ਖਾਣ ਲਈ ਨਾਲ ਨਹੀਂ ਸੈਂ ਕੁਝ ਲਿਆਇਆ ਸਾਂ, ਪਰ ਕਬਾਇਲੀ ਸਭ ਕੁਝ ਖੋਹ ਕੇ ਲੈ ਗਏ। ਜੇ ਮੈਂ ਹੀਲ ਹੁਜਤ ਕਰਦਾ ਤਾਂ ਉਹਨਾਂ ਦਰਿੰਦਿਆਂ ਨੇ ਮੈਨੂੰ ਵੀ ਮਾਰ ਦੇਣਾ ਸੀ। ਉਸ ਨੇ ਹੋਰ ਵੀ ਬੜਾ ਕੁਝ ਦੱਸਿਆ। ਉਹ ਵੀ ਸਾਡੇ ਵਾਂਗ ਹੀ ਇਹਨਾਂ ਕਬਾਇਲੀਆਂ ਦੀ ਟੁਕੜੀ ਨੂੰ ਆਪਣੀ ਕਮਾਣੀ ਹੇਠ ਲੈ ਕੇ ਦੁਸ਼ਮਣ ਅਰਥਾਤ ਅਸਾਂ ਲੋਕਾਂ ਦੀ ਭਾਲ ਵਿੱਚ ਨਿਕਲਿਆ ਸੀ ਤੇ ਬਰਫ਼ਬਾਰੀ ਨੇ ਸਾਡੇ ਵਾਂਗ ਹੀ ਉਹਨਾਂ ਨੂੰ ਸੱਥਰ ਲਾ ਦਿੱਤਾ ਸੀ। ਮੈਂ ਝੋਲੇ 'ਚੋਂ ਬਿਸਕੁਟਾਂ ਵਾਲਾ ਡੱਬਾ ਕੱਢਿਆ ਤੇ ਉਸ ਨੂੰ ਖੋਲ੍ਹ ਕੇ ਅਸੀਂ ਦੋਵੇਂ ਖਾਣ ਲੱਗ ਪਏ। ਬਿਸਕੁਟਾਂ ਦੇ ਮੁੱਕਦਿਆਂ ਤੀਕ ਸਾਡੇ ਅੰਦਰ ਪਤਾ ਨਹੀਂ ਕਿਹੋ ਜਿਹੀ ਖਿੱਚ ਪੈਦਾ ਹੋ ਗਈ ਸੀ ਕਿ ਸਾਨੂੰ ਦੋਹਾਂ ਨੂੰ ਭੁੱਲ ਗਿਆ ਜੂ ਅਸੀਂ ਇੱਕ ਦੂਜੇ ਦੇ ਦੁਸ਼ਮਣ ਹਾਂ। ਉਸ ਵੇਲੇ ਅਸੀਂ ਸਿਰਫ ਇੱਕ ਦੂਜੇ ਨੂੰ ਇਨਸਾਨ ਦਿਖਾਈ ਦੇ ਰਹੇ ਸਾਂ ਤੇ ਸ਼ਾਇਦ ਜ਼ਿੰਦਗੀ ਵਿੱਚ ਪਹਿਲੀ ਵਾਰੀ ਮੈਨੂੰ ਤੇ ਇੰਜ ਜਾਪਦਾ ਸੀ ਜਿਵੇਂ ਮੈਂ ਇਸ ਤੋਂ ਪਹਿਲਾਂ ਜਿੰਨੇ ਵੀ ਬੰਦੇ ਵੇਖੇ ਸਨ ਉਹ ਦੋਸਤ ਸਨ, ਉਹ ਦੁਸ਼ਮਣ ਸਨ, ਰਿਸ਼ਤੇਦਾਰ ਸਨ, ਆਪਣੇ ਸਨ, ਬੇਗਾਨੇ ਸਨ, ਪਰ ਨਿਰੋਲ ਇਨਸਾਨ। ਇਹ ਤਾਂ ਕਦੀ ਕੋਈ ਨਹੀਂ ਸੀ ਵੇਖਿਆ ਇਸ ਤੋਂ ਪਹਿਲਾਂ। ਪਤਾ ਨਹੀਂ ਕਿਹੜੀ ਖਿੱਚ ਸੀ ਜਿਹੜੀ ਸਾਨੂੰ ਦੋਹਾਂ ਨੂੰ ਇੱਕ ਦੂਜੇ ਦੇ ਨੇੜੇ ਲਈ ਆ ਰਹੀ ਸੀ। ਕਿੱਥੇ ਤਾਂ ਮੈਂ ਆਪਣੀ ਪਾਰਟੀ ਨੂੰ ਨਾਲ ਲੈ ਕੇ ਇਹਨਾਂ ਲੋਕਾਂ ਨੂੰ ਮਾਰਨ ਲਈ ਗੋਲੀ ਇਕੱਠਾ ਲੈ ਕੇ ਨਿਕਲਿਆ ਸਾਂ ਤੇ ਕਿੱਥੇ ਇਹ ਹਾਲ ਕਿ ਸਾਨੂੰ ਦੋਹਾਂ ਨੂੰ ਇਸ ਵੇਲੇ ਆਪਣੀ ਜਾਨ ਦਾ ਨਹੀਂ, ਆਪਣੇ ਸਾਥੀ ਦੀ ਜਾਨ ਬਚਾਉਣ ਦਾ ਫਿਕਰ ਸਵਾਰ ਸੀ। ਉਸ ਮੈਨੂੰ ਦੱਸਿਆ ਕਿ ਉਹ ਲੋਕ ਵੀ ਸਾਨੂੰ ਮਾਰਨ ਲਈ ਨਿਕਲੇ ਸਨ। ਹੋਰ ਥੋੜ੍ਹੀ ਦੇਰ ਤੱਕ ਉਹ, ਜਿਸ ਦਾ ਨਾਂ ਅਕਰਮ ਸੀ, ਤਕੜਾ ਹੋ ਗਿਆ। ਅਨੁਮਾਨ ਤੋਂ ਅਸਾਂ ਦੋਹਾਂ ਨੇ ਸਮਝ ਲਿਆ ਕਿ ਅਸੀਂ ਭਾਰਤੀ ਇਲਾਕੇ ਵਿੱਚ ਹਾਂ, ਜਿਸ ਕਰਕੇ ਅਕਰਮ ਨੂੰ ਬਚਾਉਣ ਦੀ ਜ਼ਿੰਮੇਵਾਰੀ ਮੇਰੇ ਉੱਤੇ ਜ਼ਿਆਦਾ ਸੀ।
ਲੋਥਾਂ ਦੁਆਲਿਓਂ ਕੁਝ ਕੱਪੜੇ ਉਤਾਰ ਕੇ ਅਸੀਂ ਉਹਨਾਂ ਕੱਪੜਿਆਂ ਨੂੰ ਅੱਗ ਲਾ ਦਿੱਤੀ। ਮਾਚਿਸ ਦੀ ਡੱਬੀ ਅਕਰਮ ਪਾਸ ਹੈ ਸੀ, ਜਿਹੜੀ ਸਲਾਬੀ ਗਈ ਸੀ, ਪਰ ਮੈਂ ਉਸ ਦੀਆਂ ਤੀਲੀਆਂ ਨੂੰ ਧੁੱਪੇ ਰੱਖ ਕੇ ਸੁਕਾ ਲਈਆਂ ਸਨ। ਅਸੀਂ ਦੋਹਾਂ ਦਾ ਵਿਸ਼ਵਾਸ ਸੀ ਕਿ ਧੂੰਏਂ ਨੂੰ ਵੇਖ ਕੇ ਜ਼ਰੂਰ ਕੋਈ ਨਾ ਕੋਈ ਮਦਦ ਨੂੰ ਆਵੇਗਾ। ਪਰ ਅਕਰਮ ਦਾ ਕੀ ਬਣੇਗਾ? ਇਸ ਚਿੰਤਾ ਨੇ ਮੈਨੂੰ ਡਾਢਾ ਹੀ ਔਖਾ ਕਰ ਦਿੱਤਾ। ਛੇਕੜ ਮੈਂ ਉਸ ਨੂੰ ਨਾਲ ਲੈ ਕੇ ਆਪਣੇ ਸਾਥੀਆਂ ਦੀ ਤਲਾਸ਼ ਵਿੱਚ ਨਿਕਲਿਆ ਤੇ ਥੋੜ੍ਹੀ ਹੀ ਦੂਰ ਜਾ ਕੇ ਮੈਨੂੰ ਇੱਕ ਸਾਥੀ ਦੀ ਲਾਸ਼ ਬਰਫ਼ ਵਿੱਚ ਦੱਬੀ ਹੋਈ ਲੱਭੀ। ਮੈਂ ਝੱਟ-ਪੱਟ ਉਹਦੀ ਵਰਦੀ ਉਤਾਰ ਕੇ ਅਕਰਮ ਨੂੰ ਪਹਿਨਾ ਦਿੱਤੀ। ਹੁਣ ਅਸੀਂ ਦੋਵੇਂ ਭਾਰਤੀ ਫੌਜ ਦੇ ਆਦਮੀ ਸਾਂ। ਦੁਪਹਿਰੇ ਇੱਕ ਹਵਾਈ ਜਹਾਜ਼ ਸਾਡੇ ਸਿਰ ਤੋਂ ਲੰਘਿਆ ਤੇ ਫਿਰ ਹੋਰ ਨੇੜਿਓਂ ਲੰਘਿਆ, ਜਿਸ ਨੂੰ ਸਿਗਨਲ ਦੇ ਇਸ਼ਾਰੇ ਨਾਲ ਆਪਣੀ ਹੋਂਦ ਬਾਬਤ ਦੱਸ ਦਿੱਤੀ। ਦੂਜੇ ਚੱਕਰ ਵਿੱਚ ਜਹਾਜ਼ ਨੇ ਇੱਕ ਬੰਡਲ ਸਾਡੇ ਨੇੜੇ ਸੁੱਟਿਆ। ਖੋਲ੍ਹ ਕੇ ਵੇਖਿਆ, ਖਾਣ ਪੀਣ ਦਾ ਸਮਾਨ ਤੇ ਕੁਝ ਗਰਮ ਕੱਪੜੇ ਸਨ। ਨਾਲ ਇੱਕ ਚਿੱਠੀ ਸੀ, ਜਿਸ ਵਿੱਚ ਲਿਖਿਆ ਸੀ, ਘਬਰਾਓ ਨਹੀਂ, ਤੁਹਾਡੀ ਮਦਦ ਲਈ ਪਾਰਟੀ ਆ ਰਹੀ ਹੈ। ਖਬਰ ਖੁਸ਼ੀ ਦੀ ਸੀ, ਪਰ ਸਾਥੀ ਦੀ ਚਿੰਤਾ ਨੇ ਮੇਰੇ ਲਈ ਇਹ ਖੁਸ਼ੀ ਨੂੰ ਚਿੰਤਾ ਵਿੱਚ ਬਦਲ ਦਿੱਤਾ। ਮੈਂ ਅਕਰਮ ਨੂੰ ਇੱਦਾਂ ਛੱਡ ਕੇ ਜਾਣਾ ਨਹੀਂ ਸੀ ਚਾਹੁੰਦਾ ਤੇ ਨਾਲ ਲੈ ਜਾਣਾ ਉਦੋਂ ਵੀ ਖਤਰਨਾਕ ਸੀ, ਪਰ ਲੈ ਜਾਣ ਤੋਂ ਬਿਨਾਂ ਵਾਹ ਵੀ ਕੋਈ ਨਹੀਂ ਸੀ। ਲੌਡੇ ਵੇਲੇ ਤੱਕ ਮਦਦ ਆ ਪਹੁੰਚੀ ਤੇ ਸੰਧਿਆ ਤੀਕ ਅਸੀਂ ਟਿਕਾਣੇ ਜਾ ਪਹੁੰਚੇ। ਰਾਤੀ ਸਾਡੇ ਪਾਸੋਂ ਕਿਸੇ ਅਫਸਰ ਨੇ ਕੋਈ ਪੁੱਛ ਪੜਤਾਲ ਨਾ ਕੀਤੀ, ਕਿਉਂਕਿ ਸਭ ਤੋਂ ਪਹਿਲਾਂ ਸਾਨੂੰ ਆਰਾਮ ਦੀ ਲੋੜ ਸੀ। ਸਵੇਰੇ ਅਜੇ ਪ੍ਰਭਾਤ ਹੀ ਸੀ ਕਿ ਮੈਂ ਅਕਰਮ ਨੂੰ ਜਗਾਇਆ ਤੇ ਚੁੱਪ-ਚਪੀਤੇ ਉਸ ਨੂੰ ਨਾਲ ਲਿਜਾ ਕੇ ਸਰਹੱਦ ਤੋਂ ਬਾਹਰ ਛੱਡ ਆਇਆ। ਕਿੰਨਾ ਹੀ ਚਿਰ ਅਸੀਂ ਇੱਕ ਦੂਜੀ ਦੀ ਛਾਤੀ ਨਾਲ ਭਿੱਜੇ ਰਹੇ ਤੇ ਜਦ ਅਸੀਂ ਨਿਖੜਨ ਲੱਗੇ ਤਾਂ ਅਕਰਮ ਨੇ ਆਪਣੇ ਗਲੇ ਤੋਂ ਇੱਕ ਤਵੀਤ ਖੋਲ੍ਹ ਕੇ ਮੈਨੂੰ ਦੇਂਦਿਆਂ ਕਿਹਾ, ਮੇਰੇ ਪਿਆਰੇ ਦੋਸਤ, ਇਹ ਮੇਰੀ ਨਿਸ਼ਾਨੀ ਕਬੂਲ ਕਰੀਂ। ਕਈਆਂ ਪੁਸ਼ਤਾਂ ਤੋਂ ਹੀ ਇਹ ਪੀਰਾਂ ਦੀ ਰੱਖ ਮੇਰੇ ਘਰ ਵਿੱਚ ਚੱਲੀ ਆ ਰਹੀ ਹੈ। ਮੈਂ ਉਸ ਦੀ ਸੁਗਾਤ ਨੂੰ ਚੁੰਮ ਕੇ ਜੇਬ ਵਿੱਚ ਪਾ ਲਿਆ ਤੇ ਫਿਰ ਆਪਣੇ ਹੱਥੋਂ ਕੜਾ ਉਤਾਰ ਕੇ ਉਸ ਨੂੰ ਦਿੰਦਿਆਂ ਕਿਹਾ, ਤੇ ਇਹ ਚੀਜ਼ ਮੈਨੂੰ ਦੁਨੀਆ ਵਿੱਚ ਸਭ ਤੋਂ ਪਿਆਰੀ ਹੈ, ਕਿਉਂਕਿ ਇਹ ਮੇਰੇ ਗੁਰੂ ਦੀ ਬਖਸ਼ਿਸ਼ ਹੈ। ਮੇਰੇ ਵਾਂਗ ਹੀ ਅਕਰਮ ਨੇ ਕੜਾ ਲੈ ਕੇ ਉਸ ਨੂੰ ਕਈ ਵਾਰੀ ਚੁੰਮਿਆ ਤੇ ਅਸੀਂ ਇੱਕ ਦੂਜੇ ਤੋਂ ਵਿਦਾ ਹੋ ਗਏ। ਕੰਪਨੀ ਵਿੱਚ ਪੁੱਜਾ ਤਾਂ ਮੇਰੇ ਸਾਥੀ ਦੀ ਗੁੰਮਸ਼ੁਦਗੀ ਦੀ ਕੈਫੀਅਤ ਦੇਣੀ ਪਈ। ਪਰ ਮੈਂ ਮੁੱਕਰਿਆ ਨਾ। ਐਡਾ ਚੰਗਾ ਕੰਮ ਕਰਕੇ ਝੂਠ ਬੋਲਦਾ, ਸਭ ਕੁਝ ਸੱਚੋ ਸੱਚ ਦੱਸ ਦਿੱਤਾ, ਜਿਸ ਦਾ ਫਲ ਰੂਪ ਕੋਰਟ ਮਾਰਸ਼ਲ ਹੋਇਆ ਤੇ ਮੈਨੂੰ ਕੈਦ ਤੇ ਡਿਸਮਿਸਲ ਦੀ ਸਜ਼ਾ ਮਿਲੀ। ਦੁਸ਼ਮਣ ਨੂੰ ਪਨਾਹ ਦੇਣ ਦੀ ਸਜ਼ਾ ਤਾਂ ਮੌਤ ਹੀ ਹੋ ਸਕਦੀ ਸੀ, ਪਰ ਪਿਛਲੇ ਰਿਕਾਰਡ ਨੇ ਮਦਦ ਕੀਤੀ, ਜਿਸ ਕਰਕੇ ਜਾਨ ਬਚ ਗਈ। ਇਹ ਹੈ ਮੇਰੀ ਰਾਮ ਕਹਾਣੀ। ਭਾਵੇਂ ਮੈਨੂੰ ਇੱਕ ਬੰਦੇ ਦੀ ਜਾਨ ਬਚਾਉਣ ਬਦਲੇ ਬੜੀ ਭਾਰੀ ਕੀਮਤ ਦੇਣੀ ਪਈ, ਪਰ ਫਿਰ ਵੀ ਮੈਂ ਖਿਆਲ ਕਰਦਾ ਹਾਂ ਕਿ ਇਹ ਸੌਦਾ ਮੇਰੇ ਲਈ ਸਸਤਾ ਸੀ, ਕਿਉਂਕਿ ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਵੇਰਾ ਇਨਸਾਨ ਬਣਿਆ ਤੇ ਇਨਸਾਨ ਦੇ ਦਰਸ਼ਨ ਕੀਤੇ। ਨੌਕਰੀ ਚਲੀ ਗਈ, ਇੱਜ਼ਤ ਤੇ ਰੁਤਬਾ ਜਾਂਦਾ ਰਿਹਾ। ਅਫਸਰੀਕਰਨ ਦੇ ਹੱਥ ਅੱਜ ਗਰੀਬੀ ਨਾਲ ਘੋਲ ਕਰਨਾ ਪੈ ਰਿਹਾ ਹੈ, ਪਰ ਫਿਰ ਵੀ ਮੈਨੂੰ ਇਸ ਕਰਕੇ ਤਸੱਲੀ ਹੈ ਕਿ ਕਦੀ ਮੈਂ ਇਨਸਾਨ ਬਣ ਕੇ ਇਨਸਾਨ ਨੂੰ ਵੇਖ ਚੁੱਕਾ ਹਾਂ। ਧੰਨਵਾਦ। ਸਮਾਪਤ।